उधरों स्टॉप है। ठीक है, शुरू हो गई होगी। हाँ जी, करो तुसी शुरू। कोई नहीं जी, मैं करा। जी मेरे हाँ ਵੱਲੋਂ जी, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਕ ਰਿਕੁਐਸਟ ਕਰਾਂਗੀ ਕਿ ਪਲੀਜ਼ ਸਾਰੇ ਜਣੇ ਤੁਸੀਂ ਮਿਊਟ ਕਰ ਲੈਣਾ ਜੀ, ਕਿਉਂਕਿ ਇੱਕ ਬੰਦਾ ਬੋਲਦਾ ਹੈ ਤੇ ਦੂਸਰੇ ਦੀ ਆਵਾਜ਼ ਜਿਹੜੀ ਹੈ ਉਹ हाँ ਡਿਸਟਰਬ। जी, हाँ जी। ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਤੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਅੱਜ ਦੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਦੀ ਕਾਵ ਮਿਲਣੀ ਦੇ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ ਨਿੱਘੀ ਜੀ ਆਇਆਂ ਦਿਲੋਂ ਖੁਸ਼ਾਮਦੀਦ ਮੈਂ ਕਹਿੰਦੀ ਹਾਂ ਜੀ। ਮੈਨੂੰ ਰਵਿੰਦਰ ਜੀ ਨੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਦੇ ਪ੍ਰਧਾਨ ਦੀ ਉਪਾਧੀ ਦਿੱਤੀ, ਜਦਕਿ ਮੈਂ ਉਸ ਦੇ ਕਾਬਿਲ ਨਹੀਂ ਹੈਗੀ, ਪ੍ਰਧਾਨ ਦੀ ਕਿਉਂਕਿ ਵੀ ਔਰ ਰਿੰਟੂ ਦੀ ਉਹਦੀ ਸਟੇਜ ਦੀ ਵੀ ਦਿੱਤੀ ਹੋਈ ਹੈ। ਕੰਟਰੋਲ ਦੋਨੋਂ ਤੁਹਾਡੇ ਕੋਲ ਹੈ। ਕਿਉਂਕਿ ਮੈਂ ਕੰਮ ਨਹੀਂ ਕਰਦੀ, ਸਾਰਾ ਕੰਮ ਰਵਿੰਦਰ ਜੀ ਕਰਦੇ ਆ। ਤੇ ਮੈਨੂੰ ਪਰ ਇਹ ਹੈ ਕਿ ਜਦੋਂ ਵੀ ਇਹ ਮੈਨੂੰ ਗਾਏ ਭਗਾਏ ਮੈਨੂੰ ਕਹਿੰਦੇ ਆ ਕਿ ਕੋਈ ਵੀ ਫੋਨ ਆਏ ਜਾਂ ਕੋਈ ਮੈਸੇਜ ਆਏ ਤੇ ਮੈਂ ਇਹਨਾਂ ਦੇ ਨਾਲ ਖੜੀ ਆ। ਤੇ ਉਹ ਮੈਂ ਤੇ ਰਲ ਕੇ ਹੁੰਦਾ ਹਾਂ, ਇਕੱਲਾ ਨਹੀਂ ਕੁਝ ਕਰ ਸਕਦੇ ਨਾ। ਸਰਬਜੀਤ ਕੌਰ ਕਿਉਂ ਮੈਨੂੰ ਪਤਾ ਆ ਕਿ ਰਿੰਟੂ ਜੀ ਤੇ ਹੈਗੇ ਨੇ ਤੇ ਹੋਸਟਿੰਗ ਬਹੁਤ ਵਧੀਆ ਕਰ ਲੈਣਗੇ, ਹਨਾ। ਹੋਰ ਜਿਹੜੇ ਕਈ ਕਹਿੰਦੇ ਨੇ ਵੀ ਸਾਨੂੰ ਮੌਕਾ ਦਿਓ, ਤੁਸੀਂ ਕਹਿੰਦੇ ਚਲੋ ਸਾਡਾ ਆਪਣਾ ਪਲੇਟਫਾਰਮ ਹੈ, ਮੌਕਾ ਦੇਣਾ ਚਾਹੀਦਾ। ਠੀਕ ਹੈ, ਚਲੋ। ਸਾਡੇ ਰਿੰਟੂ ਜੀ ਬੜੇ ਪਿਆਰੇ ਸਿੰਗਰ ਹੈ ਨਾ, ਹੋਸਟਿੰਗ ਬਹੁਤ ਸੋਹਣੀ ਕਰਦੇ ਆ, ਐਂਕਰਿੰਗ ਕਰਦੇ ਨੇ। ਬਾਕੀ ਸਾਡੀ ਸੰਸਥਾ ਦੇ ਪ੍ਰਧਾਨ ਵੀ ਨੇ, ਸਾਡੀ ਸਟੇਜ ਨੂੰ ਵੀ ਇਹ ਦੇਖਦੇ ਨੇ। ਚਲੋ ਰਿੰਟੂ ਜੀ। ਥੈਂਕ ਯੂ ਸੋ ਮਚ ਰਵਿੰਦਰ ਜੀ, ਤੁਸੀਂ ਮੇਰੀ ਇੰਟਰੋਡਕਸ਼ਨ ਵਿੱਚ ਵਿਚਾਲੇ ਕਰ ਦਿੱਤੀ। ਕੋਈ ਗੱਲ, ਬਹੁਤ ਵਧੀਆ ਕੀਤਾ। ਮੈਨੂੰ ਉਹਦੀ ਨਹੀਂ ਜ਼ਰੂਰਤ। ਤੇ ਬਾਕੀ ਮੈਂ ਪੰਜਾਬ ਸਾਹਿਤ ਅਕੈਡਮੀ ਵੱਲੋਂ ਡਾਕਟਰ ਸਰਬਜੀਤ ਕੌਰ ਸੋਲ ਜੀ ਦਾ, ਡਾਕਟਰ ਕੁਲਦੀਪ ਸਿੰਘ ਜੀ ਦਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ, ਕਿਉਂਕਿ ਉਹ ਜਦੋਂ ਵੀ ਅਸੀਂ ਇੱਕ ਆਵਾਜ਼ ਸਾਡੇ ਮੋਢੇ ਨਾਲ ਮੋਢਾ ਲਾ ਕੇ, ਸਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਸਾਡਾ ਕੰਮ ਕਰਦੇ ਨੇ, ਸਾਡੇ ਨਾਲ ਉਹਨਾਂ ਦੇ ਰੂਬਰੂ ਦੇ ਨਾਲ ਹੀ ਅਸੀਂ ਇੱਕ ਸਿਰਜਣਾ ਦੇ ਆਰ ਪਾਰ ਵੀ ਅਸੀਂ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਹੜਾ ਪੰਜਾਬ ਸਾਹਿਤ ਅਕੈਡਮੀ ਦੇ ਨਾਲ ਮਿਲ ਕੇ ਉਹ ਸ਼ੁਰੂ ਕੀਤਾ ਗਿਆ। ਉਹਦੇ 'ਚ ਅਸੀਂ ਮਹੀਨੇ ਦੇ ਐਂਡ ਦੇ ਵਿੱਚ ਜਿਹੜਾ ਸੰਡੇ ਹੁੰਦਾ, ਉਹਦੇ ਵਿੱਚ ਅਸੀਂ ਇੱਕ ਵਧੀਆ ਜਿਹੜਾ ਕੋਈ ਵੀ ਕਲਾਕਾਰ ਹੈ ਉਹਨੂੰ ਰੂਬਰੂ ਕਰਦੇ ਹਾਂ। ਤੇ ਮੈਂ ਬਹੁਤਾ ਟਾਈਮ ਨਹੀਂ ਲਵਾਂਗੀ। ਅੱਜ ਦਾ ਦਿਨ ਜਿਹੜਾ ਹੈ ਉਹ ਅਸੀਂ ਪਿਤਾ ਦਿਵਸ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ। ਤੇ ਮੈਂ ਕਹਿੰਦੀ ਹਾਂ ਕਿ ਅਸੀਂ ਸਾਰੇ ਹੀ ਜਿਹੜੇ ਆ ਉਹਨਾਂ ਦਾ ਦੇਣ ਆ ਦੇ ਨਹੀਂ ਸਕਦੇ, ਮਾਂ ਪਿਓ ਦਾ ਹੀ ਨਹੀਂ ਦੇਣੀਆਂ ਦੇ ਸਕਦੇ, ਕਿਉਂਕਿ ਮਾਂ ਪਿਓ ਨੇ ਜਿਹੜੀ ਸਾਨੂੰ ਦੇਣ ਦਿੱਤੀ ਹੈ, ਸਾਡਾ ਹੋਂਦ ਜਿਹੜੀ ਹੈ ਉਹ ਮਾਪਿਆਂ ਦੀ ਦੇਣ ਹੈ। ਤੇ ਅਸੀਂ ਉਹ ਮਾਪਿਆਂ ਦੀ ਦੇਣ ਵਾਸਤੇ ਤੇ ਅਸੀਂ ਕਦੀ ਵੀ ਕਰਜ਼ਦਾਰ ਆ ਉਹਨਾਂ ਦੇ। ਤੇ ਮੈਂ ਸਭ ਤੋਂ ਪਹਿਲਾਂ ਮੈਂ ਦੋ ਕੁ ਸ਼ੇਅਰ ਪੜ੍ਹ ਕੇ ਤੇ ਮੈਂ ਇੱਕ ਕੁਛ ਡਾਕਟਰ ਗੁਰਬਖਸ਼ ਪੰਡਾਲ ਜੀ ਦੇ ਵਾਰਤਕ ਦੇ ਵਿੱਚੋਂ ਇੱਕ ਪੈਰਾ ਛੋਟਾ ਜਿਹਾ ਕੱਢਿਆ, ਜੇ ਮੈਂ ਉਹ ਸੁਣਾ ਕੇ ਉਸ ਤੋਂ ਬਾਅਦ ਮੈਂ ਆਪਣੇ ਜਿਹੜੇ ਸਾਡੇ ਅੱਜ ਦੇ ਚੀਫ ਗੈਸਟ ਨੇ ਉਹਨਾਂ ਦੀ ਇੰਟਰੋਡਕਸ਼ਨ ਦਵਾਂਗੀ। ਉਸ ਤੋਂ ਬਾਅਦ ਅਸੀਂ ਫਾਰਮਲੀ ਜਿਹੜਾ ਹੈ ਉਹ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ। ਮੁਝਕੋ ਛਾਂव में रखा, मुझको छांव में रखा और खुद वो जलता रहा, मैंने देखा एक फरिश्ता बाप की परछाई में। उनके होने से वक्त होते हैं, उनके होने से वक्त होते हैं, बाप घर के दरख्त होते हैं। बहुत अच्छी। घर की इस बार मुकम्मल मैं तलाशी लूंगा, घर की इस बार मुकम्मल मैं तलाशी लूंगा, गम छुपाकर मेरी माँ बाप कहाँ रखते हैं। ਤੇ ਮੈਂ ਸਿਰਫ ਪਿਤਾ ਦੇ ਬਾਰੇ ਚ ਨਹੀਂ, ਮੈਂ ਮਾਂ ਪਿਓ ਦੇ ਬਾਰੇ ਦੇ ਵਿੱਚ ਮਾਪੇ ਜਿਹੜਾ ਵਰਡ ਹੈ ਉਹਨਾਂ ਦੇ ਬਾਰੇ ਚ ਇੱਕ ਛੋਟਾ ਜਿਹਾ ਇੱਕ ਪੈਰਾ ਹੈ ਉਹਨਾਂ ਦੀ ਵਾਰਤਕ ਦੇ ਵਿੱਚੋਂ ਡਾਕਟਰ ਗੁਰਬਖਸ਼ ਪੰਡਾਲ ਜੀ ਦੀ ਮੈਨੂੰ ਬਹੁਤ ਚੰਗਾ ਲੱਗਾ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਦੀ ਹਾਂ ਜੀ। ਮਾਪੇ ਸਾਡੇ ਬੀਜ ਤੇ ਬੀਜ ਧਰਾਤਲ, ਮੁੱਢ ਦਾ ਸਬਬ, ਹੋਂਦ ਦਾ ਕੇਂਦਰ ਬਿੰਦੂ, ਹੋਣ ਦੇ ਜਾਮਣ, ਹਸਤੀ ਦੇ ਹਸਤਾਖਰ, ਸਕਸ਼ੀ ਬਿੰਬ ਤੇ ਪ੍ਰਤੀਬਿੰਬ। ਮਾਪੇ ਨੇ ਤਾਂ ਸਾਡੀ ਹੋਂਦ ਏ, ਮਾਪਿਆਂ ਦੀ ਮੋਹ ਭਿੱਜੀ ਘੂਰੀ, ਕੁਨੈਨ ਚ ਲਿਪਟੀ ਘਿਓ ਦੀ ਚੂਰੀ। ਮਾਪੇ ਹੁੰਦੇ ਮੱਥੇ ਦਾ ਸੂਰਜ ਤੇ ਸਾਹੀਂ ਵਸੇਂਦੀ ਕਸਤੂਰੀ। ਮਾਪੇ ਦਾਈਏ ਦਾ ਦਰਿਆ, ਮੋਹ ਦਾ ਮਾਣ, ਮੁਹੱਬਤੀ ਆਬਸ਼ਾਰ, ਕੋਮਲਤਾ ਦੀ ਕਲਕਲ ਕਰਦੀ ਕੂਲ ਅਤੇ ਆਪਣਤ ਦੀ ਵੇਗਮਈ ਨਦੀ।
ਮਾਪੇ ਹਰ ਆਸ ਦੀ ਪੂਰਤੀ, ਮੰਗਾਂ ਦੀ ਸੰਪੂਰਨਤਾ, ਅੜੀ ਦਾ ਪੁਗਾ, ਰੋਸਿਆਂ ਲਈ ਸਹਿਲਾ ਅਤੇ ਹਰ ਮਰਜ਼ ਦੀ ਦੁਆ। ਬੱਚਿਆਂ ਦੇ ਸੁਪਨਿਆਂ ਦੇ ਸੱਚ ਵਿੱਚੋਂ ਮਾਪਿਆਂ ਦਾ ਝਲਕਾਰਾ ਅਤੇ ਅਸੀਸਾਂ ਦਾ ਬੇਪਨਾਹ ਪਸਾਰਾ। ਮਾਪੇ ਉਹ ਬਿਰਖ ਜਿਸ ਦੇ ਆਲ੍ਹਣਿਆਂ ਵਿੱਚੋਂ ਬੋਟਾਂ ਨੂੰ ਚੋਗ। ਮਾਪੇ ਮਾਂ ਤੇ ਪਿਓ ਹਰਫਾਂ ਦਾ ਜੋੜ ਹੀ ਨਹੀਂ, ਸਗੋਂ ਦੋ ਰੂਪਾਂ ਦਾ ਸੰਯੋਗ, ਦੋ ਸੋਚਾਂ ਦਾ ਮਿਲਾਪ। ਬੱਚਿਆਂ ਲਈ ਮਾਪਿਆਂ ਰੂਪੀ ਦੋ ਜਨਨ ਰੂਹਾਂ ਦਾ ਸਾਥ, ਦੋ ਰੂਹਾਂ ਦੀ ਇਕਮਿਕਤਾ ਵਿੱਚੋਂ ਪਨਪਿਆ ਸਰੂਪ, ਨਵੀਂ ਸਰੀਰਕ ਧਰਾਤਲ ਦਾ ਸਾਜ਼ਗਾਰ ਸਰੂਪ। ਮਾਪਿਆਂ ਦੀ ਮਿਹਨਤਾਨਾ ਕੋਈ ਨਾ ਸਕਦਾ ਤਾਰ, ਉਹਨਾਂ ਦੀ ਬੰਦਗੀ ਸਾਵੇਂ ਊਨੇ ਦੰਭ ਵਿਚਾਰ। ਮਾਪਿਆਂ ਦੇ ਮੁਖਾਰ ਬਿੰਦ ਤੋਂ ਕਿਰਦੇ ਅੰਮ੍ਰਿਤ ਬੋਲ, ਉਹਨਾਂ ਦੀਆਂ ਨਿਆਮਤਾਂ ਸਦਕਾ ਭਰਦੀ ਸਖਣੀ ਝੋਲ। ਮਾਪਿਆਂ ਦੀ ਮਹਾਨਤਾ ਦਾ ਕੌਣ ਲਾਵੇਗਾ ਅੰਦਾਜ਼, ਊਨੇ ਨੇ ਸ਼ਬਦ ਬੋਣੇ ਨੇ ਬੋਲ। ਇਹ ਗਹਿਰੀ ਹੈ ਇਬਾਦਤ ਤੇ ਸੀਮਤ ਹੈ ਸਫਿਆਂ ਦੀ ਸਮਰੱਥਾ, ਤੇ ਸੀਮਤ ਹੈ ਸਫਿਆਂ ਦੀ ਸਮਰੱਥਾ। ਤੇ ਸੱਚਮੁੱਚ ਅਸੀਂ ਮਾਪਿਆਂ ਦੀ ਦੇਣ ਨਹੀਂ ਦੇ ਸਕਦੇ। ਅਸੀਂ ਮਦਰਸ ਡੇ ਮਨਾਉਂਦੇ ਹਾਂ, ਅਸੀਂ ਫਾਦਰਸ ਡੇ ਮਨਾਉਂਦੇ ਹਾਂ, ਤੇ ਅਸੀਂ ਦੋਨਾਂ ਨੂੰ ਰਲ ਕੇ ਵੀ ਅਸੀਂ ਜਿਹੜਾ ਆ ਅਸੀਂ ਉਹਨਾਂ ਨੂੰ ਟ੍ਰਿਬਿਊਟ ਦੇ ਸਕਦੇ ਹਾਂ, ਕਿਉਂਕਿ ਉਹ ਸਾਡੇ ਵਾਸਤੇ ਬਹੁਤ ਆਦਰਮਈ ਨੇ, ਕਦਰਦਾਨ। ਤੇ ਹੁਣ ਮੈਂ ਅੱਜ ਦੇ ਸਾਡੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਕਾਵ ਮਿਲਨੀ ਦੇ ਚੀਫ ਗੈਸਟ, ਮੁੱਖ ਮਹਿਮਾਨ ਡਾਕਟਰ ਜਗਮੋਹਨ ਸੰਘਾ ਜੀ ਤੇ ਹਰਮੀਤ ਵਿਦਿਆਰਥੀ ਜੀ। ਸਭ ਤੋਂ ਪਹਿਲਾਂ ਮੈਂ ਡਾਕਟਰ ਜਗਮੋਹਨ ਸੰਘਾ ਦੇ ਬਾਰੇ ਛੋਟੀ ਜਿਹੀ ਇੱਕ ਇੰਟਰੋਡਕਸ਼ਨ ਦੇਵਾਂਗੀ ਕਿ ਉਹਨਾਂ ਨੇ 14 ਸਾਲ ਦੀ ਉਮਰ ਤੋਂ ਲਿਖਣਾ ਸ਼ੁਰੂ ਕੀਤਾ। 12 ਸਾਲ ਫਿਰ 2 ਸਾਲ ਉਹ ਆਲ ਇੰਡੀਆ ਰੇਡੀਓ ਦੇ ਵਿੱਚ ਯੂਥ ਪ੍ਰੋਗਰਾਮ ਕਰਦੇ ਰਹੇ। ਐਜ਼ ਅ ਪ੍ਰੋਫੈਸ਼ਨ ਉਹ ਜਿਹੜੇ ਇਮੀਗ੍ਰੇਸ਼ਨ ਲਾਅ ਕਰ ਰਹੇ ਨੇ ਅੱਜ ਕੱਲ੍ਹ ਕੈਨੇਡਾ ਦੇ ਵਿੱਚ। ਡਾਕਟਰ ਸੰਘਾ ਇੰਗਲਿਸ਼, ਹਿੰਦੀ ਤੇ ਪੰਜਾਬੀ ਦੇ ਵਿੱਚ ਲਿਖਦੇ ਨੇ। ਉਹਨਾਂ ਦੇ ਆਰਟੀਕਲਸ, ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਅਲੱਗ-ਅਲੱਗ ਮੈਗਜ਼ੀਨਸ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਛਪਦੀਆਂ ਨੇ। ਕੈਨੇਡਾ ਦੇ ਵਿੱਚ ਉਹਨਾਂ ਨੇ ਇੱਕ ਟੀਵੀ ਕੁਇਜ਼ ਪ੍ਰੋਗਰਾਮ ਪ੍ਰੋਡਿਊਸ ਕੀਤਾ ਸੀ ਤੇ ਉਹਦੇ ਹੋਸਟ ਵੀ ਰਹੇ ਨੇ। ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਲੈਜੈਂਡਸ ਨੇ ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਨੇ, ਜਿਹੜੀਆਂ ਕਿ ਮੈਗਜ਼ੀਨਸ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ ਛਪੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਮੈਂਟਲ ਹੈਲਥ ਦੇ ਉੱਤੇ ਡਾਕੂਮੈਂਟਰੀ ਜਿਹੜੀ ਡਾਇਰੈਕਟ ਕੀਤੀ ਤੇ ਇੱਕ ਫਿਲਮ ਪ੍ਰੋਡਿਊਸ ਕੀਤੀ ਹੈ, ਨੈਵਰ ਅਗੇਨ। ਡਰੱਗ ਅਬਿਊਜ਼ ਦੇ ਉੱਤੇ, ਯੂਥ ਦੇ ਵਿੱਚ ਜੋ ਡਰੱਗ ਅਬਿਊਜ਼ ਹੈ ਉਹਦੇ ਉੱਤੇ ਉਹਨਾਂ ਨੇ ਇੱਕ ਜਿਹੜੀ ਹੈ ਮੂਵੀ ਜਿਹੜੀ ਹੈ ਪ੍ਰੋਡਿਊਸ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀ ਇਹ ਵਾਲੀ ਨੈਵਰ ਅਗੇਨ ਹੈ ਉਹ ਕਾਫੀ ਫਿਲਮ ਫੈਸਟੀਵਲਸ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਨੂੰ ਪ੍ਰਸਿੱਧੀ ਮਿਲੀ ਹੈ। ਤੇ ਮੈਂ ਬਹੁਤ ਨਿੱਘੀ ਜੀ ਆਇਆਂ ਕਹਿੰਦੀ ਹਾਂ ਜੀ, ਦਿਲੋਂ ਜੀ ਆਇਆਂ ਕਹਿੰਦੀ ਹਾਂ ਔਰ ਖੁਸ਼ਾਮਦੀਦ ਕਹਿੰਦੀ ਹਾਂ ਕਿ ਅੱਜ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵਿੱਚ ਉਹਨਾਂ ਨੇ ਸਾਡੇ ਮੁੱਖ ਮਹਿਮਾਨ ਬਣਨ ਦਾ ਸੱਦਾ ਪ੍ਰਵਾਨ ਕੀਤਾ ਜੀ। ਬਹੁਤ ਸ਼ੁਕਰੀਆ ਰਿੰਟੂ ਜੀ। ਥੈਂਕ ਯੂ ਸੋ ਮਚ ਜੀ। ਹੁਣ ਸਾਡੇ ਦੂਸਰੇ ਮੁੱਖ ਮਹਿਮਾਨ ਨੇ ਡਾਕਟਰ ਕੁਲਦੀਪ ਸਿੰਘ ਦੀਪ ਜੀ। ਆ ਲੈ ਜਿੰਨਾ ਮਰਜ਼ੀ ਤੂੰ ਕਹਿਰ ਕਮਾ ਲੈ, ਸੱਚ ਨੇ ਕਦੀ ਨਹੀਂ ਮਰਨਾ, ਲੱਖ ਈਸਾ ਨੂੰ ਸਲੀਬ ਤੇ ਚੜਾ ਲੈ, ਆ ਲੈ ਜਿੰਨਾ ਮਰਜ਼ੀ ਤੂੰ ਕਹਿਰ ਕਮਾ ਲੈ। ਇਹ ਸਾਡੇ ਇਨਕਲਾਬੀ ਸ਼ਾਇਰ ਨੇ ਤੇ ਇਹਨਾਂ ਨੇ ਕਿੱਤੇ ਵਜੋਂ ਇੰਗਲਿਸ਼ ਦੇ ਪ੍ਰੋਫੈਸਰ ਨੇ ਤੇ ਬਹੁਤ ਸਾਰੀਆਂ ਸਪੈਸ਼ਲ ਡਿਊਟੀਆਂ ਵੀ ਨਿਭਾਉਂਦੇ ਨੇ। ਸਾਡੀ ਪੰਜਾਬ ਸਾਹਿਤ ਅਕੈਡਮੀ ਦੇ ਜਨਰਲ ਕੌਂਸਲ ਨੇ, ਕਨਵੀਨਰ ਨੇ, ਔਰ ਸਾਡੇ ਜਿਹੜੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਜਿਹੜੇ ਕਹਿੰਦੇ ਨਾ ਸੱਜੀ ਖੱਬੀ ਬਾਹ, ਅਸੀਂ ਉਹਨਾਂ ਨੂੰ ਦੋਨੋਂ ਪਾਸੋਂ ਜਿੱਧਰੋਂ ਵੀ ਆਵਾਜ਼ ਦੇ ਲਈਏ ਉਹ ਸਾਡੇ ਨਾਲ ਹੁੰਦੇ ਨੇ ਹਮੇਸ਼ਾ। ਤੇ ਇਹਨਾਂ ਦਾ ਜ਼ਿਆਦਾ ਜਿਹੜਾ ਕੰਮ ਹੈ ਉਹ ਡਰਾਮਾ ਤੇ ਥੀਏਟਰ ਨਾਲ ਹੈ। ਇਹਨਾਂ ਦੀਆਂ 18 ਕਿਤਾਬਾਂ ਪਲੇਜ਼ ਦੇ ਉੱਤੇ ਪਬਲਿਸ਼ ਹੋ ਚੁੱਕੀਆਂ ਨੇ, 23 ਰਿਸਰਚ ਪਬਲਿਸ਼ ਹੋ ਚੁੱਕੇ ਨੇ, ਬਹੁਤ ਸਾਰੇ ਪਲੇਜ਼ ਇਹਨਾਂ ਨੇ ਲਿਖੇ ਨੇ, ਨਿਰਦੇਸ਼ਨ ਕੀਤੇ ਨੇ, ਕੋਰੀਓਗ੍ਰਾਫੀ ਕੀਤੀ ਹੈ ਤੇ ਬਹੁਤ ਸਾਰੀਆਂ ਸਟੇਜ ਪ੍ਰੋਡਕਸ਼ਨਸ ਵੀ ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਇਹਨਾਂ ਦੀਆਂ ਹੋ ਚੁੱਕੀਆਂ ਨੇ। ਮੇਰੇ ਖਿਆਲ ਅੱਜ ਇਹਨਾਂ ਨੇ ਥੋੜਾ ਜਿਹਾ ਇਹਨਾਂ ਦਾ ਕੋਈ ਦੂਸਰਾ ਪ੍ਰੋਗਰਾਮ ਵੀ ਹੈ ਤੇ ਇਹਨਾਂ ਨੇ ਜਲਦੀ ਵੀ ਜਾਣਾ ਤੇ ਅਸੀਂ ਇਹਨਾਂ ਨੂੰ ਬਹੁਤ ਜਲਦੀ ਟਾਈਮ ਦੇਵਾਂਗੇ। ਰਮਿੰਦਰ ਜੀ, ਹਰਮੀਤ ਵਿਦਿਆਰਥੀ ਜੀ ਆਏ ਨੇ? ਨਹੀਂ, ਅਜੇ ਤਾਂ ਨਹੀਂ ਮੈਨੂੰ ਨਜ਼ਰ ਆ ਰਿਹਾ। ਫਿਰ ਤੁਸੀਂ ਬਾਅਦ ਚ ਉਹਨਾਂ ਨੂੰ ਕਰ ਦਿਓ। ਤੇ ਆਸ਼ਾ ਜੀ ਆਂਦੇ ਠੀਕ ਹੈ ਤੇ ਮੈਂ ਤੁਹਾਨੂੰ ਭੇਜ ਦਾਂ।
ਜੀ ਡਾਕਟਰ ਜਗਮੋਹਨ ਸੰਘਾ ਜੀ ਅੱਜ ਦੀ ਜਿਹੜੀ Welcome. ਸ਼ੁਰੂਆਤ ਜਿਹੜੀ ਹੈ ਉਹ ਵੈਲਕਮ ਕਰਕੇ ਉਸ ਤੋਂ ਬਾਅਦ ਅਸੀਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੂੰ ਸੁਣਾਂਗੇ ਕਿਉਂਕਿ ਉਹਨਾਂ ਦੀ ਦੂਸਰੀ ਵੀ ਕੋਈ ਮੀਟਿੰਗ ਹੈ, ਉਹਨਾਂ ਨੇ ਉੱਥੇ ਜਾਣਾ ਹੈ। ਤੇ ਮੈਂ ਹੁਣ ਇੱਕ ਵਾਰੀ 1 ਮਿੰਟ ਵਾਸਤੇ ਬਸ ਰਮਿੰਦਰ ਵਾਲੀਆ ਜੀ ਸਾਰਿਆਂ ਨੂੰ ਵੈਲਕਮ ਕਰਨਗੇ, ਉਸ ਤੋਂ ਬਾਅਦ ਡਾਕਟਰ ਜਗਮੋਹਨ ਸੰਘਾ ਜੀ ਸਾਰਿਆਂ ਨੂੰ ਵੈਲਕਮ ਕਰਨਗੇ ਜੀ। ਨਹੀਂ ਜੀ, ਜੀ। ਸਾਡੇ ਸੰਘਾ ਸਾਹਿਬ ਕਰਨਗੇ। ਰਿੰਟੂ ਜੀ ਜੀ ਡਾਕਟਰ ਤੁਸੀਂ ਕਰ ਜੀ ਦਿੱਤਾ, ਮੇਰੀ ਲੋੜ ਨਹੀਂ ਹੁੰਦੀ। ਵੈਸੇ ਮੈਂ ਸਭ ਨੂੰ, ਸਾਡੇ ਜਿੰਨੇ ਹੈਗੇ ਨੇ ਸੈਕਟਰੀ ਜਨਰਲ ਸੈਕਟਰੀ, ਸਾਡੇ ਪ੍ਰਧਾਨ, ਸਰਪ੍ਰਸਤ, ਸਾਡੇ ਸਤਿਕਾਰਯੋਗ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਾਡੇ ਸਾਰੇ ਪਾਰਟਿਸਪੈਂਟ, ਬਾਕੀ ਹੋਰ ਜਿੰਨੇ ਸਾਡੇ ਨਾਲ ਮੈਂਬਰ ਸਾਹਿਬਾਨ ਜੁੜੇ ਹੋਏ ਨੇ, ਮੈਂ ਸਭ ਨੂੰ ਜੀ ਆਇਆਂ ਕਰਨੀ ਆ ਤੇ ਸੰਘਾ ਸਾਹਿਬ ਨੂੰ ਕਹਾਂਗੀ ਉਹ ਸਭ ਮੈਂਬਰ ਵੈਲਕਮ ਕਰਨ। ਸੰਘਾ ਸਾਹਿਬ ਇਹ ਆਪਣੇ thank you ਜੀ। ਹੁਣੇ ਸੁਣਾਉਣਗੇ ਜਾਂ ਬਾਅਦ ਚ ਪੁੱਛ ਲੈਣਾ ਰਿੰਟੂ, ਹੈ ਵੈਸੇ ਤਾਂ ਰਿੰਟੂ ਜੀ ਔਰ ਤੁਸੀਂ ਮੈਂ ਵੈਲਕਮ ਕਰ ਚੁੱਕੇ ਹੋ, ਪਰ ਮੈਂ ਇੱਕ ਫਾਰਮਲ ਤੌਰ ਤੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਇਸ ਖਾਸ ਪ੍ਰੋਗਰਾਮ ਜਿਹੜਾ ਕਿ ਪਿਤਾ ਨੂੰ ਸਮਰਪਿਤ ਹੈ, ਮੈਂ ਸਾਰੇ ਕਵੀ ਜਨਾਂ ਦਾ ਬਹੁਤ ਬਹੁਤ ਖੈਰ ਮਕਦਮ ਕਰਦਾ। ਮੇਰਾ ਖਿਆਲ ਹੈ ਪ੍ਰੋਗਰਾਮ ਤਕਰੀਬਨ ਰਮਿੰਦਰ ਵਾਲੀਆ ਜੀ ਸਾਲ ਤੋਂ ਉੱਪਰੋਂ ਚਲਾ ਰਹੇ ਨੇ, ਔਰ ਮੈਂ ਦੇਖਦਾ ਹਾਂ ਕਿ ਬੜੇ ਬਕਾਇਦਾ, ਬੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਬੜੇ ਡਿਸਿਪਲਿਨ ਤਰੀਕੇ ਨਾਲ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਹੜਾ ਕਿ ਮੇਰਾ ਖਿਆਲ ਰਮਿੰਦਰ ਵਾਲੀਆ ਜੀ, ਰਿੰਟੂ ਜੀ ਔਰ ਬਾਕੀ ਪੰਜਾਬ ਸਾਹਿਤ ਅਕੈਡਮੀ ਦੇ ਜਿੰਨੇ ਵੀ ਹਨ, ਉਹਨਾਂ ਸਭ ਨੂੰ ਉਹ ਸਾਰੇ ਵਧਾਈ ਦੇ ਪਾਤਰ ਨੇ। ਬਸ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਇੰਨਾ ਹੀ ਕਹਾਂਗਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਪਿਤਾ ਨੂੰ ਸਮਰਪਿਤ ਕਰ ਰਹੇ ਹਾਂ, ਔਰ ਜਿਨ੍ਹਾਂ ਦੇ ਪਿਤਾ ਜ਼ਿੰਦਾ ਨੇ, ਰੱਬ ਕਰੇ ਕਿ ਉਹ ਬਹੁਤ ਸਾਲਾਂ ਤੱਕ ਇੰਝ ਹੀ ਸਿਹਤਮੰਦ ਰਹਿਣ ਔਰ ਇੰਝ ਹੀ ਆਸ਼ੀਰਵਾਦ ਦਿੰਦੇ ਰਹਿਣ, ਔਰ ਜਿਹੜੇ ਆਪਣੇ ਪਿਤਾ ਨੂੰ ਖੋ ਚੁੱਕੇ ਨੇ, ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੋਣ ਆਪਣੇ ਸਕੂਨ ਨਾਲ ਰਹਿਣ ਔਰ ਉਹਨਾਂ ਦੀ ਰੂਹ ਨੂੰ ਸਕੂਨ ਮਿਲੇ ਤੇ ਇੰਝ ਹੀ ਉਹ ਦੂਰ ਬੈਠੇ ਵੀ ਆਸ਼ੀਰਵਾਦ ਦਿੰਦੇ ਰਹਿਣ। ਸ਼ੁਕਰੀਆ, ਥੈਂਕ ਯੂ ਜੀ। ਡਾਕਟਰ ਜਗਮੋਹਨ ਸੰਘਾ, ਅਗਰ ਤੁਸੀਂ ਪੋਇਟਰੀ ਥੋੜੀ ਦੇਰ ਬਾਅਦ ਸੁਣਾਉਣਾ ਚਾਹੋਗੇ ਕਿ ਜੀ ਮੈਂ ਬਿਲਕੁਲ ਜਦੋਂ ਵੀ ਬਾਅਦ ਦੇ ਵਿੱਚ ਮੈਂ ਸਭ ਦੀ ਸੁਣਨਾ ਚਾਹਾਂਗਾ। ਥੈਂਕ ਯੂ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਤੇ ਡਾਕਟਰ ਹੁਣ ਦੀਪ ਜੀ ਨੂੰ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੂੰ ਰਿਕੁਐਸਟ ਕਰਾਂਗੇ ਜੀ, ਉਹ ਅੱਜ ਦੀ ਹਾਜ਼ਰੀ ਕਾਵ ਮਿਲਣੀ ਦੇ ਵਿੱਚ ਪਹਿਲੀ ਹਾਜ਼ਰੀ ਲਗਵਾਉਣ ਜੀ। ਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਣ ਸਤਿ ਸ਼੍ਰੀ ਸੰਘਾ ਅਕਾਲ ਜੀ, ਜੀ, ਪਰਮੀਤ ਵਿਦਿਆਰਥੀ ਜੀ, ਰਮਿੰਦਰ ਵਾਲੀਆ ਮੈਡਮ, ਰਿੰਟੂ ਭਾਟੀਆ ਮੈਡਮ, ਸਰਬਜੀਤ ਕੌਰ ਸੋਲ ਸ਼ਾਇਦ ਅਜੇ ਜੁਆਇਨ ਨਹੀਂ ਕੀਤਾ ਉਹਨਾਂ ਨੇ। ਸੋ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਉਦਮ ਵੱਲੋਂ ਜੋ ਅੱਜ ਆਪਾਂ ਇਸ ਮਹਿਫਲ ਦੇ ਵਿੱਚ ਇਕੱਠੇ ਹੋਏ ਹਾਂ, ਇਹਦਾ ਥੀਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਤਾ ਦਿਵਸ ਦੇ ਪ੍ਰਸੰਗ ਦੇ ਵਿੱਚ ਆਪਾਂ ਅੱਜ ਕਵਿਤਾਵਾਂ ਸੁਣਾਂਗੇ, ਪੜਾਂਗੇ, ਗੱਲਬਾਤ ਕਰਾਂਗੇ। ਭਾਵੇਂ 19 ਤਾਰੀਖ ਨੂੰ ਹੁੰਦਾ ਪਿਤਾ ਦਿਵਸ, ਪਰ ਆਪਾਂ ਇੱਕ ਹਫ਼ਤਾ ਪਹਿਲਾਂ ਪਿਤਾ ਦਿਵਸ ਨੂੰ ਸਮਰਪਿਤ ਕਰ ਰਹੇ ਹਾਂ ਇਹ ਪ੍ਰੋਗਰਾਮ। ਜਿਵੇਂ ਰਿੰਟੂ ਮੈਡਮ ਨੇ ਕਿਹਾ ਕਿ ਪਿਤਾ ਦਿਵਸ, ਮਾਂ ਦਿਵਸ ਤੇ ਮਾਪੇ ਦਿਵਸ ਇਹ ਲਗਭਗ ਇੱਕੋ ਜਿਹੇ ਹੀ ਨੇ, ਕਿਉਂਕਿ ਬੰਦੇ ਦੀ ਪਰਵਰਿਸ਼ ਦੇ ਵਿੱਚ ਪਿਤਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਪਰ ਜਦੋਂ ਦੋਨੇ ਜੁੜ ਜਾਂਦੇ ਨੇ ਤਾਂ ਮਾਪੇ ਬਣ ਜਾਂਦੇ ਨੇ ਤੇ ਮਾਪਿਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਸੋ ਇਸ ਕਰਕੇ ਸਾਡੇ ਲਈ ਪਿਤਾ ਦਿਵਸ, ਮਾਂ ਦਿਵਸ ਤੇ ਮਾਪੇ ਦਿਵਸ ਇੱਕੋ ਜਿਹੀ ਮਹੱਤਤਾ ਰੱਖਦੇ ਨੇ। ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਪਿਤਾ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਚੁਣੌਤੀਆਂ ਭਰਪੂਰ ਰਿਸ਼ਤਾ ਹੁੰਦਾ ਪਿਤਾ ਦਾ। ਭਾਵੇਂ ਅਸੀਂ ਕਵਿਤਾਵਾਂ ਦੇ ਵਿੱਚ, ਸ਼ੇਰਾਂ ਦੇ ਵਿੱਚ ਬਹੁਤ ਕੁਝ ਇਸ ਰਿਸ਼ਤੇ ਨੂੰ ਵਡਿਆਉਂਦੇ ਆ। ਮੈਂ ਵੀ ਜਿਹੜੀ ਕਵਿਤਾ ਲਿਖੀ ਉਹ ਪਿਤਾ ਦੇ ਰਿਸ਼ਤੇ ਨੂੰ ਵਡਿਆਉਣ ਦੇ ਐਂਗਲ ਤੋਂ ਲਿਖੀ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ। ਕਿਸੇ ਹਿੰਦੀ ਦੇ ਇੱਕ ਹੋਰ ਸ਼ਾਇਰ ਦੀਆਂ ਮੈਂ ਕੁਝ ਗੱਲਾਂ ਪੜ੍ਹ ਰਿਹਾ ਸੀ कि पिता रोटी है, कपड़ा है, मकान है, पिता छोटे से परिंदे का बड़ा सा आसमान है, पिता से ही बच्चों के ढेर सारे सपने हैं, पिता है तो बाजार के सब खिलौने अपने हैं। क्या बात, वाह वाह जी, शुक्रिया जी। पर मतलब मैं जी गल करनी चाहना वो ये है कि अज के दौर दे विच पिता बनना अपने आप दे विच बहुत चुनौती भरपूर काम है, क्योंकि पिता का काम कला औलाद नूं जन्म देना नहीं हुंदा हैगा। जन्म देण तो बाद उहदी परवरिश करनी हुंदी है, उहनूं जिंदगी जिउण दे योग बनाउणा हुंदा है।
ਤੇ ਮੈਂ ਬਤੌਰ ਅਧਿਆਪਕ ਇਹ ਫੀਲ ਕਰਦਾ ਕਿ ਕਿਉਂਕਿ ਲਗਭਗ 27 ਸਾਲਾਂ ਦੀ ਜੌਬ ਦੇ ਵਿੱਚ ਮੇਰਾ ਬਹੁਤ ਸਾਰੇ ਮਾਪਿਆਂ ਨਾਲ, ਬਹੁਤ ਸਾਰੇ ਪਿਓਾਂ ਨਾਲ ਵਾਹ ਪਿਆ ਹੈ। ਸਾਡੇ ਬਹੁਤ ਸਾਰੇ ਪਿਤਾ ਜਾਂ ਬਹੁਤ ਸਾਰੇ ਮਾਪੇ ਉਸ ਰੂਪ ਦੇ ਵਿੱਚ ਮਾਪੇ ਬਣਨ ਦੇ ਕਾਬਿਲ ਨਹੀਂ ਹੁੰਦੇ ਜਿਸ ਰੂਪ ਦੇ ਵਿੱਚ ਮੈਂ ਉਹਨਾਂ ਤੋਂ ਉਮੀਦ ਕਰਦਾ, ਮੈਂ ਉਹਨਾਂ ਤੋਂ ਆਸ ਕਰਦਾ। ਕਿਉਂਕਿ ਸਭ ਤੋਂ ਪਹਿਲਾਂ ਇਸ ਜ਼ਿੰਦਗੀ ਨੂੰ ਸਮਝਣਾ ਤੇ ਅੱਜ ਦੇ ਦੌਰ ਦੀਆਂ ਚੁਣੌਤੀਆਂ ਨੂੰ ਸਮਝਣਾ ਉਹ ਬਹੁਤ ਵੱਡਾ ਕੰਮ ਹੈ। ਹੁਣੇ ਮਹਿਸੂਸ ਕਰਕੇ ਹਟਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਹਾਦਸਾ ਵਾਪਰਿਆ, ਉਹਦੇ ਵਿੱਚ ਜੋ ਪਿਤਾ ਤੇ ਮਾਂ ਦਾ ਦਰਦ ਹੈ ਉਹ ਅਸੀਂ ਮਹਿਸੂਸ ਕੀਤਾ। ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਕਿੱਥੇ ਕਮੀਆਂ ਰਹਿ ਜਾਂਦੀਆਂ ਨੇ, ਜਿੱਥੇ ਜਾ ਕੇ ਸਾਡੇ ਬੱਚੇ ਰਸਤਿਆਂ ਤੋਂ ਭਟਕ ਜਾਂਦੇ ਨੇ। ਮੈਂ ਇੱਕ ਨੋਵਲ ਪੜ੍ਹ ਰਿਹਾ ਸੀ, ਨੋਵਲ ਨਹੀਂ ਵੈਸੇ ਤਾਂ ਉਹ ਆਟੋਬਾਇਓਗ੍ਰਾਫੀ ਹੈ, ਇੱਕ ਉਸ ਬੱਚੇ ਦੀ ਮਾਂ ਦੀ ਆਟੋਬਾਇਓਗ੍ਰਾਫੀ ਹੈ ਜਿਹਨੇ ਅੱਜ ਤੋਂ ਲਗਭਗ ਮੇਰੇ ਖਿਆਲ 2008 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਬੱਚਿਆਂ ਤੇ ਗੋਲੀਆਂ ਚਲਾਈਆਂ, ਜਿਹਦੇ ਵਿੱਚ 8 ਬੱਚੇ ਮਾਰੇ ਗਏ ਸੀ ਤੇ 2 ਅਧਿਆਪਕ ਮਾਰੇ ਗਏ ਸੀ। ਜਦੋਂ ਉਹ ਬੱਚੇ ਦੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਮਾਂ ਸ਼ੌਕਡ ਹੋ ਜਾਂਦੀ ਹੈ। ਉਹਨੂੰ ਮਤਲਬ ਇਹ ਯਕੀਨ ਨਹੀਂ ਆਉਂਦਾ ਹੈਗਾ ਕਿ ਮੇਰੇ ਬੱਚੇ ਨੇ ਐਡਾ ਵੱਡਾ ਹਾਦਸਾ ਕਰਤਾ। ਉਸ ਤੋਂ ਬਾਅਦ ਉਹਦੇ ਅੰਦਰ ਨਾ ਇੱਕ ਗਿਲਾਨੀ ਦਾ ਅਹਿਸਾਸ ਹੁੰਦਾ ਹੈ, ਆਪਣੇ ਆਪ ਤੋਂ ਨਫ਼ਰਤ ਹੋ ਜਾਂਦੀ ਹੈ ਉਸਨੂੰ। ਉਹਨੂੰ ਲੱਗਦਾ ਹੈ ਕਿ ਮੈਂ ਸੁਸਾਈਡ ਕਰ ਲਾਂ ਕਿ ਮੇਰੇ ਬੱਚੇ ਨੇ ਮਤਲਬ ਐਡਾ ਵੱਡਾ ਕੰਮ ਕਰਤਾ। ਪਰ ਉਸ ਤੋਂ ਬਾਅਦ ਉਹ ਫੈਸਲਾ ਆਪਣਾ ਬਦਲਦੀ ਹੈ ਤੇ ਉਹ ਇੰਟਰੋਸਪੈਕਸ਼ਨ ਕਰਦੀ ਹੈ, ਆਪਣੇ ਆਪ ਦੀ ਪੜਚੋਲ ਕਰਦੀ ਹੈ ਕਿ ਮੇਰੀ ਪਰਵਰਿਸ਼ ਦੇ ਵਿੱਚ ਕਿੱਥੇ ਕਮੀਆਂ ਰਹਿ ਗਈਆਂ ਕਿ ਮੇਰਾ ਬੱਚਾ ਇੱਕ ਦਰਿੰਦਾ ਬਣ ਗਿਆ। ਤਾਂ ਉਹਨੇ ਇੱਕ ਮਤਲਬ ਆਟੋਬਾਇਓਗ੍ਰਾਫੀ ਲਿਖੀ, ਆ ਮਦਰਸ ਰੈਕਨਿੰਗ ਉਹਦਾ ਨਾਂ ਹੈ। ਜੇ ਕਦੇ ਮੌਕਾ ਮਿਲਿਆ ਉਸਨੂੰ ਪੜ੍ਹਿਓ। ਉਹਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਕਰਦੀ ਹੈ ਜਿਹੜੀਆਂ ਸਾਨੂੰ ਮਾਪਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਕਿ ਸਾਡੇ ਕੋਲੋਂ ਇੱਕ ਮਾਪੇ ਦੇ ਤੌਰ ਤੇ, ਇੱਕ ਮਾਂ ਦੇ ਤੌਰ ਤੇ, ਇੱਕ ਪਿਓ ਦੇ ਤੌਰ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਰਹਿ ਜਾਂਦੀਆਂ ਨੇ ਜਿਹੜੀਆਂ ਅਸੀਂ ਆਪਣੇ ਬੱਚਿਆਂ ਨੂੰ ਸਮਝ ਨਹੀਂ ਪਾਉਂਦੇ ਹੈਗੇ ਜਾਂ ਆਪਣੇ ਬੱਚਿਆਂ ਨੂੰ ਦੇ ਨਹੀਂ ਪਾਉਂਦੇ ਹੈਗੇ। ਕਈ ਵਾਰੀ ਅਸੀਂ ਆਪਣੇ ਸੁਪਨੇ ਬੱਚਿਆਂ ਤੇ ਥੋਪਦੇ ਆ ਤੇ ਕਈ ਵਾਰੀ ਸਾਨੂੰ ਬੱਚਿਆਂ ਦੇ ਸੁਪਨੇ ਸਮਝ ਹੀ ਨਹੀਂ ਆਉਂਦੇ ਹੈਗੇ। ਜੇ ਸਾਡੇ ਅੱਜ ਦੇ ਦੌਰ ਦੇ ਬੱਚੇ ਗੈਂਗਸਟਰ ਬਣਦੇ ਨੇ, ਅੱਜ ਦੇ ਦੌਰ ਦੇ ਬੱਚੇ ਸਕੂਲਾਂ ਦੇ ਵਿੱਚ ਜਾ ਕੇ ਗੋਲੀਆਂ ਮਾਰਦੇ ਨੇ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਮਾਪਿਆਂ ਵੱਲੋਂ ਉਹਨਾਂ ਦੀ ਪਰਵਰਿਸ਼ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ। ਤੇ ਮੈਨੂੰ ਲੱਗਦਾ ਪਿਤਾ ਦਿਵਸ ਦੇ ਪ੍ਰਸੰਗ ਦੇ ਵਿੱਚ ਇਹ ਸਭ ਤੋਂ ਢੁਕਵਾਂ ਮੌਕਾ ਹੈ ਕਿ ਅਸੀਂ ਆਪਣੇ ਆਪ ਦਾ ਐਨਾਲਿਸਿਸ ਕਰੀਏ। ਅਸੀਂ ਕੋਸ਼ਿਸ਼ ਕਰੀਏ ਕਿ ਸਾਡੀ ਸੁਸਾਇਟੀ ਦੇ ਵਿੱਚ ਇਹੋ ਜਿਹਾ ਕੁਛ ਨਾ ਕੁਛ ਹੋਵੇ, ਕੁਝ ਇਹੋ ਜਿਹੇ ਰਿਫਰੈਸ਼ਰ ਹੋਣ ਜਿਹਦੇ ਵਿੱਚ ਅਸੀਂ ਵਧੀਆ ਪਿਓ ਬਣਨ ਦੀ ਟ੍ਰੇਨਿੰਗ ਲਈਏ, ਵਧੀਆ ਮਾਂ ਬਣਨ ਦੀ ਟ੍ਰੇਨਿੰਗ ਲਈਏ, ਵਧੀਆ ਮਾਪੇ ਬਣਨ ਦੀ ਟ੍ਰੇਨਿੰਗ ਲਈਏ, ਵਧੀਆ ਪਤੀ ਬਣਨ ਦੀ ਟ੍ਰੇਨਿੰਗ ਲਈਏ, ਵਧੀਆ ਪਤਨੀ ਬਣਨ ਦੀ ਟ੍ਰੇਨਿੰਗ ਲਈਏ। ਮੈਨੂੰ ਲੱਗਦਾ ਕਿ ਜੇ ਸਾਨੂੰ ਰਿਸ਼ਤੇ ਨਿਭਾਉਣੇ ਆ ਜਾਣ ਤਾਂ ਸਾਡੇ ਬਹੁਤ ਸਾਰੇ ਮਸਲੇ ਤੇ ਬਹੁਤ ਸਾਰੇ ਸੰਕਟ ਤੇ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਹ ਇੱਕ ਬਹੁਤ ਵੱਡੀ ਚੁਣੌਤੀ ਹੈ ਤੇ ਪਿਓ ਦਿਵਸ ਦੇ ਪ੍ਰਸੰਗ ਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਰਿਸ਼ਤਿਆਂ ਨੂੰ ਰੀਡਿਫਾਈਨ ਕਰਨਾ ਚਾਹੀਦਾ ਹੈ। ਫਿਊਡਲ ਦੌਰ ਦੇ ਵਿੱਚੋਂ ਜਦੋਂ ਰਿਸ਼ਤੇ ਕੈਪੀਟਲ ਦੌਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਬਹੁਤ ਕੁਝ ਬਦਲ ਜਾਂਦਾ ਹੈ। ਸਾਡੇ ਬਹੁਤ ਸਾਰੇ ਸੁਪਨੇ, ਸਾਡਾ ਜਿਹੜਾ ਮਨੋਵਿਗਿਆਨ ਹੈ, ਸਾਡਾ ਜਿਹੜਾ ਮਨ ਹੈ, ਉਹ ਅਜੇ ਤੱਕ ਫਿਊਡਲ ਸੰਸਕਾਰਾਂ ਦੇ ਵਿੱਚ ਫਸਿਆ ਹੋਇਆ ਹੈ। ਅਸੀਂ ਭੌਤਿਕ ਤੌਰ ਤੇ ਤਾਂ ਚੀਜ਼ਾਂ ਨੂੰ ਵਰਤਣਾ ਸਿੱਖ ਗਏ ਪਰ ਮਨ ਦੇ ਤੌਰ ਤੇ ਅਸੀਂ ਅਜੇ ਤੱਕ ਫਿਊਡਲ ਹਾਂ। ਪਰ ਜਦੋਂ ਲਾਈਫ ਸਟਾਈਲ ਚੇਂਜ ਹੁੰਦਾ ਹੈ ਤਾਂ ਉਦੋਂ ਬਹੁਤ ਸਾਰੇ ਸਮੀਕਰਨ ਚੇਂਜ ਹੋ ਜਾਂਦੇ ਨੇ, ਉਦੋਂ ਦੁਨੀਆ ਦੇ ਜਿਉਣ ਦਾ ਤਰੀਕਾ ਚੇਂਜ ਹੋ ਜਾਂਦਾ ਹੈ। ਪਰ ਅਸੀਂ ਅਜੇ ਤੱਕ ਆਪਣੇ ਆਪ ਨੂੰ ਬਦਲ ਨਹੀਂ ਪਾ ਰਹੇ ਹੈਗੇ। ਇਹ ਪਿਓ ਸਾਹਮਣੇ ਵੀ ਬਹੁਤ ਵੱਡੀ ਚੁਣੌਤੀ ਹੈ ਤੇ ਮਾਂ ਸਾਹਮਣੇ ਵੀ ਬਹੁਤ ਵੱਡੀ ਚੁਣੌਤੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਆਪਾਂ ਨੂੰ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਇਹਨਾਂ ਰਿਸ਼ਤਿਆਂ ਦੇ ਪ੍ਰਸੰਗ ਦੇ ਵਿੱਚ ਵੀ। ਤੇ ਇਹ ਦਿਨ ਬੜੇ ਢੁਕਵੇਂ ਦਿਨ ਹੁੰਦੇ ਨੇ ਜਦੋਂ ਅਸੀਂ ਬਤੌਰ ਪਿਓ ਸੋਚਦੇ ਹਾਂ, ਜਦੋਂ ਅਸੀਂ ਬਤੌਰ ਮਾਂ ਸੋਚਦੇ ਹਾਂ ਕਿ ਮੇਰੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਮੇਰੇ ਵੱਲੋਂ ਤਾਂ ਨਹੀਂ ਕੋਈ ਕਮੀ ਰਹਿ ਗਈ ਹੈਗੀ, ਕਿ ਮੈਨੂੰ ਪਿਓ ਬਣਨਾ ਆਇਆ ਕਿ ਨਹੀਂ ਆਇਆ ਹੈਗਾ, ਮੈਨੂੰ ਮਾਂ ਬਣਨਾ ਆਇਆ ਕਿ ਨਹੀਂ ਆਇਆ, ਮੈਨੂੰ ਪਤੀ ਬਣਨਾ ਆਇਆ ਕਿ ਨਹੀਂ ਆਇਆ, ਮੈਨੂੰ ਪਤਨੀ ਬਣਨਾ ਆਇਆ ਕਿ ਨਹੀਂ ਆਇਆ। ਇਹ ਬੜਾ ਕੰਪਲੈਕਸਡ ਅੱਜ ਕੱਲ੍ਹ ਦਾ ਸਿਸਟਮ ਹੈ ਇਸ ਮਾਮਲੇ 'ਚ ਤੇ ਇਸ ਨੂੰ ਸਮਝਣਾ, ਇਹਦੇ ਵਿੱਚੋਂ ਨਵੇਂ ਦੌਰ ਦੀ ਸਾਈਕੀ ਦੇ ਮੁਤਾਬਕ, ਨਵੇਂ ਦੌਰ ਦੀ ਲਾਈਫ ਸਟਾਈਲ ਦੇ ਮੁਤਾਬਕ ਰਾਹ ਲੱਭਣੇ, ਇਹ ਬਹੁਤ ਵੱਡੀ ਚੁਣੌਤੀ ਹੈ। ਤੇ ਮੈਂ ਉਮੀਦ ਕਰਦਾ ਕਿ ਅਸੀਂ ਪਿਤਾ ਦਿਵਸ ਦੇ ਬਹਾਨੇ, ਫਾਦਰ ਡੇ ਦੇ ਬਹਾਨੇ ਘੱਟੋ ਘੱਟ ਫਾਦਰ ਦੇ ਰਿਸ਼ਤੇ ਨੂੰ ਰੀਥਿੰਕ ਕਰਾਂਗੇ, ਦੁਬਾਰਾ ਸੋਚਾਂਗੇ। ਅਦਰਵਾਈਜ਼ ਪਿਤਾ ਦਾ ਰਿਸ਼ਤਾ ਜਿਹੜਾ ਬਹੁਤ ਮਾਣ ਕਰਨ ਵਾਲਾ ਰਿਸ਼ਤਾ ਹੈ,
ਸਾਡੀ ਲੋਕਧਾਰਾ ਕਹਿੰਦੀ ਹੈ ਕਿ ਬਾਪੂ ਬਾਪੂ ਕਹਿੰਦੇ ਸੀ ਤਾਂ ਬੜੇ ਸੁਖਾਲੇ ਰਹਿੰਦੇ ਸੀ, ਜਦ ਬਾਪੂ ਖਵਾਇਆ ਸਾਨੂੰ ਸੁੱਖ ਦਾ ਸਾਹ ਨਾ ਆਇਆ। ਬਾਪੂ ਹੋਣਾ ਆਪਣੇ ਆਪ ਦੇ ਵਿੱਚ ਹੀ ਤੁਹਾਡੀ ਬਹੁਤ ਵੱਡੀ ਸਿਕਿਉਰਿਟੀ ਹੈ। ਬਾਪੂ ਤੁਹਾਡੇ ਸਿਰ ਦੇ ਉੱਤੇ ਜੋ ਆਸਮਾਨ ਹੈ ਉਹਨੂੰ ਯਕੀਨੀ ਬਣਾਉਂਦਾ ਹੈ। ਬਾਪੂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਸੋ ਮੇਰੀ ਜਿਹੜੀ ਕਵਿਤਾ, ਮੈਂ ਬਹੁਤ ਲੰਬਾ ਨਹੀਂ ਗੱਲ ਕਰਦਾ, ਮੈਂ ਹੁਣ ਆਪਣੀ ਕਵਿਤਾ ਬਾਪੂ ਦੇ ਇਸ ਰਿਸ਼ਤੇ ਬਾਰੇ, ਮਾਂ ਤੇ ਪਿਤਾ ਦੇ ਰਿਸ਼ਤੇ ਬਾਰੇ ਮੇਰੀ ਕਵਿਤਾ ਕੀ ਕਹਿੰਦੀ ਹੈ, ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰਦਾ ਜੀ। ਮੇਰੀ ਕਵਿਤਾ ਦਾ ਨਾਮ ਹੈ ਬਾਪ ਜੀ। ਮੰਨਿਆ ਮਾਂ ਬਹੁਤ ਮਹਾਨ ਹੁੰਦੀ ਹੈ, ਪਰ ਬਾਪ ਕਿਉਂ ਸਿਰਫ ਵਿਚਾਰਾ ਹੁੰਦਾ ਹੈ। ਕਬੀਲਦਾਰੀ ਦੇ ਬੋਝ ਥੱਲੇ ਦਬਿਆ ਧਰਤੀ ਹੇਠਲਾ ਬਲਦ। ਮੰਨਿਆ ਮਾਂ ਬਹੁਤ ਮਹਾਨ ਹੁੰਦੀ ਹੈ, ਪਰ ਬਾਪ ਕਿਉਂ ਸਿਰਫ ਵਿਚਾਰਾ ਹੁੰਦਾ ਹੈ। ਕਬੀਲਦਾਰੀ ਦੇ ਬੋਝ ਥੱਲੇ ਦਬਿਆ ਧਰਤੀ ਹੇਠਲਾ ਬਲਦ, ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰੇ, ਨਿਰੋਲ ਸੰਵੇਦਨਹੀਨ, ਜੋ ਨਾ ਕਿਸੇ ਸ਼ਾਇਰ ਨੂੰ ਚੰਗਾ ਲੱਗਦਾ ਹੈ, ਨਾ ਫਨਕਾਰ ਨੂੰ, ਨਾ ਚਿੱਤਰਕਾਰ ਨੂੰ, ਤੇ ਨਾ ਕਿਸੇ ਫਿਲਾਸਫਰ ਨੂੰ। ਵਾਹ ਬਈ ਵਾਹ, ਵਾਹ, ਬਹੁਤ ਸ਼ੁਕਰੀਆ ਸਰ। ਜੋ ਨਾ ਕਿਸੇ ਸ਼ਾਇਰ ਨੂੰ ਚੰਗਾ ਲੱਗਦਾ ਹੈ, ਨਾ ਫਨਕਾਰ ਨੂੰ, ਨਾ ਚਿੱਤਰਕਾਰ ਨੂੰ, ਤੇ ਨਾ ਕਿਸੇ ਫਿਲਾਸਫਰ ਨੂੰ, ਇੱਥੋਂ ਤੱਕ ਕਿ ਕਿਸੇ ਬਾਪ ਨੂੰ ਵੀ ਨਹੀਂ। ਕੀ ਬਾਤ। ਕਿਸੇ ਬਾਪ ਨੇ ਅੱਜ ਤੱਕ ਬਾਪ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਬਾਪ ਦਾ ਨਾਂ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਮੂਹਰੇ ਆਉਂਦਾ ਹੈ, ਕਵਿਤਾਵਾਂ ਵਿੱਚ ਤਾਂ ਮਾਂ ਹੀ ਮਾਂ ਹੁੰਦੀ ਹੈ। ਬਾਪ ਦਾ ਨਾਂ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਮੂਹਰੇ ਆਉਂਦਾ ਹੈ, ਕਵਿਤਾਵਾਂ ਵਿੱਚ ਤਾਂ ਮਾਂ ਹੀ ਮਾਂ ਹੁੰਦੀ ਹੈ। ਉਂਝ ਸਮਝ ਨਹੀਂ ਆਉਂਦੀ ਕਿ ਕਿਉਂ ਬਾਪ ਨਹੀਂ ਹਿੱਸਾ ਬਣ ਸਕਿਆ ਸਾਡੀ ਸੰਵੇਦਨਾ ਦਾ। ਇਹ ਵੀ ਤਾਂ ਜੰਮਦਾ ਹੈ ਧੀਆਂ ਪੁੱਤ, ਉਹਨਾਂ ਨੂੰ ਪਿਆਰ ਕਰਦਾ ਹੈ, ਉਹਨਾਂ ਬਾਰੇ ਸੋਚਦਾ ਹੈ, ਉਹਨਾਂ ਬਾਰੇ ਲੋਚਦਾ ਹੈ, ਅਤੇ ਚਾਹੁੰਦਾ ਹੈ ਆਪਣੀ ਮਾਂ ਨੂੰ ਵੀ ਤੇ ਆਪਣੇ ਬੱਚਿਆਂ ਦੀ ਮਾਂ ਨੂੰ ਵੀ, ਤੇ ਚਾਹੁੰਦਾ ਹੈ ਆਪਣੀ ਮਾਂ ਨੂੰ ਵੀ ਤੇ ਆਪਣੇ ਬੱਚਿਆਂ ਦੀ ਮਾਂ ਨੂੰ ਵੀ। ਉਹ ਵੀ ਕਰਦਾ ਹੈ ਸਿਰਜਣਾ ਦੀ, ਚਿੱਤਰਦਾ ਹੈ ਆਪਣੀਆਂ ਰਗਾਂ 'ਚ ਵਹਿੰਦੇ ਖੂਨ ਨਾਲ ਪਰਿਵਾਰ ਦਾ ਭਵਿੱਖ, ਬਲਦਾ ਹੈ ਸ਼ੋਲੇ ਵਾਂਗ, ਧੁਖਦਾ ਹੈ ਕੋਲੇ ਵਾਂਗ। ਵਾਹ 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 ਜੀ, ਬਲਦਾ ਹੈ ਸ਼ੋਲੇ ਵਾਂਗ, ਧੁਖਦਾ ਹੈ ਕੋਲੇ ਵਾਂਗ, ਹਰ ਕਿਤੇ ਮਾਂ ਦੇ ਨਾਲ ਵੀ ਤੇ ਮਾਂ ਤੋਂ ਬਗੈਰ ਵੀ। ਇਹ ਬਾਪ ਹੀ ਤਾਂ ਹੁੰਦਾ ਹੈ ਜੋ ਉਂਗਲੀ ਫੜ ਕੇ ਤੋਰਦਾ ਹੈ ਬੱਚਿਆਂ ਨੂੰ ਤੇ ਛੱਡ ਕੇ ਆਉਂਦਾ ਹੈ ਜ਼ਿੰਦਗੀ ਦੇ ਸਕੂਲ ਤੱਕ। ਇਹ ਬਾਪ ਹੀ ਤਾਂ ਹੈ ਜੋ ਉਂਗਲੀ ਫੜ ਕੇ ਤੋਰਦਾ ਹੈ ਬੱਚਿਆਂ ਨੂੰ ਤੇ ਛੱਡ ਕੇ ਆਉਂਦਾ ਹੈ ਜ਼ਿੰਦਗੀ ਦੇ ਸਕੂਲ ਤੱਕ, ਤੇ ਆਪ ਪਹੁੰਚ ਜਾਂਦਾ ਹੈ ਬਿਰਧ ਆਸ਼ਰਮ ਦੀਆਂ ਬਰੂਹਾਂ ਤੱਕ। ਬਾਪ ਅਕਸਰ ਬਹੁਤਾ ਸਮਾਂ ਬਾ ਮਕਾਨ ਹੁੰਦਾ ਹੋਇਆ ਵੀ ਬੇਮਕਾਨ ਰਹਿੰਦਾ ਹੈ। ਵਾਹ ਬਈ ਵਾਹ, ਬਹੁਤ ਅੱਛਾ ਡਾਕਟਰ ਜੀ, ਬਹੁਤ ਅੱਛਾ ਡਾਕਟਰ ਕੁਲਦੀਪ ਜੀ, ਬਹੁਤ ਸ਼ੁਕਰੀਆ ਜੀ। ਬਾਪ ਅਕਸਰ ਬਹੁਤਾ ਸਮਾਂ ਬਾ ਮਕਾਨ ਹੁੰਦਾ ਹੋਇਆ ਵੀ ਬੇਮਕਾਨ ਰਹਿੰਦਾ ਹੈ। ਬਹਾਰ ਹੁੰਦੇ ਹੋਏ ਵੀ ਬੇਆਹਾਰ ਰਹਿੰਦਾ ਹੈ, ਬਾ ਔਲਾਦ ਹੁੰਦਾ ਹੋਇਆ ਵੀ ਬੇ ਔਲਾਦ ਰਹਿੰਦਾ ਹੈ। ਤੇ ਘਰ ਵਿੱਚ ਰਹਿੰਦਾ ਵੀ ਪਰਦੇਸੀ ਹੁੰਦਾ ਹੈ, ਸਿਰਫ ਜੇਬ ਖਰਚ ਪੈਦਾ ਕਰਨ ਵਾਲੀ ਮਸ਼ੀਨ। ਘਰ ਵਿੱਚ ਰਹਿੰਦਾ ਵੀ ਪਰਦੇਸੀ ਹੁੰਦਾ ਹੈ, ਸਿਰਫ ਜੇਬ ਖਰਚ ਪੈਦਾ ਕਰਨ ਵਾਲੀ ਮਸ਼ੀਨ ਅਤੇ ਡਰਾਵਾ ਦੇਣ ਵਾਲਾ ਡਰਨਾ। ਇਹ ਬਾਪ ਹੀ ਹੁੰਦਾ ਹੈ ਜੋ ਪਹਾੜ ਵਾਂਗ ਸੀਨਾ ਤਾਣ ਕੇ ਮੂਹਰੇ ਹੁੰਦਾ ਹੈ ਹਰ ਮੁਸੀਬਤ ਵਿੱਚ, ਹਰ ਮੋਰਚੇ ਦਾ ਪਹਿਲਾ ਮਰਜੀਵੜਾ ਤੇ ਹਰ ਮੋਰਚੇ ਦਾ ਪਹਿਲਾ ਸ਼ਹੀਦ। ਇਹ ਬਾਪ ਹੀ ਤਾਂ ਹੁੰਦਾ ਹੈ ਜੋ ਪਹਾੜ ਵਾਂਗ ਸੀਨਾ ਤਾਣ ਕੇ ਮੂਹਰੇ ਹੁੰਦਾ ਹੈ ਹਰ ਮੁਸੀਬਤ ਵਿੱਚ, ਹਰ ਮੋਰਚੇ ਦਾ ਪਹਿਲਾ ਮਰਜੀਵੜਾ ਤੇ ਹਰ ਮੋਰਚੇ ਦਾ ਪਹਿਲਾ ਸ਼ਹੀਦ, ਜਿਸ ਦੇ ਹੁੰਦੇ ਸਾਰੇ ਬੇਫਿਕਰ ਹੁੰਦੇ ਨੇ ਤੇ ਘੋੜੇ ਵੇਚ ਕੇ ਸੌਂਦੇ ਨੇ। ਜਿਸ ਦੇ ਹੁੰਦੇ ਸਾਰੇ ਬੇਫਿਕਰ ਹੁੰਦੇ ਨੇ ਤੇ ਘੋੜੇ ਵੇਚ ਕੇ ਸੌਂਦੇ ਨੇ। ਬਾਪ ਹੀ ਢੋਂਦਾ ਹੈ ਸਾਰੇ ਚਿੰਤਾ ਤੇ ਝੋਰੇ, ਤੇ ਭਿਣਕ ਵੀ ਨਹੀਂ ਪੈਣ ਦਿੰਦਾ ਆਪਣੇ ਪਿਛਲਿਆਂ ਨੂੰ। ਬਾਪ ਹੀ ਢੋਂਦਾ ਹੈ ਸਾਰੇ ਚਿੰਤਾ ਤੇ ਝੋਰੇ, ਤੇ ਭਿਣਕ ਵੀ ਨਹੀਂ ਪੈਣ ਦਿੰਦਾ ਆਪਣੇ ਪਿਛਲਿਆਂ ਨੂੰ। ਕਿੰਨਾ ਕੁਝ ਪਲਦਾ, ਧੁਖਦਾ, ਤੜਫਦਾ, ਭਟਕਦਾ ਰਹਿੰਦਾ ਹੈ ਬਾਪ ਦੇ ਅੰਦਰ, ਜੋ ਹੋਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਕਿੰਨਾ ਕੁਝ ਪਲਦਾ, ਧੁਖਦਾ, ਤੜਫਦਾ, ਭਟਕਦਾ ਰਹਿੰਦਾ ਹੈ ਬਾਪ ਦੇ ਅੰਦਰ, ਜੋ ਹੋਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਮਾਂ ਦੇ ਮਾਤਰਤਵ ਜਿੰਨਾ ਹੀ ਮਹਾਨ ਹੈ ਪਿਓ ਦਾ ਪਿਤਰਤਵ। ਮਾਂ ਤੇ ਬਾਪ, ਵਾਹ 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 ਜੀ, ਮਾਂ ਦੇ ਮਾਤਰਤਵ ਜਿੰਨਾ ਹੀ ਮਹਾਨ ਹੈ ਪਿਓ ਦਾ ਪਿਤਰਤਵ। ਮਾਂ ਤੇ ਬਾਪ ਰਲ ਕੇ ਹੀ ਤਾਂ ਬਣਦੇ ਹਨ ਸਿਰਜਕ, ਸੰਪੂਰਨ, ਸੁਮੇਲ ਤੇ ਵਿਲੱਖਣ। ਵਾਹ ਜੀ, ਬੇਸ਼ੱਕ, ਬਹੁਤ ਬਹੁਤ ਸ਼ਾਨਦਾਰ।
ਬਹੁਤ ਵਧੀਆ ਕੁਲਦੀਪ ਜੀ। ਜੀ ਸ਼ੁਕਰੀਆ ਜੀ। ਸ਼ਾਨਦਾਰ, ਬਹੁਤ ਬਹੁਤ ਅੱਛੇ ਹੀ ਸ਼ਾਨਦਾਰ, ਲਫ਼ਜ਼ ਬਹੁਤ ਵਰਤੇ ਵਧੀਆ ਨੇ। ਜੀ। ਹਾਂ, ਬਹੁਤ ਨਵੇਂ ਸਾਡੇ ਲਫ਼ਜ਼। ਤੀਸਰੇ ਮੁੱਖ ਮਹਿਮਾਨ ਹਰਮੀਤ ਵਿਦਿਆਰਥੀ ਜੀ ਵੀ ਸਾਡੇ ਬਹੁਤ ਚ ਹਾਂਜੀ ਆ ਗਏ ਨੇ, ਵੈਲਕਮ ਹਰਮੀਤ ਜੀ। ਹਾਂਜੀ ਮੈਂ ਉਹਨਾਂ ਨੂੰ ਬਹੁਤ ਜੀਆਂ ਕਹਿੰਦੀਆਂ ਨੇ ਕਿ ਖੁਸ਼ ਆਮਦੀਦ ਜੀ। ਤੇ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਕਰਦੇ ਹਾਂ ਤੇ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਸਿੰਘ ਦੀਪ ਜੀ, ਤੁਹਾਡੇ ਵਿਚਾਰ, ਤੁਹਾਡੀਆਂ ਗੱਲਾਂ, ਮਤਲਬ ਮੈਂ ਤਾਂ ਤੁਹਾਨੂੰ ਅੱਗੇ ਵੀ ਬਹੁਤ ਵਾਰੀ ਕਹਿ ਚੁੱਕੀ ਹਾਂ ਕਿ ਮੈਂ ਤਾਂ ਤੁਹਾਡੀ ਫੈਨ ਹਾਂ, ਕਿ ਤੁਹਾਡੇ ਆਰਟੀਕਲਸ ਵੀ ਪੜ੍ਹ ਕੇ ਮਤਲਬ ਕਿ ਸ਼ੁਕਰੀਆ ਮੈਡਮ, ਸ਼ੁਕਰੀਆ ਗੂਸਬੰਪਸ ਆ ਜੀ। ਜਾਂਦੇ ਆ ਕਿ ਤੁਸੀਂ ਜੋ ਸੱਚਾਈ ਪੇਸ਼ ਕਰਦੇ ਹੋ, ਤੇ ਅੱਜ ਵੀ ਜੋ ਤੁਸੀਂ ਅੱਜ ਵਿਚਾਰ ਦਿੱਤੇ ਆ ਤੇ ਜੋ ਜੀ। ਤੁਹਾਡੀ ਕਵਿਤਾ ਸੀਗੀ ਬਹੁਤ ਵਾਕਈ ਵਧੀਆ। ਮਾਨਣਯੋਗ ਸੀਗੀ। ਮੈਂ ਤੇ ਇਹਨਾਂ ਦੀ ਪੜ੍ਹੀ, ਮੈਂ ਕਿਹਾ ਤੁਸੀਂ ਆਪ ਹੀ ਆ ਕੇ ਸੁਣਾਣੀ, ਫਿਰ ਜ਼ਿਆਦਾ ਸੋਨੇ ਤੇ ਸੁਹਾਗਾ ਹੋ ਜਾਣਾ। ਬਿਲਕੁਲ ਬਹੁਤ ਵਧੀਆ ਲਫ਼ਜ਼, ਖਾਸ ਕਰ ਜਿਹੜਾ ਤੁਸੀਂ ਯੂਜ਼ ਕੀਤਾ ਕਿ ਡਰਾਵੇ ਦਾ ਡਰਨਾ ਜੀ ਪਿਤਾ ਦੇ ਲਈ। ਬਹੁਤ ਸੋਹਣੇ ਵਰਡ ਹੈ ਬਿਲਕੁਲ ਨਵਾਂ ਲਫ਼ਜ਼ ਹੈ ਤੇ ਬਹੁਤ ਡੂੰਘਾ ਲਫ਼ਜ਼ ਹੈ। ਬਹੁਤ ਸ਼ੁਕਰੀਆ ਇੰਨੀ ਪਿਆਰੀ ਰਚਨਾ ਲਈ। ਸ਼ੁਕਰੀਆ ਮੈਡਮ ਤੁਹਾਡਾ ਸਾਰਿਆਂ ਦਾ। ਤੇ ਮੈਨੂੰ ਥੋੜਾ ਜਿਹਾ ਅਫਸੋਸ ਵੀ ਹੈ ਕਿ ਮੈਨੂੰ ਵਿੱਚੋਂ ਜਾਣਾ ਪੈ ਰਿਹਾ ਹੈ। ਇੱਕ ਹੋਰ ਪ੍ਰੋਗਰਾਮ ਦੇ ਵਿੱਚ ਮੈਂ ਇਨਵੋਲਵ ਹਾਂ। ਸੰਘਾ ਸਾਹਿਬ, ਵਿਦਿਆਰਥੀ ਸਾਹਿਬ, ਰਮਿੰਦਰ ਵਾਲੀਆ, ਰਿੰਟੂ ਭਾਟੀਆ ਮੈਡਮ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ, ਤੁਸੀਂ ਹਾਜ਼ਰੀ ਲਵਾਤੀ, ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਜੀ। ਬਹੁਤ ਤੇ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਅਸੀਂ ਚੱਲਦੇ ਹਾਂ ਜੀ। ਸਾਡੇ ਕੋਲ ਲਹਿੰਦੇ ਪੰਜਾਬ ਤੋਂ ਸਾਡੇ ਵਿਸ਼ੇਸ਼ ਮਹਿਮਾਨ ਨੇ ਨਦੀਮ ਅਫਜ਼ਲ ਨਦੀਮ ਜੀ, ਤੇ ਇਹਨਾਂ ਦੀ ਰਚਨਾਵਾਂ ਬਹੁਤ ਸੋਹਣੀਆਂ ਹੁੰਦੀਆਂ ਨੇ, ਇਹਨਾਂ ਦੀਆਂ ਗਜ਼ਲਾਂ ਬਹੁਤ ਸੋਹਣੀਆਂ, ਇਹਨਾਂ ਦੀਆਂ ਨਜ਼ਮਾਂ ਬਹੁਤ ਸੋਹਣੀਆਂ ਨੇ। ਤੇ ਮੈਂ ਹੁਣ ਉਹਨਾਂ ਨੂੰ ਸੱਦਾ ਦਿੰਦੀ ਹਾਂ ਕਿ ਅੱਜ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵਿੱਚ ਜਿਹੜੀ ਹੈ ਉਹ ਆਪਣੀ ਹਾਜ਼ਰੀ ਲਗਵਾਉਣ ਜੀ। ਜੀ ਨਦੀਮ ਜੀ। ਨਦੀਮ ਜੀ ਲੱਗਦਾ ਨਿਕਲ ਗਏ ਕਿਤੇ, ਹੁਣੇ ਤੇ ਸੀਗੇ ਇੱਥੇ। ਨਦੀਮ ਅਫਜ਼ਲ ਦੀ ਹੈਗੇ ਸੀ, ਹੈ ਨਹੀਂ ਹੁਣ, ਕੋਈ ਗੱਲ ਨਹੀਂ। ਤੇ ਇਸ ਤੋਂ ਬਾਅਦ ਮੈਂ ਆਪਣੇ ਮੈਡਮ ਬਰੈਂਪਟਨ ਦੀ ਸ਼ਾਨ, ਸਾਡੀ ਮੇਰੀ ਬੜੀ ਪਿਆਰੀ ਸਖੀ, ਮੇਰੀ ਵੱਡੀ ਭੈਣ ਸੁਰਜੀਤ ਕੌਰ ਜੀ, ਉਹਨਾਂ ਨੇ ਬਹੁਤ ਸੋਹਣੀਆਂ ਕਿਤਾਬਾਂ ਲਿਖੀਆਂ ਨੇ। ਮੈਂ ਤੇ ਉਹਨਾਂ ਦੀ ਵੀ ਫੈਨ ਆ, ਕਿਉਂਕਿ ਉਹਨਾਂ ਦੀਆਂ ਕਿਤਾਬ ਜਿਹੜੀ ਪੋਇਟਰੀ ਹੈ ਨਾ, ਬਹੁਤ ਸਪਿਰਿਚੁਅਲ, ਜਿਹੜੀ ਕਹਿੰਦੇ ਰੂਹਾਨੀਅਤ ਨਾਲ ਭਰੀ ਹੋਈ ਹੈ। ਤੇ ਉਹਨਾਂ ਨੇ ਵੀ ਮੇਰੇ ਖਿਆਲ ਥੋੜੇ ਕਿਤੇ ਜਾਣਾ ਹੈ, ਤੇ ਮੈਂ ਮੈਡਮ ਸੁਰਜੀਤ ਕੌਰ ਨੂੰ ਕਹਾਂਗੀ ਕਿ ਅੱਜ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵਿੱਚ ਆਪਣੀ ਹਾਜ਼ਰੀ ਲਗਾਓ। ਰਿੰਟੂ ਜੀ। ਸੁਰਜੀਤ ਕੌਰ ਜੀ ਬਾਰੇ ਮੈਂ ਦੱਸ ਦਵਾਂ ਕਿ ਉਹ ਬਹੁਤ ਸਾਰੀਆਂ ਲਿਟਰੇਰੀ ਐਸੋਸੀਏਸ਼ਨਸ ਦੇ ਨਾਲ ਜੁੜੇ ਹੋਏ ਨੇ, ਲਿਟਰੇਰੀ ਰਿਫਲੈਕਸ਼ਨਸ ਦੇ ਡਾਇਰੈਕਟਰ ਨੇ। ਕਿਉਂਕਿ ਮੈਨੂੰ ਉਹਨਾਂ ਦੀ ਇੰਟਰੋਡਕਸ਼ਨ ਜਿਹੜੀ ਹੈ ਨਾ, ਉਹ ਆਪਣੀ ਵਰਗੀ ਆਪਣਾ ਲੱਗਦੀ ਹੈ, ਕਿ ਮੈਂ ਤੇ ਬਹੁਤ ਵਾਰੀ ਉਹਨਾਂ ਦੀ ਇੰਟਰੋਡਕਸ਼ਨ ਕੀਤੀ ਹੈ। ਤੇ ਬਾਕੀ ਜਿਹੜੇ ਸਾਡੇ ਨਵੇਂ ਮੈਂਬਰ ਨੇ, ਉਹ ਜ਼ਰੂਰ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਸੁਰਜੀਤ ਕੌਰ ਜੀ ਬਰੈਂਪਟਨ ਦੀ ਬਹੁਤ ਵੱਡੀ ਕਵਿੱਤਰੀ ਨੇ। ਉਹਨਾਂ ਦੀਆਂ 5 ਕਿਤਾਬਾਂ ਜਿਹੜੀਆਂ ਨੇ ਉਹ ਪੋਇਟਰੀ ਦੀਆਂ ਆ ਚੁੱਕੀਆਂ ਨੇ। ਉਹਨਾਂ ਨੇ ਜਿਹੜੇ ਸਾਂਝੇ ਕਾਵਿ ਸੰਗ੍ਰਹਿ ਵੀ ਆ ਗਏ ਨੇ। ਉਹਨਾਂ ਨੇ ਹੁਣੇ ਇੱਕ ਨਵੀਂ ਆਪਣੀ ਬੁੱਕ ਰਿਲੀਜ਼ ਕੀਤੀ ਹੈ, ਤੇਰੀ ਰੰਗਸ਼ਾਲਾ। ਤੇ ਮੇਰੇ ਖਿਆਲ ਲੱਗਦਾ ਹੈ ਕਿ ਹੇ ਸਖੀ ਤੋਂ ਲੈ ਕੇ ਤੇਰੀ ਰੰਗਸ਼ਾਲਾ ਤੱਕ ਦਾ ਜਿਹੜਾ ਸਫ਼ਰ ਹੈ, ਉਹ ਬਹੁਤ ਵਧੀਆ ਸਫ਼ਰ ਹੈ। ਬਹੁਤ ਡਿਫਰੈਂਟ ਆਸਪੈਕਟਸ ਉਹਨਾਂ ਨੇ ਜਿਹੜੇ ਛੂਏ ਨੇ। ਤੇ ਹੁਣ ਮੈਂ ਬੜੇ ਪਿਆਰ, ਅਦਬ ਤੇ ਸਤਿਕਾਰ ਦੇ ਨਾਲ ਸੁਰਜੀਤ ਕੌਰ ਜੀ ਨੂੰ ਕਹਾਂਗੀ ਕਿ ਉਹ ਅੱਜ ਦੀ ਕਾਵਿ ਮਿਲਣੀ ਦੇ ਹਾਜ਼ਰੀ ਲਗਾਉਣ ਜੀ। ਥੈਂਕ ਯੂ ਰਿੰਟੂ, ਮੈਂ ਜ਼ਿਆਦਾ ਭੂਮਿਕਾ ਨਹੀਂ ਬੰਨਾਂਗੀ। ਤੁਸੀਂ ਬਹੁਤ ਜ਼ਿਆਦਾ ਕਹਿ ਦਿੱਤਾ। ਅਸਲ 'ਚ ਕਵੀ ਹੁੰਦਾ ਹੈ, ਅਸੀਂ 4 ਅੱਖਰ ਝਰੀਟ ਸਕੀਏ, ਇਹੀ ਬਹੁਤ ਹੁੰਦੇ ਨੇ। ਤੇ ਮੇਰੀ ਨਜ਼ਮ ਹੈਗੀ ਹੈ ਜੀ ਉਤਸਵ। ਆਪਣੇ ਫਾਦਰ ਸਾਹਿਬ ਲਈ ਆਫ ਕੋਰਸ ਮੈਂ ਲਿਖੀ ਸੀ ਕਿ ਉਸ ਦਿਨ ਪਤਝੜ ਨੇ ਹੌਲੀ ਜਿਹੀ ਮੈਨੂੰ ਕਿਹਾ, ਵੇਖਦੀ ਏ ਕੇਸਰੀ ਅੰਬਰ ਤੋਂ ਸਰਕਦਾ ਸੂਰਜ, ਸਹਿਜੇ ਸਹਿਜੇ ਧਰਤੀ ਦੀ ਧੁੰਨੀ ਨੂੰ ਜਾ ਲੱਗਾ। ਉਸ ਦਿਨ ਪਤਝੜ ਨੇ ਹੌਲੀ ਜਿਹੀ ਮੈਨੂੰ ਕਿਹਾ, ਵੇਖਦੀ ਏ ਕੇਸਰੀ ਅੰਬਰ ਤੋਂ ਸਰਕਦਾ ਸੂਰਜ, ਸਹਿਜੇ ਸਹਿਜੇ ਧਰਤੀ ਦੀ ਧੁੰਨੀ ਨੂੰ ਜਾ ਲੱਗਾ। ਅਚਾਨਕ ਬਾਰੀ ਚੋਂ ਇੱਕ ਮੱਧਮ ਜਿਹੀ ਆਵਾਜ਼ ਉੱਭਰੀ। ਮੈਂ ਵੇਖਿਆ ਰੁੱਖ ਤੋਂ ਡਿੱਗ ਕੇ ਇੱਕ ਸੁੱਕਾ ਪੱਤਾ ਸਹਿਮਿਆ ਜਿਹਾ ਧਰਤੀ ਤੇ ਪਿਆ ਥਰ ਕੰਬ ਰਿਹਾ ਸੀ। ਮੈਂ ਵੇਖਿਆ ਰੁੱਖ ਤੋਂ ਡਿੱਗ ਕੇ ਇੱਕ ਸੁੱਕਾ ਪੱਤਾ ਸਹਿਮਿਆ ਜਿਹਾ ਧਰਤੀ ਤੇ ਪਿਆ ਥਰ ਕੰਬ ਰਿਹਾ ਸੀ। ਮੈਂ ਤਰਬ ਕੀ,
ਆਪ ਮੁਹਾਰੇ ਧਿਆਨ ਉਚਕ ਕੇ ਪਿਤਾ ਜੀ ਦੇ ਕਮਰੇ ਵੱਲ ਦੌੜਿਆ। ਸੁੰਨੇ ਜਿਹੇ ਕਮਰੇ 'ਚ ਇਕੱਲੇ ਬੈਠੇ 98 ਵਰ੍ਹਿਆਂ ਦੇ ਬਜ਼ੁਰਗ ਮੇਰੇ ਪਿਤਾ ਟੀਵੀ ਤੇ ਚੱਲ ਰਿਹਾ ਕ੍ਰਿਕਟ ਦਾ ਮੈਚ ਵੇਖ ਰਹੇ ਸਨ। ਸੁੰਨੇ ਜਿਹੇ ਕਮਰੇ 'ਚ ਇਕੱਲੇ ਬੈਠੇ 98 ਵਰ੍ਹਿਆਂ ਦੇ ਬਜ਼ੁਰਗ ਮੇਰੇ ਪਿਤਾ ਟੀਵੀ ਤੇ ਚੱਲ ਰਿਹਾ ਕ੍ਰਿਕਟ ਦਾ ਮੈਚ ਵੇਖ ਰਹੇ ਸਨ। ਮਸਾਂ ਸਾਹ ਵੱਲ ਹੀ ਹੋਇਆ ਸੀ ਕਿ ਚਾਣਚੱਕ ਵਾਤਾਵਰਣ ਵਿੱਚ ਇੱਕ ਹੋਰ ਆਵਾਜ਼ ਨਿਤਰੀ। ਇਸ ਵਾਰ ਤੱਕਿਆ ਤਾਂ ਕੋਈ ਸੁੱਕਾ ਪੱਤਾ ਨਹੀਂ ਸੀ ਡਿੱਗਿਆ। ਇਸ ਵਾਰ ਤੱਕਿਆ ਤਾਂ ਕੋਈ ਸੁੱਕਾ ਪੱਤਾ ਨਹੀਂ ਸੀ ਡਿੱਗਿਆ, ਸਗੋਂ ਮੇਰੇ ਪਿਤਾ ਨੇ ਉੱਚੇ ਠਹਾਕੇ ਤੋਂ ਬਾਅਦ ਜ਼ੋਰ ਦੀ ਤਾੜੀ ਮਾਰੀ ਸੀ। ਵਾਹ, ਕੀ ਬਾਤ। ਮੇਰੇ ਪਿਤਾ ਨੇ ਉੱਚੇ ਠਹਾਕੇ ਤੋਂ ਬਾਅਦ ਜ਼ੋਰ ਦੀ ਤਾੜੀ ਮਾਰੀ ਸੀ। ਸ਼ਾਇਦ ਉਹਨਾਂ ਦੀ ਚਹੇਤੀ ਟੀਮ ਜਿੱਤ ਗਈ ਸੀ। ਮੈਂ ਹੱਸ ਪਈ, ਅੰਬਰ ਵੱਲ ਵੇਖਿਆ। ਬਾਰੀ ਚੋਂ ਨਿਕਲ ਕੇ ਪੂਰੇ ਦਾ ਪੂਰਾ ਸੰਧੂਰੀ ਸੂਰਜ ਮੇਰੇ ਪਿਤਾ ਦੇ ਕਮਰੇ 'ਚ ਭਰ ਆਇਆ ਸੀ। ਬਹੁਤ ਅੱਛੇ, ਬਹੁਤ ਅੱਛੇ। ਮੈਂ ਹੱਸ ਪਈ, ਅੰਬਰ ਵੱਲ ਤੱਕਿਆ। ਬਾਰੀ ਚੋਂ ਨਿਕਲ ਕੇ ਪੂਰੇ ਦਾ ਪੂਰਾ ਸੰਧੂਰੀ ਸੂਰਜ ਮੇਰੇ ਪਿਤਾ ਦੇ ਕਮਰੇ 'ਚ ਭਰ ਆਇਆ ਸੀ। ਮੈਂ ਹੌਲੇ ਜਿਹੇ ਪਤਝੜ ਨੂੰ ਕਿਹਾ, ਜੇ ਜਿਉਣ ਦਾ ਵੱਲ ਆ ਜਾਵੇ ਤਾਂ ਹਰ ਵਰੇਸ ਉਤਸਵ ਹੁੰਦੀ ਏ। ਜੇ ਜਿਉਣ ਦਾ ਵੱਲ ਆ ਜਾਵੇ ਤਾਂ ਹਰ ਵਰੇਸ ਉਤਸਵ ਹੁੰਦੀ ਏ, ਹਰ ਵਰੇਸ ਉਤਸਵ ਹੁੰਦੀ ਏ। ਵਾਹ ਵਾਹ ਵਾਹ, ਬਹੁਤ ਖੂਬਸੂਰਤ। ਬਹੁਤ ਵਧੀਆ, ਬਹੁਤ ਵਾਹ ਵਧੀਆ। ਵਾਹ, ਬਹੁਤ ਵਧੀਆ, ਬਹੁਤ ਵਧੀਆ। ਅਫਸਲ ਜੀ ਵੀ ਆ ਗਏ ਨੇ, ਉਹ ਵੀ ਆ ਗਏ ਨੇ। ਬਹੁਤ ਆ ਗਈ ਵਧੀਆ। ਅਫਸਲ ਜੀ। ਸੁਰਜੀਤ ਭੈਣ, ਤੁਹਾਡਾ ਤਾਂ ਬਹੁਤ ਹੀ ਮਜ਼ੇਦਾਰ ਸੀ। ਮੈਂ ਥੋੜੀ ਦੇਰ ਵਾਸਤੇ ਆਇਆ ਕਿਉਂਕਿ ਵਾਲੀਆ ਨੇ ਬੜੀ ਤਾਕੀਦ ਨਾਲ ਕਿਹਾ ਸੀ ਕਿ ਹਾਜ਼ਰੀ ਲਾ ਲੈਣਾ, ਮੇਰੀ ਹਾਜ਼ਰੀ ਲਾ ਲਓ। ਤੇ ਤੁਹਾਡੇ ਵਾਸਤੇ ਮੈਂ अर्ज करना वा कि रखते हैं जो औरों के लिए प्यार का जज्बा, रखते हैं जो औरों के लिए प्यार का जज्बा, वो लोग कभी टूट के बिखरा नहीं करते। मेरी भैन कभी भी नहीं बिखरी। ਇਹਦੇ ਨਾਲ ਹੀ ਤੁਹਾਡੇ ਸਾਰੇ ਕੋਲ ਇਜਾਜ਼ਤ ਲੈਣਾ। ਬਹੁਤ ਸ਼ੁਕਰੀਆ ਚੌਧਰੀ ਸਾਹਿਬ, ਰਿੰਟੂ ਬਹੁਤ ਜੀ, ਹਰਮੀਤ ਵਿਦਿਆਰਥੀ ਜੀ ਆ ਗਏ ਨੇ ਜੀ। ਮੈਨੂੰ ਪਤਾ ਜੀ। ਜੀ ਸਾਡੇ ਨਾਲ ਨਦੀਮ ਅਫਜ਼ਲ ਜੀ ਵੀ ਲਹਿੰਦੇ ਪੰਜਾਬ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਤੇ ਮੈਂ ਪਹਿਲਾਂ ਵੀ ਇੱਕ ਵਾਰੀ ਮੈਂ ਤੁਹਾਡਾ ਨਾਮ ਅਨਾਉਂਸ ਕਰ ਚੁੱਕੀ ਹਾਂ, ਕਿਉਂਕਿ ਤੁਸੀਂ ਪਤਾ ਨਹੀਂ ਵਿੱਚੋਂ ਕਿੱਥੇ ਗਾਇਬ ਹੋ ਗਏ ਸੀ। ਤੇ ਮੈਂ ਪਹਿਲੇ ਬੋਲੇ। ਹਾਂਜੀ, ਬਹੁਤ ਜੀ ਆਦਰ ਬਹੁਤ ਸ਼ੁਕਰੀਆ, ਧੰਨਵਾਦ ਜੀ। ਤੁਸੀਂ ਰੌਣਕ ਲਾਈ ਹੈ, ਅੰਤਰਰਾਸ਼ਟਰੀ ਸਾਥੀ ਅਸੀਂ ਵੀ ਇਸ ਰੌਣਕ ਦੇ ਵਿੱਚ ਸ਼ਾਮਲ ਹੋ ਗਏ ਜੀ। ਬਹੁਤ ਸ਼ੁਕਰੀਆ ਜੀ। ਤੁਸੀਂ ਪਲੀਜ਼ ਆਪਣੀ ਹਾਜ਼ਰੀ ਲਗਵਾਓ ਜੀ। ਜੀ ਬਹੁਤ ਸ਼ੁਕਰੀਆ। ਇੱਕ ਸ਼ੇਰ ਗਜ਼ਲ ਦੇ ਵਿੱਚੋਂ ਪੇਸ਼ ਕਰਦਾ ਵੈਲਕਮ। ਹਾਂਜੀ, ਕਿ 100-200 ਨਾਲ ਬੇਸ਼ੱਕ ਭਾਵੇਂ ਅੱਜ ਦਿਹਾੜੀ ਲੰਘਦੀ ਨਹੀਂ। ਜੀ 100-200 ਨਾਲ ਬੇਸ਼ੱਕ ਭਾਵੇਂ ਅੱਜ ਦਿਹਾੜੀ ਲੰਘਦੀ ਨਹੀਂ। ਪਿਓ ਤੋਂ ਲੈਣੇ ਵੱਡੇ ਆਨੇ ਅੱਜ ਵੀ ਚੇਤੇ ਆਉਂਦੇ ਨੇ। ਵਾਹ ਜੀ ਵਾਹ ਵਾਹ। ਵਾਹ ਜੀ। ਔਰ ਇੱਕ ਨਜ਼ਮ ਬਾਪ ਕਿ ਬਾਪ ਡੈਡੀ ਪਿਓ ਜਾਂ ਮੈਂ ਫਾਦਰ ਕਵਾਂ, ਬਾਪ ਡੈਡੀ ਪਿਓ ਜਾਂ ਮੈਂ ਫਾਦਰ ਕਵਾਂ, ਤੇਰੇ ਰੁਤਬੇ ਤੋਂ ਨਾ ਸਾਰੇ ਛੋਟੇ ਨੇ ਸਭ। ਕੀ ਬਾਤ। ਬਾਪ ਡੈਡੀ ਪਿਓ ਜਾਂ ਮੈਂ ਫਾਦਰ ਕਵਾਂ, ਤੇਰੇ ਰੁਤਬੇ ਤੋਂ ਨਾ ਸਾਰੇ ਛੋਟੇ ਨੇ ਸਭ, ਕਿਉਂਕਿ ਮੇਰੇ ਆਵਣ ਦਾ ਜਗ ਤੇ ਵਸੀਲਾ ਏ ਤੂੰ, ਮੇਰੇ ਆਵਣ ਦਾ ਜਗ ਤੇ ਵਸੀਲਾ ਏ ਤੂੰ, ਤੇਰੇ ਕਾਰਨ ਹੀ ਜਗ ਤੇ ਸਮੇਂ ਆ ਗਿਆ। ਬਾਪ ਡੈਡੀ ਪਿਓ ਜਾਂ ਮੈਂ ਫਾਦਰ ਕਵਾਂ, ਤੇਰੇ ਰੁਤਬੇ ਤੋਂ ਨਾ ਸਾਰੇ ਛੋਟੇ ਨੇ ਸਭ, ਮੇਰੇ ਆਵਣ ਦਾ ਜਗ ਤੇ ਵਸੀਲਾ ਏ ਤੂੰ, ਤੇਰੇ ਕਾਰਨ ਹੀ ਜਗ ਤੇ ਸਮੇਂ ਆ ਗਿਆ। ਤੇਰੀ ਮਿਹਨਤ ਮੁਸ਼ੱਕਤ ਪਸੀਨੇ ਦਾ ਮੁੱਲ ਲਾਣਾ ਚਾਹਾਂ ਤੇ ਲਾ ਵੀ ਮੈਂ ਸਕਦਾ ਨਹੀਂ। ਤੇਰੀ ਮਿਹਨਤ ਮੁਸ਼ੱਕਤ ਪਸੀਨੇ ਦਾ ਮੁੱਲ ਲਾਣਾ ਚਾਹਾਂ ਤੇ ਲਾ ਵੀ ਮੈਂ ਸਕਦਾ ਨਹੀਂ। ਸੜ ਕੇ ਧੁੱਪਾਂ ਚ ਪਾਲੇ ਚ ਠਰ ਕੇ ਕਦੇ, ਸੜ ਕੇ ਧੁੱਪਾਂ ਚ ਪਾਲੇ ਚ ਠਰ ਕੇ ਕਦੇ, ਮੇਰੀ ਖੁਸ਼ੀਆਂ ਦੀ ਚੱਕੀ ਚਲਾਈ ਏ ਤੂੰ। ਬਹੁਤ ਖੂਬ। ਸੜ ਕੇ ਧੁੱਪਾਂ ਚ ਠਰ ਕੇ ਤੂੰ ਪਾਲੇ ਕਦੇ, ਮੇਰੀ ਖੁਸ਼ੀਆਂ ਦੀ ਚੱਕੀ ਚਲਾਈ ਏ ਤੂੰ। ਤੇਰੇ ਸਾਏ ਚ ਮੈਨੂੰ ਇਹ ਲੱਗਿਆ ਸਦਾ, ਗਮ ਦੀ ਧੁੱਪ ਮੇਰੇ ਤੀਕਰ ਨਾ ਅਪੜੂ ਕਦੇ।
ਕਿਆ ਬਾਤ ਵਾਹ ਤੇਰੇ ਵਾਹ ਸਾਏ ਚ ਮੈਨੂੰ ਇਹ ਲੱਗਿਆ ਸਦਾ, ਰਾਮ ਦੀ ਧੁੱਪ ਮੇਰੇ ਤੀਕਰ ਨਾ ਅਪੜੂ ਕਦੇ, ਭੁੱਲ ਨਹੀਂ ਸਕਦਾ ਮੁਹੱਬਤ ਹਿਫਾਜ਼ਤ ਤੇਰੀ, ਭੁੱਲ ਨਹੀਂ ਸਕਦਾ ਮੁਹੱਬਤ ਹਿਫਾਜ਼ਤ ਤੇਰੀ, ਰੱਬ ਮੈਂ ਆਖਾਂ ਜੇ ਹੋਵੇ ਇਜਾਜ਼ਤ ਤੇਰੀ, ਰੱਬ ਮੈਂ ਆਖਾਂ ਜੇ ਹੋਵੇ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਜੀ। ਵਾਹ ਬਹੁਤ ਵਧੀਆ ਨਦੀਮ ਜੀ। ਬਹੁਤ ਸ਼ੁਕਰੀਆ ਨਦੀਮ ਜੀ, ਤੁਸੀਂ ਹਾਜ਼ਰੀ ਲਗਵਾਈ ਸਾਡੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਕਾਵਿ ਮਿਲਣੀ ਦੇ ਵਿੱਚ। ਮੈਂ ਇੱਕ ਗੱਲ ਸਿਰਫ ਕਹਿਣਾ ਚਾਹੁੰਦੀ ਹਾਂ ਕਿ ਅੱਜ ਜਿਹੜੇ ਸਾਡੇ ਅੱਜ ਦੇ ਮੋਡਰੇਟਰ ਸੀਗੇ, ਹੋਸਟ ਸੀਗੇ ਆਸ਼ਾ ਸ਼ਰਮਾ ਜੀ, ਉਹ ਮੈਨੂੰ ਲੱਗਦਾ ਕਿਸੇ ਕਾਰਨ ਆ ਨਹੀਂ ਸਕੇ ਤੇ ਆਏ ਨਹੀਂ ਹੈ ਹਾਲ ਤੱਕ। ਮੇਰੇ ਨਾਲ ਗੱਲ ਹੋਈ 8 ਵਜੇ ਫੋਨ ਆਇਆ, 8:30 ਆਇਆ। ਉਹਨਾਂ ਨਾਲ ਸਾਡੇ ਕਈ ਵਾਰੀ ਵਾਈਫਾਈ ਵਗੈਰਾ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ, ਕੋਈ ਪ੍ਰੋਬਲਮ ਹੋ ਗਈ ਹੈ ਤੇ ਮੈਂ ਮਾਫੀ ਮੰਗਦੀ ਹਾਂ ਪਹਿਲਾਂ ਹੀ ਹੱਥ ਜੋੜ ਕੇ, ਕਿਉਂਕਿ ਮੇਰੇ ਕੋਲ ਸਾਰਿਆਂ ਦਾ ਜਿਹੜਾ ਹੈ ਉਹ ਇੰਟਰੋਡਕਸ਼ਨ ਉਨੀ ਨਹੀਂ ਹੈਗੀ। ਮੈਂ ਸਿਰਫ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਕਹਿ ਸਕਦੀ ਹਾਂ, ਪਰ ਮੇਰੇ ਵਾਸਤੇ ਮਾਣਮੱਤੇ ਸ਼ਾਇਰ ਨੇ ਤੇ ਮੈਂ ਇਸ ਕਰਕੇ ਇੰਟਰੋਡਕਸ਼ਨ ਦਾ ਜਿਹੜਾ ਹੈ ਮੈਂ ਰਿੰਟੂ ਭਾਟੀਆ ਜੀ ਇੱਕ ਸ਼ੇਰ ਅਰਜ਼ ਕਰਦਾ ਹਾਂ ਕਿ ਤੁਸੀਂ ਰਿਕਵੈਸਟ ਨਾ ਕਰੋ ਜਾਂ ਪਰੇਸ਼ਾਨ ਨਾ ਹੋ। ਇੱਕ ਉਰਦੂ ਦਾ ਸ਼ੇਰ ਹੈ ਕਿ तारुफ तो एक रस्मी सी बात है, तारुफ तो एक रस्मी सी बात है, लहू खुद बोलता है जैसा भी हो, तुसी ना लो कोई गल नहीं। बहुत शुक्रिया जी। ਤੇ ਹੁਣ ਮੈਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੀ ਹਾਂ ਤੇ ਮੈਂ ਸਾਡੇ ਅੱਜ ਦੇ ਕਵੀ ਜਿਹੜੇ ਆ ਗਿਆਨ ਸਿੰਘ ਦਰਦੀ ਜੀ, ਉਹਨਾਂ ਨੂੰ ਮੈਂ ਕਹਾਂਗੀ ਕਿ ਉਹ ਅਨਮਿਊਟ ਕਰ ਲੈਣ ਤੇ ਪਲੀਜ਼ ਅੱਜ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਜੀ। ਗਿਆਨ ਸਿੰਘ ਦਰਦੀ ਜੀ। ਚਲੋ हाँ जी, सभा के सारे मेंबर प्यार भरी सत श्री अकाल। सत श्री अकाल जी। सत श्री अकाल। मेरी कविता बड़ी सधारण नहीं है कि बेचारा मैं बेवजह ज्ञान सिंह जी ਤੁਸੀਂ ਥੋੜਾ ਜਿਹਾ ਕੈਮਰਾ ਜਿਹੜਾ ਤੁਸੀਂ ਉੱਪਰ ਕਰੋ। ਹਾਂਜੀ ਇਹ ਅੱਜ ਤੋਂ 9 ਸਾਲ ਪਹਿਲਾਂ ਹਾਂ ठीक है ठीक है ठीक है ठीक है जी ठीक है ठीक है ठीक है ਹੁਣ ਠੀਕ ਹੈ। ਹਾਂਜੀ अच्छा ਇਹ ਮੈਂ 9 ਸਾਲ ਪਹਿਲਾਂ ਦੀ ਕਵਿਤਾ ਲਿਖੀ ਹੈ। ਫਿਲਮ ਦਾ ਕਵਿਤਾ ਦਾ ਨਾਮ ਹੈ ਬਾਪੂ ਦੀ ਯਾਦ। ਜੀ ਮੇਰੇ ਮਨ ਵਿੱਚ ਸਿਰਫ ਮਾਂ ਦੀ ਹੀ ਤਸਵੀਰ ਸੀ। ਮਜ਼ਾ ਨਹੀਂ ਆਣਾ ਤੁਹਾਡੀ ਕਵਿਤਾ ਸੁਣਨ ਦਾ। ਜਸਪਾਲ ਸਿੰਘ ਜੀ ਤੁਸੀਂ ਮਿਊਟ ਕਰ ਲਓ ਪਲੀਜ਼ जी। थैंक यू जी। म्यूट भी ऑडियो क्लोज करनी पेगी, म्यूट नाल नहीं होएगा जी। ऑडियो क्लोज है ਉਹਨਾਂ ਦੀ, ਹੋ ਗਿਆ ਬੰਦ ਉਹਨਾਂ ਦਾ ਜੀ। ਮੇਰੇ ਮਨ ਮੰਦਰ ਵਿੱਚ ਸਿਰਫ ਮਾਂ ਦੀ ਹੀ ਤਸਵੀਰ ਸੀ। ਹਾਂਜੀ ਸਦਾ ਹੀ ਉਸ ਨੂੰ ਸਤਿਕਾਰਿਆ ਜਿਸ ਨੇ ਸੀ ਮੈਨੂੰ ਜਾਣਿਆ। ਕੀ ਹੁੰਦੀ ਹੈ ਬਾਪੂ ਦੀ ਕੁਰਬਾਨੀ, ਕੀ ਹਨ ਬਾਪੂ ਦੀਆਂ ਸਦਰਾਂ, ਮੈਨੂੰ ਜ਼ਿੰਦਗੀ ਵਿੱਚ ਸੋਝੀ ਹੋਈ ਜਦ ਆਪ ਬਾਪੂ ਬਣੇ। ਮਾਂ ਜੇ ਘਰ ਦੀ ਚਾਰ ਦੀਵਾਰੀ ਚ ਆਪਣਾ ਫਰਜ਼ ਨਿਭਾਉਂਦੀ, ਬਾਪੂ ਬਾਹਰ ਆਪਣਾ ਪਸੀਨਾ ਵਹਾ ਰੇਕ ਕੇ ਟੋਲਦਾ ਰਹਿੰਦਾ। ਇਸ ਡਰ ਤੋਂ ਡਰ ਕੇ ਕਿ ਨੌਕਰੀ ਨਾ ਹੱਥੋਂ ਨਿਕਲ ਜਾਏ, ਆਪਣੇ ਵਿੱਤ ਨਾਲੋਂ ਵਾਧੂ ਪਰ ਚੁੱਕਦਾ ਤੇ ਡੋਲਦਾ ਰਹਿੰਦਾ। ਜਦੋਂ ਸ਼ਾਮ ਨੂੰ ਥੱਕ ਟੁੱਟ ਕੇ ਵਾਪਸ ਘਰ ਨੂੰ ਆਉਂਦਾ, ਮੈਨੂੰ ਚੁੱਕ ਕੇ ਘੁੱਟ ਕੇ ਆਪਣੀ ਛਾਤੀ ਨਾਲ ਲਪਚਕਾਰ ਲੈਂਦਾ। ਮੇਰੀਆਂ ਅੱਖਾਂ 'ਚੋਂ ਬਾਪੂ ਆਪਣਾ ਦੀਦਾਰ ਕਰਕੇ ਆਪਣੇ ਦੁਬਲੇ ਜਿਹੇ ਸਰੀਰ ਦੀ ਥਕਾਵਟ ਉਤਾਰ ਲੈਂਦਾ। ਘਰ ਦੀ ਗੁਰਬਤ ਕਾਰਨ ਬਾਪੂ ਹੱਡ ਭੰਨ ਕੇ ਕੰਮ ਕਰਦਾ। ਜ਼ਰਦਾਰਾਂ ਤੋਂ ਉਧਾਰ ਚੁੱਕ ਆਪਣਾ ਬੁੱਤਾ ਸਾਰਦਾ ਬਾਪੂ। ਪਰਿਵਾਰ ਨੂੰ ਖੁਸ਼ ਦੇਖ ਕੇ ਉਹ ਆਪਣਾ ਦੁੱਖ ਭੁੱਲ ਜਾਂਦਾ। ਹਾੜੀ ਸੋਹਣੀ ਵੇਚ ਵੱਟ ਕੇ ਫਿਰ ਕਰਜ਼ ਉਤਾਰਦਾ ਬਾਪੂ। ਕਿਆ ਬਾਤ, ਬਹੁਤ ਬਾਪੂ ਮੇਰਾ ਨਿੱਕੇ ਹੁੰਦੇ ਦਾ ਜੀ ਪਰਚਾਉਣ ਦੇ ਲਈ, ਬਾਪੂ ਮੇਰਾ ਨਿੱਕੇ ਹੁੰਦੇ ਦਾ ਜੀ ਪਰਚਾਉਣ ਦੇ ਲਈ ਪਤੰਗ ਆਕਾਸ਼ ਤੇ ਉੱਚੀ ਚੜਾ ਮੈਨੂੰ ਫੜਾ ਡੋਰ ਛੱਡਦਾ। ਜਾਨ ਬੱਗੇ ਟੱਗੇ ਜੋੜ ਪੰਜਾਲੀ
ਅਤੇ ਕਾਲਾ ਸੰਡਾ ਜੋੜ ਬੀੜੀ ਸੁਹਾਗੇ ਤੇ ਬਿਠਾ ਦਿਖਾ ਮੈਨੂੰ ਨੱਚਦੇ ਮੋਰੀਆਂ ਮੋਰ ਛੱਡਦਾ। ਕੀ ਬਾਤ। ਮੈਨੂੰ ਤੇਜ਼ ਦੌੜਾਉਣ ਦੇ ਲਈ ਆਪ ਮੇਰੇ ਨਾਲ ਦੌੜਦਾ ਅਤੇ ਜਾਣ ਬੁੱਝ ਕੇ ਬਾਪੂ ਆਪ ਪਿੱਛੇ ਰਹਿ ਜਾਂਦਾ। ਕੁਸ਼ਤੀ ਦੇ ਦਾਅ ਵਿੱਚ ਦੱਸ ਕੇ ਮੇਰੇ ਨਾਲ ਕੁਸ਼ਤੀ ਕਰਦਾ। ਮੇਰੀ ਹੌਸਲਾ ਅਫਜ਼ਾਈ ਲਈ ਆਪ ਬਾਪੂ ਢਹਿ ਜਾਂਦਾ। ਜਦੋਂ ਕਦੀ ਬਹਿੰਦੇ ਸੀ ਚੌਂ ਜਣੇ ਦੀ ਢਾਣੀ ਦੇ ਵਿੱਚ ਤਰੀਫਾਂ ਦੇ ਪੁਲ ਬੰਦਾ ਕਹਿੰਦਾ ਇਹ ਮੇਰਾ ਸ਼ੇਰ ਪੁੱਤਰ, ਇਹ ਮੇਰਾ ਦਲੇਰ ਪੁੱਤਰ। ਜਦੋਂ ਕਦੀ ਬਹਿੰਦੇ ਸੀ ਚੌਂ ਜਣੇ ਦੀ ਢਾਣੀ ਦੇ ਵਿੱਚ ਤਰੀਫਾਂ ਦੇ ਪੁਲ ਬੰਦਾ ਕਹਿੰਦਾ ਇਹ ਮੇਰਾ ਸ਼ੇਰ ਪੁੱਤਰ। ਬਿੱਲੀ ਦੀ ਭਿੰਗ ਤੋਂ ਵੀ ਸੀ ਡਰ ਜਾਂਦਾ, ਪਿੱਠ ਤੇ ਥਾਪੀ ਦੇ ਆਖਦਾ ਮੇਰਾ ਸ਼ੇਰ ਪੁੱਤਰ। ਮੈਂ ਮਾਂ ਨਾਲ ਲੜ ਕੇ ਜੇ ਕਦੇ ਭੁੱਖਾ ਸਕੂਲ ਚਲੇ ਜਾਂਦਾ, ਮੈਂ ਮਾਂ ਨਾਲ ਲੜ ਕੇ ਜੇ ਕਦੇ ਭੁੱਖਾ ਸਕੂਲ ਚਲੇ ਜਾਂਦਾ, ਬਾਪੂ ਮੈਨੂੰ ਰੋਟੀ ਦੇਣ ਲਈ ਮੇਰੇ ਪਿੱਛੇ ਤੁਰ ਪੈਂਦਾ। ਉਹ ਮੇਰੀ ਪਿੱਠ ਥਪਾਉਂਦਾ ਅਤੇ ਮੱਥਾ ਚੁੰਮ ਲੈਂਦਾ। ਅਖੀਲੇ ਨਾਨਾ ਅੱਜ ਵੀ ਬਾਪੂ ਨੂੰ ਯਾਦ ਕਰਕੇ ਜਦ ਮੇਰੇ ਹੰਝੂ ਨਿਕਲਦੇ ਨੇ, ਅੱਜ ਵੀ ਬਾਪੂ ਨੂੰ ਯਾਦ ਕਰਕੇ ਜਦ ਮੇਰੇ ਹੰਝੂ ਨਿਕਲਦੇ ਨੇ, ਦਰਦੀ ਦਿਲ ਜਾਂ ਪਲਕਾਂ ਵਿੱਚ ਹੀ ਮੈਂ ਡੱਕ ਲੈਂਦਾ ਹਾਂ। ਅੱਜ ਵੀ ਬਾਪੂ ਨੂੰ ਯਾਦ ਕਰਕੇ ਜਦ ਮੇਰੇ ਹੰਝੂ ਨਿਕਲਦੇ ਨੇ, ਦਰਦੀ ਦਿਲ ਜਾਂ ਪਲਕਾਂ ਵਿੱਚ ਮੈਂ ਡੱਕ ਲੈਂਦਾ ਹਾਂ। ਬਾਪੂ ਦੀ ਯਾਦ ਦੇ ਜਦ ਵੀ ਅੱਲੇ ਜ਼ਖਮ ਸਿੰਮਦੇ ਨੇ, ਮੈਂ ਹਰ ਬਜ਼ੁਰਗ ਵਿੱਚ ਆਪਣੇ ਬਾਪੂ ਨੂੰ ਤੱਕ ਲੈਂਦਾ। ਕੀ ਬਾਤ, ਧੰਨਵਾਦ ਜੀ। ਮੇਰੇ ਬਹੁਤ ਸ਼ੁਕਰੀਆ ਗਿਆਨ ਸਿੰਘ ਦੱਦੀ ਜੀ, ਬਹੁਤ ਸ਼ੁਕਰੀਆ। ਬਹੁਤ ਟੱਚਿੰਗ, ਮਤਲਬ ਨਾ ਰੂਹ ਨੂੰ ਛੂਹਣ ਵਾਲੀ ਤੁਹਾਡੀ ਜਿਹੜੀ ਬਚਪਨ ਦੀਆਂ ਗੱਲਾਂ ਸਾਰੀਆਂ ਮੇਰੇ ਵਿੱਚ ਲਿਖਤੀਆਂ। ਜੀ ਜੀ ਯਾਦ ਆ ਗਈ। ਅੱਜ ਤੋਂ 9 ਸਾਲ ਪਹਿਲਾਂ ਮੈਂ ਕਿਤਾਬ ਛਪਾਈ ਸੀ, ਉਹਦੇ ਵਿੱਚੋਂ ਕੱਢ ਕੇ ਸੁਣਾਈ ਤੁਹਾਨੂੰ। ਜੀ 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 ਮੈਨੂੰ ਲੱਗਦਾ ਦਰਦੀ ਸਾਹਿਬ ਨੂੰ ਮੁਬਾਰਕਾਂ ਦਈਏ, 2 ਬੁੱਕ ਰਿਲੀਜ਼ ਕਰਾ ਕੇ ਆ ਰਹੇ ਇੰਡੀਆ। ਚਲੋ ਬਹੁਤ ਇੱਥੇ ਵੀ ਕਰਾਂਗੇ। ਮੈਂ ਹੁਣ ਅੱਜ ਨਾ 30 ਜੁਲਾਈ ਨੂੰ ਇੱਥੇ ਵੀ ਕਰਾਂਗੇ ਰਿਲੀਜ਼। ਇੱਥੇ ਤਾਂ ਕਰਨੀ, ਉੱਥੇ ਦੇ ਹੋ ਗਈਆਂ ਨੇ। ਹਾਂਜੀ, ਉਹਦੀ ਮੁਬਾਰਕਬਾਦ। ਇਹ ਦੋਨੋਂ ਗਜ਼ਲਾਂ ਦੀ ਕਿਤਾਬਾਂ ਸੀ। ਹਾਂਜੀ ਜੀ। ਤੇ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਕਰਦੇ ਹਾਂ ਜੀ। ਸਾਡੇ ਨਾਲ ਨੇ ਮਨਜੀਤ ਕੌਰ ਅੰਬਾਲਵੀ ਜੀ, ਤੇ ਮੈਂ ਉਹਨਾਂ ਨੂੰ ਬਹੁਤ ਆਦਰ ਸਤਿਕਾਰ ਦੇ ਨਾਲ ਜੀ ਆਇਆਂ ਕਹਿੰਦੀ ਹਾਂ ਤੇ ਖੁਸ਼ਾਮਦੀਦ ਕਹਿੰਦੀ ਹਾਂ। ਤੇ ਅੱਜ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵਿੱਚ ਅੱਜ ਦੀ ਕਾਵਿ ਮਹੀਨੇ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ। ਬਹੁਤ ਸ਼ੁਕਰੀਆ ਜੀ, ਬਹੁਤ ਸਤਿਕਾਰ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਾਰੀ ਟੀਮ ਨੂੰ, ਸਮੁੱਚੀ ਟੀਮ ਨੂੰ ਬਹੁਤ ਪਿਆਰ ਸਤਿਕਾਰ ਤੇ ਬਹੁਤ ਸ਼ੁਕਰੀਆ ਜੀ, ਜਿਨ੍ਹਾਂ ਨੇ ਮੰਚ ਨਾਲ ਜੁੜਿਆ ਹੈ। ਔਰ ਮੰਚ ਨਾਲ ਜੁੜੇ ਹੋਏ ਸਾਰੇ ਅਦੀਬਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਆਪਣੀ ਇੱਕ ਰਚਨਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮਜ਼ਬੂਤ ਕਿਨਾਰਾ। ਥੋੜਾ ਜਿਹਾ ਤਰੰਨਮ ਵਿੱਚ ਕੋਸ਼ਿਸ਼ ਕਰ ਰਹੀ ਹਾਂ ਜੀ। ਜ਼ਰੂਰ। ਕੋਮਲ ਹਿਰਦਾ ਨਹੀਂ ਸੀ ਫਿਰ ਵੀ, ਕੋਮਲ ਹਿਰਦਾ ਨਹੀਂ ਸੀ ਫਿਰ ਵੀ, ਪੂਰਨ ਜੀਵਨ ਜਾਚ ਸਿਖਾਈ। ਖਰਵੇ ਬੋਲਾਂ ਦੀ ਧਰਤੀ ਤੇ ਮੋਹ ਸਾਂਝ ਦੀ ਨੀ ਟਿਕਾਈ। ਕੋਮਲ ਹਿਰਦਾ ਨਹੀਂ ਸੀ ਫਿਰ ਵੀ, ਪੂਰਨ ਜੀਵਨ ਜਾਚ ਸਿਖਾਈ। ਖਰਵੇ ਬੋਲਾਂ ਦੀ ਧਰਤੀ ਤੇ ਮੋਹ ਸਾਂਝ ਦੀ ਨੀ ਟਿਕਾਈ। ਦਿਲ ਵਿੱਚ ਪਿਆਰ ਛੁਪਾਈ ਰੱਖਿਆ, ਦਿਲ ਵਿੱਚ ਪਿਆਰ ਛੁਪਾਈ ਰੱਖਿਆ। ਨਾ ਡਿੱਠਾ ਦਿਖਦਾ ਵਰਤਾਰਾ, ਮਾਂ ਮਮਤਾ ਦੀ ਨਦੀ ਹੈ ਜੇਕਰ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ। ਬਹੁਤ ਅੱਛੇ, ਬਾਬਲ ਦੇ ਗੁੱਸੇ ਵਿੱਚ ਦਿਸਦੀਆਂ, ਬਾਬਲ ਦੇ ਗੁੱਸੇ ਵਿੱਚ ਦਿਸਦੀਆਂ,
ਪਿਆਰ ਦੀਆਂ ਸਦ ਸਾਨੂੰ ਛੱਲਾਂ, ਹੋ ਹੈਰਾਨ ਅਸੀਂ ਸਾਂ ਸੁਣਦੇ, ਕਰਦਾ ਗੋਜ਼ ਦੀਆਂ ਜਦ ਗੱਲਾਂ, ਕਰਦਾ ਗੋਜ਼ ਦੀਆਂ ਜਦ ਗੱਲਾਂ। ਸਾਡੇ ਵਿੱਚ ਦਿਲਾਂ ਦੇ ਭਰ ਗਿਆ, ਸਾਡੇ ਵਿੱਚ ਦਿਲਾਂ ਦੇ ਭਰ ਗਿਆ, ਗਿਆਨ ਦਾ ਉਜਲਾ ਚਾਨਣ ਸਾਰਾ। ਮਾਂ ਮਮਤਾ ਦੀ ਨਦੀ ਹੈ ਜੇਕਰ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ। ਵਾਹ ਵਾਹ, ਹੱਲਾ ਬਹੁਤ ਉਮਦਾ, ਬਹੁਤ ਸ਼ੇਰੀਆਂ ਦੇ ਬਾਪੂ ਨੇ, ਹੱਲਾ ਸ਼ੇਰੀਆਂ ਦੇ ਬਾਪੂ ਨੇ, ਵਿੱਚ ਦਿਲਾਂ ਹੌਸਲਾ ਭਰਿਆ, ਮੂੰਹੋਂ ਕੱਢੀ ਹਰ ਖਾਹਿਸ਼ ਨੂੰ, ਝੱਟ ਬਾਪੂ ਨੇ ਪੂਰਾ ਕਰਿਆ। ਮੂੰਹੋਂ ਕੱਢੀ ਹਰ ਖਾਹਿਸ਼ ਨੂੰ, ਝੱਟ ਬਾਪੂ ਨੇ ਪੂਰਾ ਕਰਿਆ। ਕਿਸੇ ਚੀਜ਼ ਦੀ ਕਮੀ ਨਾ ਛੱਡੀ, ਕਿਸੇ ਚੀਜ਼ ਦੀ ਕਮੀ ਨਾ ਛੱਡੀ, ਪੂਰੀ ਕੀਤੀ ਕਰ ਹਰ ਚਾਰਾ। ਮਾਂ ਮਮਤਾ ਦੀ ਨਦੀ ਹੈ ਜੇਕਰ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ। ਸਾਰੀ ਉਮਰ ਬੱਚਿਆਂ ਦੇ ਲਈ ਰਿਹਾ ਆਪਣੇ ਫਰਜ਼ ਨਿਭਾਉਂਦਾ, ਸਾਰੀ ਉਮਰ ਬੱਚਿਆਂ ਦੇ ਲਈ ਰਿਹਾ ਆਪਣੇ ਫਰਜ਼ ਨਿਭਾਉਂਦਾ, ਦਿਲ ਦੀਆਂ ਦਿਲ ਦੇ ਵਿੱਚ ਰੱਖ ਕੇ ਹੀ ਰਿਹਾ ਜੋ ਸਾਰਾ ਬੋਝ ਉਠਾਉਂਦਾ, ਦਿਲ ਦੀਆਂ ਦਿਲ ਦੇ ਵਿੱਚ ਰੱਖ ਕੇ ਹੀ ਰਿਹਾ ਜੋ ਸਾਰਾ ਬੋਝ ਉਠਾਉਂਦਾ। ਜਿਹੜਾ ਸਾਨੂੰ ਖੁਸ਼ੀਆਂ ਵੰਡੇ, ਜਿਹੜਾ ਸਾਨੂੰ ਖੁਸ਼ੀਆਂ ਵੰਡੇ, ਕਿਉਂ ਸਮਝੀਏ ਸਾਗਰ ਖਾਰਾ, ਕਿਉਂ ਸਮਝੀਏ ਸਾਗਰ ਖਾਰਾ। ਮਾਂ ਮਮਤਾ ਦੀ ਨਦੀ ਹੈ ਜੇਕਰ, ਮਾਂ ਮਮਤਾ ਦੀ ਨਦੀ ਹੈ ਜੇਕਰ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ। ਦਿਲੀ ਆਵਾਜ਼ ਬਾਪ ਦੀ ਸੁਣ ਕੇ, ਜੀਵਨ ਰਾਹੀਂ ਕਦਮ ਟਿਕਾਉਣਾ, ਦਿਲੀ ਆਵਾਜ਼ ਬਾਪ ਦੀ ਸੁਣ ਕੇ, ਜੀਵਨ ਰਾਹੀਂ ਕਦਮ ਟਿਕਾਉਣਾ। ਉਹ ਤੁਹਾਡਾ ਮਾਰਗਦਰਸ਼ਕ ਹੈ, ਦੱਸੇ ਮੰਜ਼ਿਲ ਨੂੰ ਕਿੰਜ ਪਾਉਣਾ। ਉਹ ਤੁਹਾਡਾ ਮਾਰਗਦਰਸ਼ਕ ਹੈ, ਦੱਸੇ ਮੰਜ਼ਿਲ ਨੂੰ ਕਿੰਜ ਪਾਉਣਾ। ਮਨਜੀਤ ਕਹੇ ਸਮਝੋ ਬਾਬਲ ਨੂੰ, ਮਨਜੀਤ ਕਹੇ ਸਮਝੋ ਬਾਬਲ ਨੂੰ, ਬਾਬਲ ਸਿਰ ਦੀ ਛੱਤ ਪਿਆਰਾ। ਮਾਂ ਮਮਤਾ ਦੀ ਨਦੀ ਹੈ ਜੇਕਰ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ, ਬਾਬਲ ਹੈ ਮਜ਼ਬੂਤ ਕਿਨਾਰਾ। बहुत अच्छे, बहुत अच्छे मनजीत जी, बहुत शुक्रिया जी, बहुत बढ़िया जी, बहुत बढ़िया मनजीत भैन जी, बहुत बढ़िया ले, बहुत शुक्रिया जी वीर जी, बहुत शुक्रिया। बहुत शुक्रिया जी। मैं आए हुए सारे जड़े मैं कई नई नाम मतलब मैं जानती नहीं है, कई बारी होता है कि पढ़न च पता नहीं लगता, दूसरे दो पेज ते साडे कोल हैगे आ, दो स्क्रीन्स दे उत्ते, ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਕਹਿੰਦੀ ਆ ਜੀ। ਸਾਡੇ ਨਾਲ ਪ੍ਰੋਫੈਸਰ ਕੁਲਜੀਤ ਕੌਰ ਜੀ ਨੇ ਜਿਹੜੇ ਸਾਡੇ ਸਿਰਜਣਾ ਦੇ ਆਰ ਪਾਰ ਦੇ ਹੋਸਟ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਪ੍ਰਜਿੰਦਰ ਕਲੇਰ ਜੀ ਵੀ ਸਾਡੇ ਜਿਹੜੇ ਆਪਣੀ ਟੀਮ ਦੇ ਮੈਂਬਰ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਮੈਂ ਉਹਨਾਂ ਦਾ ਵੀ ਬਹੁਤ ਜੀ ਆਇਆਂ ਕਹਿੰਦੀ ਆ ਜੀ। ਹੁਣ ਅਸੀਂ ਚਲਦੇ ਹਾਂ ਜੀ, ਅਸੀਂ ਆਪਣੇ ਮੁੱਖ ਮਹਿਮਾਨ ਹਰਮੀਤ ਵਿਦਿਆਰਥੀ ਜੀ ਵੱਲ। ਹਰਮੀਤ ਵਿਦਿਆਰਥੀ ਜੀ ਕਹਿੰਦੇ ਆ ਜੀ, ਮੇਰਾ ਕੰਮ ਕੀ ਹੈ? ਮੇਰਾ ਕੰਮ ਸ਼ਾਇਰੀ ਹੈ। ਤੇ ਰੋਟੀ ਟੁੱਕ ਲਈ ਮੈਂ ਕੀ ਕੀਤਾ, ਤੇ ਉਹ ਜੀ ਅੱਜ ਕਹਿੰਦੇ ਆ ਪੰਜਾਬ ਸਰਕਾਰ ਤੋਂ, ਮਹਿਕਮਾ ਮਾਲ ਤੋਂ ਬਤੌਰ ਕਾਨੂੰਨ ਗੋ ਸੇਵਾ ਮੁਕਤ ਹੋਏ ਨੇ, ਕਾਨੂੰਨ ਗੋ ਸੇਵਾ ਮੁਕਤ ਹੋਏ ਨੇ। ਤੇ ਸ਼ਾਇਰੀ ਦੇ ਵਿੱਚ ਉਹਨਾਂ ਨੇ ਆਪਣੇ ਖਿਲਾਫ ਸਮੁੰਦਰ ਬੁਲਾਉਂਦਾ ਹੈ, ਉਧੜੀ ਹੋਈ ਮੈਂ, ਜ਼ਰਦ ਰੁੱਤ ਦਾ ਹਲਫੀਆ ਬਿਆਨ, ਇਹ 4 ਕਿਤਾਬਾਂ ਨੇ ਉਹਨਾਂ ਦੀਆਂ। ਉਧੜੀ ਹੋਈ ਮੈਂ ਜਿਹੜੀ ਹੈ ਉਹ 2018 ਵਿੱਚ ਲਾਹੌਰ ਤੋਂ ਉਰਦੂ ਦੇ ਵਿੱਚ ਵੀ ਛਪ ਚੁੱਕੀ ਹੈ। ਤੇ ਮੈਂ ਹੁਣ ਬਹੁਤ ਅਦਬ ਇਹਤਰਾਮ ਦੇ ਨਾਲ ਹਰਮੀਤ ਵਿਦਿਆਰਥੀ ਜੀ ਨੂੰ ਕਹਾਂਗੀ ਕਿ ਉਹ ਅੱਜ ਦੀ ਜਿਹੜੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਕਾਵਿ ਮਿਲਨੀ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਜੀ। ਜੀ ਹਰਮੀਤ ਜੀ। बहुत शुक्रिया जी।
ਵੈਲਕਮ ਜੀ, ਤੁਹਾਨੂੰ ਵੀ ਅਸੀਂ ਜਦੋਂ- ਮੁਬਾਰਕਬਾਦ ਦਿੰਨੇ, ਇਹਨਾਂ ਦੀ ਬੁੱਕ ਰਿਲੀਜ਼ ਹੋਈ ਹੁਣੇ ਜੀ। ਬਹੁਤ 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 ਮੁਬਾਰਕ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਬਹੁਤ ਮੁਬਾਰਕਬਾਦ। ਹਾਂਜੀ। ਜਦੋਂ ਰਮਿੰਦਰ ਮੈਡਮ ਹੋਰਾਂ ਦਾ ਮੈਨੂੰ ਇਸ ਪ੍ਰੋਗਰਾਮ ਦੇ ਸੰਬੰਧ ਚ ਫੋਨ ਆਇਆ ਔਰ ਉਹਨਾਂ ਨੇ ਕਿਹਾ ਕਿ ਪਿਤਾ ਬਾਰੇ ਗੱਲ ਕਰਨੀ ਹੈ, तो मैंने जॉन कानपुरी होरां दा एक शेर अचनचेत ही याद आया कि बस्ती में एक बुजुर्ग की मैयत को देखकर, बस्ती में एक बुजुर्ग की मैयत को देखकर घर आके मैं अपने बूढ़े बाप से लिपट गया। क्या बात। और मैं सिर्फ एक दा मिनट जे इजाजत होवे ते गल करनी चाहना। जरूर 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 जी कि जरूर। कोरोना तो बाद जिस तरह नाल ऑनलाइन प्रोग्राम होने शुरू होए, हाँ जी, ते हुणे नदीम अफजल जी होरी भी नाल जुड़े हुए ते मैनूं लग्या कि पंजाब सारा जिहड़ा आ वो इकट्ठा होया जी। ते पंजाबियां ने अपनी फितरत मुताबिक पंजाब एक ख्याल विच बदल के पूरी दुनिया विच फैलाया। और जिहदा असीं देख रहे हैं लगातार कि चाहे वो न्यूजीलैंड है, चाहे वो इंग्लैंड है, चाहे कैनेडा, अमरीका है और होर छोटे छोटे देशों च पंजाबियां ने अपनी मेहनत और अपने हुनर दे नाल झंडे कड्ढे आ। इहो जे प्रोग्राम सानूं सारिआं नूं इकट्ठिਆਂ मिलन दा मौका दिंदे आ। ਇਹਦੇ ਲਈ मैं शुक्रगुजार हाँ। सब तो पहला ਤਾਂ मैडम हरप्रीत कौर संधू होरां दा जिन्हां ने मैनूं अंतरराष्ट्रीय साहित्यक साझा नाल जोड़िया और मैडम रविंदर वालिया दा जिन्हां ने इस फंक्शन दे विच मैनूं मान दिता। दो शेर ते एक नज़म तुहाडे नाल सांझी करांगा जी। शेर है कि आप सहेड़े दुख दे लई ना झुरिया कर, केस किहा सी डूंगी नदी नूं तरिया कर, तेज तुरेगा तां छेती थक जावेगा, उमर दा पैंडा सहजे सहजे करिया कर। बहुत और जेड़ा शेर अज दे दिन लई है, तेज तुरेगा तां छेती थक जावेगा, उमर दे पैंडे सहजे सहजे करिया कर, सहजे सहजे उस ते पवे न साया काले वक्तां दा, उस ते पवे न साया काले वक्तां दा, कोले होवे पुत तां उच्ची हस्या कर। बहुत कोले होवे पुत तां उच्ची हस्या कर। एक नज़म थोड़े नाल सांझी करदा। नज़म दा उनवान है पिता दा हथ। जी। पिता दा हथ कंबिया, मेरी कायनात डोल गई। पिता दा हथ कंबिया, मेरी कायनात डोल गई, पैर पिता दे लड़खड़ाए, मेरे पैरां हेठली धरती कंब गई। पिता जदों मेरे सिर ते हथ धरदा तो वो सिर्फ एक हथ नहीं हुंदा, पुरखियां दे कई हथ रले हुंदे हन उस असीस दे विच। बहुत को पिता जदों मेरे सिर ते हथ धरदा वो सिर्फ एक हथ नहीं हुंदा, पुरखियां दे कई हथ रले हुंदे ने उस असीस विच। पिता दी उंगली फड़ के सिੱਖਿਆ सी मटक मटक तुरना, लिश्क उठदा सी उदों पिता दा चेहरा, अज समझ आ रहे ने उहदे चेहरे उत्तरी लिश्क दे मायने। क्या बात। हुण जदों मेरे मोढे ते हथ रख 4 कदम तुरदा है पिता, क्यों मन मन भारे हो जांदे ने मेरे पैर। हुण जदों मेरे मोढे ते हथ रख 4 कदम तुरदा है पिता, क्यों मन मन भारे हो जाते ने मेरे पैर। मेरे चेहरे की रौनक लई दिन भर दौड़दा मेरा पिता, अपनियां निक्कियां निक्कियां लोड़ां नूं कुतर कुतर के होर छोटा छोटा करदा रहा। क्या बात है। जदों कदे गुस्से विच पिता दा हथ उठदा, 2 पल दियां झंगाड़ां तो मैं तां मुक्त हो जांदा रहा, 2 पईयां विसर गईयां साडियां लत्थ बुलाई गईयां कह के। क्या बात। जदों कदे पिता दा गुस्से च हथ उठदा तां 2 पल दियां झंगाड़ां तो मैं तां मुक्त हो जांदा रहा,
ਦੋ ਪਈਆਂ ਵਿਸਰ ਗਈਆਂ ਸਾਡੀਆਂ ਲੱਤ ਬੁਲਾਈ ਗਈਆਂ ਕਹਿ ਕੇ ਲਿਸ਼ਕਦੀਆਂ ਅੱਖਾਂ ਵਾਲਾ ਪਿਤਾ ਓਲੇ ਵਿੱਚ ਵਹਾਉਂਦਾ ਰਹਿੰਦਾ ਸੀ ਅਥਰੂ। ਵਾਹ ਵਾਹ ਵਾਹ। ਜਦੋਂ ਕਦੇ ਲੋੜ ਵਿੱਚ ਪਿਤਾ ਮੈਨੂੰ ਯਾਰ ਕਹਿ ਕੇ ਬੁਲਾਉਂਦਾ, ਕਿਉਂ ਛਿੜ ਜਾਂਦੀ ਸੀ ਮੇਰੇ ਬਦਨ ਵਿੱਚ ਚੰਚਨਾਹਟ, ਮੇਰੇ ਬਾਲ ਮਨ ਨੂੰ ਕੁਝ ਪਤਾ ਨਾ ਲੱਗਦਾ। ਹੁਣ ਜਦੋਂ ਮੈਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਫੇਰਦਾ ਹਾਂ, ਇਕੱਲਾ ਨਹੀਂ ਹੁੰਦਾ ਮੇਰਾ ਹੱਥ, ਮੇਰੇ ਪਿਤਾ ਦੇ ਨਾਲ ਨਾਲ ਮੇਰੇ ਪੁਰਖਿਆਂ ਦੇ ਕਈ ਹੱਥ ਘੁਲ ਮਿਲ ਜਾਂਦੇ ਨੇ ਇਸ ਵਿੱਚ। ਪਿਤਾ ਦਾ ਹੱਥ ਉੱਠਿਆ, ਪਿਤਾ ਦਾ ਹੱਥ ਕੰਬਿਆ, ਮੇਰੀ ਕਾਇਨਾਤ ਡੋਲ ਗਈ, ਮੇਰੀ ਕਾਇਨਾਤ ਡੋਲ ਗਈ। ਵਾਹ ਜੀ ਵਾਹ ਵਾਹ, ਬਹੁਤ ਵਿਦਿਆਰਥੀ ਜੀ, ਕਮਾਲ ਜੀ, ਕਮਾਲ ਜੀ। ਸ਼ੁਕਰੀਆ ਸ਼ੁਕਰੀਆ ਜੀ, ਸ਼ੁਕਰੀਆ ਜੀ। ਸੱਚਮੁੱਚ ਏਦਾਂ ਹੀ ਹੁੰਦਾ ਜਦੋਂ ਆਪਣੇ ਬਾਪ ਨੂੰ ਬਜ਼ੁਰਗ ਹੁੰਦੇ ਵੇਖਦੇ ਆ ਨਾ। ਹਾਂ ਬਿਲਕੁਲ ਜੀ, ਬਹੁਤ ਖੂਬ। ਤੇ ਬਹੁਤ ਸ਼ੁਕਰੀਆ। ਪ੍ਰੋਗਰਾਮ ਨੂੰ ਅੱਗੇ ਕਰਦੇ ਹਾਂ ਜੀ। ਸਾਡੇ ਨਾਲ ਨੇ ਬਲਵਿੰਦਰ ਕੌਰ ਟਵਾਣਾ ਜੀ। ਮੈਂ ਉਹਨਾਂ ਨੂੰ ਕਹੂੰਗੀ ਕਿ ਅੱਜ ਦੇ ਜਿਹੜੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਆਪਣੀ ਹਾਜ਼ਰੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਪੂਰੀ ਟੀਮ, ਰਵਿੰਦਰ ਵਾਲੀਆ ਜੀ, ਰਿੰਟੂ ਭਾਟੀਆ ਜੀ ਤੇ ਹੋਰ ਵੀ ਸਭ ਮੈਂਬਰਾਂ ਦੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੰਚ ਨਾਲ ਜੋੜਿਆ। ਜ਼ਿਆਦਾ ਕੁਛ ਨਾ ਕਹਿੰਦੀ ਹੋਈ ਮੁੱਦੇ ਤੇ ਆਵਾਂਗੀ। ਪਿਓ ਹੁੰਦੇ ਬੋਹੜ, ਮਾਵਾਂ ਛਾਵਾਂ ਹੁੰਦੀਆਂ। ਪਿਓ ਹੁੰਦੇ ਬੋਹੜ, ਮਾਵਾਂ ਛਾਵਾਂ ਹੁੰਦੀਆਂ, ਰੱਬ ਵੱਲੋਂ ਮਿਲੀਆਂ ਦੁਆਵਾਂ ਹੁੰਦੀਆਂ। ਪਿਤਾ ਨਾਲ ਘਰ ਦਾ ਸ਼ਿੰਗਾਰ ਦੋਸਤੋ, ਇਹਨਾਂ ਨੂੰ ਵੀ ਕਰਿਓ ਪਿਆਰ ਦੋਸਤੋ, ਇਹਨਾਂ ਨੂੰ ਵੀ ਕਰਿਓ ਪਿਆਰ ਦੋਸਤੋ। ਤੇ ਅੱਜ ਵਾਸਤੇ ਮੈਂ ਇੱਕ ਕਵਿਤਾ ਲਿਖੀ ਹੈ, ਪਿਤਾ ਦੇ ਗੀਤ ਹੈ ਮੇਰੇ ਕੋਲ। ਹਾਂ, ਮੈਂ ਕਦੀ ਤਰਨਮ ਚ ਗਾਇਆ ਤਾਂ ਨਹੀਂ, ਪਰ ਤੁਸੀਂ ਮੇਰੀ ਆਵਾਜ਼ ਵੱਲ ਨਾ ਜਾਣਾ, ਮੇਰੇ ਅਲਫਾਜ਼ਾਂ ਵੱਲ ਜਾਣਾ, ਜਿਸ ਤਰ੍ਹਾਂ ਮੈਂ ਗਾ ਰਹੀ ਹਾਂ ਗੀਤ ਹੈ ਇਸ ਲਈ। ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ, ਤਤੜੀ ਦੇ ਸੀਨੇ ਠੰਡ ਪਾ ਬਾਪੂ ਮੇਰਿਆ। ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ, ਤਤੜੀ ਦੇ ਸੀਨੇ ਠੰਡ ਪਾ ਬਾਪੂ ਮੇਰਿਆ। ਬਾਲੜੀ ਸਰੋ ਪੈਂਦੀ ਤੂੰ ਵਰਚਾਉਂਦਾ ਸੀ, ਗੁੱਡੀਆਂ ਪਟੋਲੇ ਨਾਲੇ ਚੀਜ਼ ਵੀ ਦਿਵਾਉਂਦਾ ਸੀ। ਚੁੱਕ ਕੇ ਕਨੇੜੇ ਮੈਨੂੰ ਮੇਲਾ ਤੋਂ ਵਿਖਾਉਂਦਾ ਸੀ, ਡਾਂਟਿਆ ਨਾ ਕਰ ਮਾਂ ਤਾਈ ਸਮਝਾਉਂਦਾ ਸੀ। ਤੂੰ ਹੀ ਮੇਰਾ ਹੁੰਦਾ ਸੀ, ਤੂੰ ਹੀ ਮੇਰਾ ਹੁੰਦਾ ਸੀ, ਖੁਦਾ ਬਾਪੂ ਮੇਰਿਆ। ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ, ਤਤੜੀ ਦੇ ਸੀਨੇ ਠੰਡ ਪਾ ਬਾਪੂ ਮੇਰਿਆ। ਆਪ ਪਾਣੀ ਪੀ ਕੇ ਸਾਨੂੰ ਦੁੱਧ ਤੋਂ ਪਿਲਾਇਆ ਸੀ, ਦਿਨ ਰਾਤ ਹੱਡ ਭੰਨ ਸਾਨੂੰ ਤੂੰ ਪੜਾਇਆ ਸੀ। ਹਰ ਦੁੱਖ ਆਪਣਾ, ਹਰ ਦੁੱਖ ਆਪਣਾ ਤੂੰ ਹਾਸੇ ਚ ਲੁਕਾਇਆ ਸੀ, ਔਖੇ ਹੋ ਕੇ ਸਾਡਾ ਹਰ ਸ਼ੌਕ ਤੂੰ ਪੁਗਾਇਆ ਸੀ। ਕੌਣ ਪੂਰੇ ਕਰੂ, ਕੌਣ ਪੂਰੇ ਕਰੂ ਹੁਣ ਚਾ ਬਾਪੂ ਮੇਰਿਆ। ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ, ਤਤੜੀ ਦੇ ਸੀਨੇ ਠੰਡ ਪਾ ਬਾਪੂ ਮੇਰਿਆ। ਸਾਡੇ ਨਾਲ ਬਾਪੂ ਸਦਾ ਤੇਰੀਆਂ ਦੁਆਵਾਂ ਸੀ,
ਵੇੜੇ ਵਿੱਚ ਉੱਗਿਆ ਤੂੰ ਬੋੜ ਕਣ ਛਾਵਾਂ ਸੀ ਸਾਡੇ ਨਾਲ ਬਾਪੂ ਸਦਾ ਤੇਰੀਆਂ ਦੁਆਵਾਂ ਸੀ ਵੇੜੇ ਵਿੱਚ ਉੱਗਿਆ ਤੂੰ ਬੋੜ ਕਣ ਛਾਵਾਂ ਸੀ ਪਿਆਰ ਵਾਲੀ ਛਤਰੀ ਤੂੰ ਪਿਆਰ ਵਾਲੀ ਛਤਰੀ ਤੂੰ ਠੰਡੀਆਂ ਹਵਾਵਾਂ ਸੀ ਤਪੱਸਿਆ ਸੀ ਤੇਰੀ ਸਾਥੋਂ ਦੂਰ ਬੁਲਾਵਾਂ ਸੀ ਤੱਤੀ ਪੌਣ ਚੱਲੀ ਫੇਰਾ ਪਾ ਬਾਪੂ ਮੇਰਿਆ ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ ਤਤੜੀ ਦੇ ਸੀਨੇ ਠੰਡ ਪਾ ਬਾਪੂ ਮੇਰਿਆ ਕੱਲ ਰਾਤੀ ਬਾਪੂ ਮੇਰੇ ਸੁਪਨੇ ਚ ਆਇਆ ਸੀ ਚੁੰਮ ਕੇ ਤੂੰ ਮੱਥਾ ਮੇਰਾ ਸੂਟ ਫੜਾਇਆ ਸੀ ਹੰਝੂ ਮੇਰੇ ਵੇਖ ਤੇਰਾ ਦਿਲ ਪਰ ਆਇਆ ਸੀ ਗੋਦੀ ਚ ਬਿਠਾ ਕੇ ਮੈਨੂੰ ਲਾਡ ਲਡਾਇਆ ਸੀ ਗੋਦੀ ਚ ਬਿਠਾ ਕੇ ਮੈਨੂੰ ਲਾਡ ਤੂੰ ਲਡਾਇਆ ਸੀ ਸੱਚੀ ਮੁੱਚੀ ਕਿਧਰੋਂ ਤਾਂ ਸੱਚੀ ਮੁੱਚੀ ਕਿਧਰੋਂ ਤਾਂ ਆ ਬਾਪੂ ਮੇਰਿਆ ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ ਤਤੜੀ ਤੇ ਸੀਨੇ ਠੰਡ ਪਾ ਬਾਪੂ ਮੇਰਿਆ ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ ਇੱਕ ਵਾਰੀ ਛਾਤੀ ਨਾਲ ਲਾ ਬਾਪੂ ਮੇਰਿਆ ਲਾ ਬਾਪੂ ਮੇਰਿਆ ਲਾ ਬਾਪੂ ਮੇਰਿਆ ਬਹੁਤ ਧੰਨਵਾਦ ਜੀ ਬਹੁਤ ਵਾਹ 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 ਬਹੁਤ ਉਮਦਾ ਬਹੁਤ ਵਧੀਆ ਤੁਸੀਂ ਬਹੁਤ ਸੋਹਣਾ ਗਾਇਆ ਵੀ ਬਹੁਤ ਸੋਹਣਾ ਬਹੁਤ ਚੰਗਾ ਲੱਗਾ ਬਹੁਤ ਵਧੀਆ ਪਹਿਲੀ ਵਾਰੀ ਗਾਇਆ ਵੈਸੇ ਨਹੀਂ ਆਪਨੇ ਬਲਵਿੰਦਰ ਭੈਣ ਜੀ ਪਹਿਲੀ ਵਾਰ ਗਾਇਆ ਪਰ ਬਹੁਤ ਵਧੀਆ ਗਾਇਆ ਬਹੁਤ ਵਧੀਆ ਗਾਇਆ ਹਾਂ ਇਸ ਪ੍ਰੋਗਰਾਮ ਨੂੰ ਅੱਗੇ ਕਰਦੇ ਆ ਤੇ ਹੁਣ ਸਾਡੇ ਨਾਲ ਨੇ ਸਰ ਦੇਖੋ ਇੰਟਰਨੈਸ਼ਨਲ ਸਾਹਿਤਕ ਸਾਂਝਾ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦਾ ਮਤਲਬ ਇਹ ਹੈ ਕਿ ਅਸੀਂ ਅੰਤਰਰਾਸ਼ਟਰੀ ਇੱਕ ਦੂਸਰੇ ਦੇ ਨਾਲ ਮਿਲੇ ਹੋਏ ਆ ਤੇ ਹੁਣ ਸਾਡੇ ਕੋਲ ਇੰਡੀਆ ਤੋਂ ਦੇਖੋ ਦਿੱਲੀ ਤੋਂ ਰਵੀ ਚੱਡਾ ਜੀ ਸਾਡੇ ਨਾਲ ਨੇ ਤੇ ਮੈਂ ਬਹੁਤ ਅਦਬ ਇਹਤਰਾਮ ਦੇ ਨਾਲ ਉਹਨਾਂ ਦਾ ਜੀ ਆਇਆਂ ਕਹਿੰਦੀ ਹਾਂ ਤੇ ਉਹਨਾਂ ਨੂੰ ਕਹਿੰਦੀ ਹਾਂ ਜੀ ਅੱਜ ਇਹ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਕਾਵਿ ਮਿਲਣੀ ਚ ਹਾਜ਼ਰੀ ਲਗਵਾਓ ਜੀ ਜੀ ਰਵੀ ਜੀ ਅਨਮਿਊਟ ਕਰ ਲੈਣਾ मैं तय दिल तो सब दी आभारी हाँ मैं रवि चड्डा दिल्ली तो बोल रही हाँ और मैं ते बहुत ही एमेच्योर हैगी हाँ इत्थे ते बड़े वड्डे वड्डे कवि श्री और कवि बैठे हुए ने लेकिन मैं चंद सतरां लिखियां ने वो मैं पेश करना चाहूंगी जी जो पिता जगते न्यारा क्यों है पिता जगते न्यारा क्यों है लगदा सब नू प्यारा क्यों है किसी दा बल ते वीर किसी दा शमशीर किसी दा हरमन प्यारा क्यों है किसी दा हरमन प्यारा क्यों है बाहरों सख्त ते अंदरों नरम बाहरों सख्त ते अंदरों नरम दूर करे मेरे सब परम सिखाए सदा मैनू शुभ करम हर बेटी दा मान हर मुश्किल आसान रात दे पहरे ते दिन चढ़े ते जाए कमान ला ना सका तेरा एहसान मेरियां अखां दा तारा क्यों है मेरियां अखां दा तारा क्यों है अच्छा यादां पिता दियां जद आउंदियां ने अखां हंजुआं नाल छलक जांदियां ने तंदा चित ते मन दियां छिड़ जांदियां ने
ਤਸਵੀਰਾਂ ਅੱਖਾਂ ਵਿੱਚ ਖਿੱਚ ਜਾਂਦੀਆਂ ਨੇ। ਕਿਵੇਂ ਸਦਰਾਂ ਨਾਲ ਪਾਲਿਆ ਸੀ, ਕਾਲਣਾ ਕਈ ਕਾਲਿਆ ਸੀ, ਪੈਰਾਂ ਤੇ ਪੈਰ ਰੱਖ ਕੇ ਚਲਾਇਆ ਸੀ, ਸੱਚ ਦਾ ਰਾਹ ਤੂੰ ਦਿਖਾਇਆ ਸੀ। ਪਿਤਾ ਸਭ ਤੋਂ ਨਿਆਰਾ ਕਿਉਂ ਹੈ, ਪਿਤਾ ਸਭ ਤੋਂ ਨਿਆਰਾ ਕਿਉਂ ਹੈ। ਰੱਖਾਂ ਜਿਸ ਚੀਜ਼ ਤੇ ਹੱਥ ਤੂੰ ਲੈ ਕੇ ਆਇਆ ਸੀ, ਨਾਜ਼ ਮੇਰੇ ਤੇ ਖਾਹਿਸ਼ਾਂ ਨੂੰ ਪੂਰਾ ਕਰਕੇ ਤੂੰ ਆਇਆ ਸੀ। ਦੁੱਖ ਮੈਨੂੰ ਹੋਏ ਜਰਾ ਵੀ, ਉਫ ਤੇਰੇ ਅੰਦਰੋਂ ਨਿਕਲਦੀ ਸੀ। ਰੱਖੇ ਪਿੱਠ ਤੇ ਹੱਥ ਸਦਾ, ਓਟ ਸਦਾ ਤੇਰੀ ਮਿਲਦੀ ਸੀ। ਪਿਤਾ ਕੋਲੋਂ ਸਦਾ ਸੱਚ ਦੇ ਰਾਹ ਤੇ ਚੱਲਣ ਦੀ ਸਿੱਖ ਮਿਲਦੀ ਸੀ। ਸੇਵਾ ਤੇ ਸਿਮਰਨ ਤੇਰੇ ਵੇਖ ਕੇ ਦੁਆ ਸਦਾ ਨਿਕਲਦੀ ਸੀ। ਰੱਬਾ ਮੈਨੂੰ ਵੀ ਇਸ ਰਾਹ ਟੋਰੀ, ਇਬਾਦਤ ਅਰਜ਼ੋਈ ਇਹੀ ਹੁੰਦੀ ਸੀ। ਪਿਤਾ ਤੂੰ ਸਚਿਆਰਾ ਕਿਉਂ ਹੈ, ਪਿਤਾ ਤੂੰ ਸਚਿਆਰਾ ਕਿਉਂ ਹੈ। ਪਿਤਾ ਮੇਰਾ ਪਾਣੀ ਵਰਗਾ, ਨਿਰਮਲ ਸ਼ੀਤਲ ਉਜਲ ਕਰਦਾ। ਪਿਤਾ ਮੇਰਾ ਪਾਣੀ ਵਰਗਾ, ਨਿਰਮਲ ਸ਼ੀਤਲ ਉਜਲ ਕਰਦਾ। ਪਿਤਾ ਮੇਰਾ ਸੂਰਜ ਦੀਆਂ ਕਿਰਨਾਂ, ਰੋਸ਼ਨ ਰਾਹ ਉਹ ਸਦਾ ਕਰਦਾ। ਪਿਤਾ ਮੇਰਾ ਦਰਖਤ ਵਰਗਾ, ਸਦਾ ਠੰਡਕ ਤੇ ਛਾਂ ਕਰਦਾ। ਪਿਤਾ ਮੇਰਾ ਦਰਖਤ ਵਰਗਾ, ਸਦਾ ਠੰਡਕ ਤੇ ਛਾਂ ਕਰਦਾ। ਪਿਤਾ ਮੇਰਾ ਧਰਤੀ ਵਰਗਾ, ਸੰਤੋਖੀ ਆਪਾ ਵਾਰ ਕੇ ਮੇਰਾ ਪੇਟ ਭਰਦਾ। ਪਿਤਾ ਮੇਰਾ ਮਜ਼ਬੂਤ ਪਹਾੜਾਂ ਵਰਗਾ, ਢਾਲ ਮੇਰੀ ਸਦਾ ਬਣਦਾ। ਪਿਤਾ ਮੇਰਾ ਮਜ਼ਬੂਤ ਪਹਾੜਾਂ ਵਰਗਾ, ਢਾਲ ਮੇਰੀ ਸਦਾ ਬਣਦਾ। ਸਮੁੰਦਰ ਦੀਆਂ ਲਹਿਰਾਂ ਵਰਗਾ, ਦੁੱਖ ਦਰਦ ਸਾਰੇ ਲੈ ਟੁਰਦਾ। ਸਮੁੰਦਰ ਦੀਆਂ ਲਹਿਰਾਂ ਵਰਗਾ, ਦੁੱਖ ਦਰਦ ਸਾਰੇ ਲੈ ਟੁਰਦਾ। ਪਿਤਾ ਦੀ ਹੋਂਦ ਤੋਂ ਬਿਨਾਂ ਮੇਰਾ ਜੀਵਨ ਕਿਵੇਂ ਬਣਦਾ। ਪਿਤਾ ਦੀ ਹੋਂਦ ਤੋਂ ਬਿਨਾਂ ਮੇਰਾ ਜੀਵਨ ਕਿਵੇਂ ਬਣਦਾ। ਪਿਤਾ ਜਗ ਤੇ ਨਿਆਰਾ ਕਿਉਂ ਹੈ, ਪਿਤਾ ਸਭ ਨੂੰ ਪਿਆਰਾ ਕਿਉਂ ਹੈ, ਪਿਤਾ ਸਭ ਨੂੰ ਪਿਆਰਾ ਕਿਉਂ ਹੈ। क्या बात है, बहुत अच्छा, बहुत अच्छा, बहुत अच्छा। ਤੇ ਨਹੀਂ ਤੇ ਤੁਸੀਂ ਵਾਲੇ ਸ਼ੁਰੂਆਤ ਕੀਤੀ ਹੈ ਤੇ ਬਹੁਤ ਸੋਹਣੀ ਕਵਿਤਾ ਅੱਜ ਦੀ ਜਿਹੜੀ ਹੈ ਬਹੁਤ ਬਹੁਤ ਵਧੀਆ। ਥੈਂਕ ਯੂ ਸੁਖਜੀਤ ਜੀ ਦਾ ਵੀ, ਉਹਨਾਂ ਜੀ ਨੇ ਮਿਲਾਇਆ ਇਹਨਾਂ ਨਾਲ। ਹਾਂਜੀ, ਸ਼ੁਕਰੀਆ ਤੁਹਾਡਾ ਜੀ ਜਿਨ੍ਹਾਂ ਨੇ ਮੰਚ ਨਾਲ ਮਿਲਾਇਆ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸਾਡੇ ਕੋਲ ਹਰਜੀਤ ਬਾਜਵਾ ਜੀ ਵੀ ਆਏ ਹੋਏ ਨੇ, ਅਸੀਂ ਉਹਨਾਂ ਦਾ ਵੀ ਵੈਲਕਮ ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਵੈਲਕਮ। ਹੁਣ ਅਸੀਂ ਆਪਣੇ ਮੁੱਖ ਮਹਿਮਾਨ ਸੁਮਨ ਬਾਲਾ ਜੀ ਕੌਣ ਹੈ, ਇਹਨਾਂ ਦਾ ਪੁੱਛ ਰਹੀ ਹਾਂ। ਹਾਂ ਕੋਈ ਨਹੀਂ, ਕਰਦੇ ਹਾਂ ਜੀ। ਅਸੀਂ ਆਪਣੇ ਮੁੱਖ ਮਹਿਮਾਨ ਡਾਕਟਰ ਜਗਮੋਹਨ ਸੰਘਾ ਜੀ ਦੇ ਕੋਲ ਪਹੁੰਚਦੇ ਹਾਂ ਜੀ, ਤੇ ਉਹਨਾਂ ਨੂੰ ਕਹਿੰਦੇ ਆ ਕੁਝ ਆਪਣੇ ਵਿਚਾਰ ਤੇ ਆਪਣੀ ਜਿਹੜੀ ਹੈ ਉਹ ਨਜ਼ਮ ਗਜ਼ਲ ਉਹਨਾਂ ਨੇ ਸੁਣਾਉਣਾ। तो आज दी हाजिरी लगवान जी अंतरराष्ट्रीय साहित्यिक साझा जी जगमोहन डॉक्टर साहब। थैंक यू सो मच रिंटू जी। बड़ा मजा आ रहा है, बहुत सारे अच्छे अच्छे कवियों को सुनना मिल रहा है। अज दी सवेर कैनेडा विच ते सवेर है, इंडिया च शाम। देखो मैं देख रहा सी कि फादर ਲਈ ਜਿਹੜਾ ਇੱਕ ਇਹਤਰਾਮ ਹੈਗਾ ਹੈ ਉਹ ਸਾਰਿਆਂ ਦਾ ਇੱਕ ਸਾਂਝਾ ਹੈਗਾ ਹੈ, ਔਰ ਅਲਫਾਜ਼ ਜਿਹੜੇ ਨੇ ਅਲੱਗ-ਅਲੱਗ ਨੇ, ਤਾਸੁਰਾਤ ਉਹੀਓ ਨੇ। ਤੇ ਮੈਂ ਕੱਲ ਰਵਿੰਦਰ ਵਾਲੀਆ ਜੀ ਕਹਿ ਰਹੇ ਸੀਗੇ ਕਿ ਤੁਸੀਂ ਵੀ ਆਪਣੀ ਅਗਰ ਕਵਿਤਾ ਸੁਣਾਣੀ ਹੈ ਤੇ ਫਾਦਰਸ ਡੇ ਤੇ ਹੀ ਲਿਖੋ। ਜਦੋਂ ਮੈਂ ਲਿਖਣ ਬੈਠਿਆ ਤੇ ਮੈਨੂੰ ਲੱਗਿਆ ਕਿ ਹੁਣ ਫਾਦਰ ਨੂੰ ਕੀ ਨਾਂ ਦਿੱਤਾ ਜਾਵੇ। ਅਲੱਗ-ਅਲੱਗ ਨਾਵਾਂ ਨਾਲ ਅਸੀਂ ਉਹਨਾਂ ਨੂੰ ਮੁਖਾਤਿਬ ਕਰਦੇ ਹਾਂ, ਪਰ ਮੈਨੂੰ ਕੁਝ ਵੀ ਢੁਕਵਾਂ ਨਹੀਂ ਸੀ ਲੱਗ ਰਿਹਾ ਜਿਹੜਾ ਕਿ ਮੈਂ ਕਵਿਤਾ ਦੇ ਵਿੱਚ ਲਿਖ ਪਾਉਂਦਾ। ਔਰ ਮੈਨੂੰ ਉਂਝ ਵੀ ਲੱਗਿਆ ਕਿ ਫਾਦਰ ਤੇ ਲਿਖਣਾ ਕਿੰਨਾ ਔਖਾ ਹੈ। ਕੱਲ ਪਹਿਲੀ ਵਾਰ ਮੈਂ ਇਹ ਮਹਿਸੂਸ ਕੀਤਾ, ਕਿਉਂਕਿ ਲਿਖਣ ਨੂੰ ਇੰਨਾ ਕੁਝ ਹੈ ਕਿ ਕਵਿਤਾ ਸੁਣਾਣੀ ਸ਼ੁਰੂ ਹੋਏਗੀ ਤੇ ਬਹੁਤ ਲੰਬੀ ਹੋ ਜਾਏਗੀ। ਬਹਿਰਹਾਲ ਮੈਂ ਕੁਝ ਇੱਕ ਲਿਖਿਆ ਉਹਨਾਂ ਬਾਰੇ ਔਰ ਕੋਈ ਨਾਂ ਨਹੀਂ ਦਿੱਤਾ। ਔਰ ਇਹ ਜਿਹੜੀ ਮੈਂ ਪੋਇਮ ਸੁਣਾਉਣ ਜਾ ਰਿਹਾ ਹੈਗਾ ਉਹ ਬਿਨਾਂ ਨਾਂ ਤੋਂ ਹੀ ਉਹਨਾਂ ਨੂੰ ਮੁਖਾਤਿਬ ਕੀਤੇ, ਨਾ ਬਾਪੂ ਕਿਆ, ਨਾ ਬਾਪ ਕਿਆ, ਨਾ ਪਿਤਾ ਜੀ ਕਿਆ, ਨਾ ਡੈਡੀ ਕਿਆ। ਉਹ ਮੈਂ ਇੱਕ ਤੁਹਾਨੂੰ ਸੁਣਾਉਣ ਜਾ ਰਿਹਾ ਹੈਗਾ ਜੀ। ਥੈਂਕ ਯੂ।
ਮੇਰੇ ਫਾਦਰ ਆਰਮੀ ਅਫਸਰ ਸੀਗੇ, ਹੁਣ ਨਹੀਂ ਨੇ, ਔਰ ਹਰ ਪਲ ਜ਼ਾਹਿਰ ਹੈ ਕਿ ਸਭ ਵਾਂਗੂ ਬਹੁਤ ਹੀ ਉਹਨਾਂ ਨੂੰ ਮਿਸ ਕੀਤਾ ਜਾਂਦਾ ਹੈ। ਜੋ ਜਦੋਂ ਵੀ ਅਸੀਂ ਆਪਣਿਆਂ ਨੂੰ ਖੋ ਦਿੰਦੇ ਹੈਗੇ ਆ ਤੇ ਇਹ ਜ਼ਾਹਰੀ ਤੌਰ ਤੇ ਗੱਲ ਹੈਗੀ ਹੈ ਕਿ ਅਸੀਂ ਬਹੁਤ ਮਿਸ ਕਰਦੇ ਆ। ਤੇ ਮੈਂ ਲਿਖਿਆ ਹੈ ਕਿ ਵੈਸੇ ਤਾਂ ਆਪਣਿਆਂ ਦੇ ਜਾਣ ਪਿੱਛੋਂ ਵੀ ਜ਼ਿੰਦਗੀ ਉਂਝ ਹੀ ਚੱਲਦੀ ਹੈ, ਵੈਸੇ ਤਾਂ ਆਪਣਿਆਂ ਦੇ ਜਾਣ ਪਿੱਛੋਂ ਵੀ ਜ਼ਿੰਦਗੀ ਉਂਝ ਹੀ ਚੱਲਦੀ ਹੈ, ਪਰ ਟੀਸ ਜਿਹੀ ਇੱਕ ਉੱਠਦੀ ਹੈ ਸ਼ਾਮ ਜਦੋਂ ਵੀ ਢਲਦੀ ਹੈ। ਕਿਆ ਬਾਤ ਹੈ। ਬੁਲਬੁਲੇ ਮਾਨੰਦ ਜਿੰਦ ਕਿਉਂ ਹੁੰਦੀ, ਬੁਲਬੁਲੇ ਮਾਨੰਦ ਜਿੰਦ ਕਿਉਂ ਹੁੰਦੀ, ਇਸ ਗੱਲ ਤੇ ਹੈਰਾਨ ਬੜੇ ਹਾਂ। ਰਾਹ ਦਿਖਾਈ ਜੋ ਫੜ ਕੇ ਉਂਗਲੀ, ਉਸ ਰਾਹ ਤੇ ਅਸੀਂ ਅੱਜ ਵੀ ਖੜੇ ਹਾਂ। ਕਦੇ ਕਿਸੇ ਗੱਲ ਤੇ ਖੁੱਲ ਕੇ ਹੱਸਣਾ, ਕਦੀ ਹੱਥ ਸਾਡੇ ਸਿਰ ਤੇ ਰੱਖਣਾ, ਯਕਾਯਕ ਸਭ ਖਾਮੋਸ਼ ਹੋ ਗਿਆ, ਬਿਨ ਆਪਣਿਆਂ ਹੁਣ ਕਾਹਦਾ ਵਸਣਾ। ਬਣ ਬੱਚਿਆਂ ਦੇ ਇੱਛਾ ਪੂਰਕ, ਅਜ਼ੀਮ ਜਿਹਾ ਦੁਲਾਰ ਉਹ ਦੇਵਣ, ਅੰਦਰ ਝਿੜਕਣ ਬਾਹਰ ਪਰਦੇ ਪਾਵਣ, ਕਿੰਨਾ ਬੇਸ਼ਰਤਾ ਪਿਆਰ ਉਹ ਦੇਵਣ। ਹੁਣ ਸਭ ਖੁਸ਼ੀਆਂ ਨੇ ਉਹ ਨਹੀਂ ਨੇ, ਹੁਣ ਸਭ ਖੁਸ਼ੀਆਂ ਨੇ ਉਹ ਨਹੀਂ ਨੇ, ਵਕਤ ਮਹਿਜ਼ ਗੁਸਰ ਬਸਰ ਹੈ ਸ਼ਾਇਦ, ਬੁਲੰਦੀਆਂ ਜਿਹੜੀਆਂ ਮਿਲੀਆਂ ਸਾਨੂੰ, ਦੁਆਵਾਂ ਦਾ ਹੀ ਅਸਰ ਹੈ ਸ਼ਾਇਦ। ਔਰ ਆਖਰੀ 4 ਲਾਈਨਾਂ ਨੇ ਸੁਣਨਾ। ਕੁਝ ਉਮੀਦਾਂ ਦੀ, ਕੁਝ ਸਦਰਾਂ ਦੀ, ਜਿਉਂਦੇ ਜੀ ਲੌ ਜਿਹੀ ਬਲਦੀ ਹੈ। ਕੁਝ ਉਮੀਦਾਂ ਦੀ, ਕੁਝ ਸਦਰਾਂ ਦੀ, ਜਿਉਂਦੇ ਜੀ ਲੌ ਜਿਹੀ ਬਲਦੀ ਹੈ। ਕਾਇਨਾਤ ਦਾ ਨਿਜ਼ਾਮ ਹੈ ਆਖਿਰ, ਮਿੱਟੀ ਵਿੱਚ ਮਿੱਟੀ ਰਲਦੀ ਹੈ। ਵੈਸੇ ਤਾਂ ਆਪਣਿਆਂ ਦੇ ਜਾਣ ਪਿੱਛੋਂ ਜ਼ਿੰਦਗੀ ਉਂਝ ਹੀ ਚੱਲਦੀ ਹੈ, ਪਰ ਟੀਸ ਜਿਹੀ ਉੱਠਦੀ ਹੈ ਸ਼ਾਮ ਜਦੋਂ ਵੀ ਢਲਦੀ ਹੈ। ਵਾਹ ਵਾਹ, ਬਹੁਤ ਬਹੁਤ ਕੁਝ ਮੋਹਨ ਸਰ, ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਸੋ ਮਚ, ਥੈਂਕ ਯੂ। ਬਹੁਤ ਸ਼ੁਕਰੀਆ ਡਾਕਟਰ ਜਗਮੋਹਨ ਸੰਘਾ ਜੀ, ਬਹੁਤ ਸ਼ੁਕਰੀਆ। ਤੇ ਮੇਰੇ ਖਿਆਲ ਅਸੀਂ ਹੁਣ ਆਪਣੇ ਖਤਮ ਹੋਣ ਵਾਲੇ ਪਾਸੇ ਜਾ ਰਹੇ ਹਾਂ, ਤੇ ਸਾਡੇ ਨਾਲ ਨੇ ਕਮਲਜੀਤ ਸਰਹੰਦ ਜੀ, ਕਮਲਜੀਤ ਸਰਹੰਦ। ਡਾਕਟਰ ਸੂਰਿਆ ਖੁਸ਼ ਵੀ ਪਹਿਲੀ ਵਾਰੀ ਆਏ ਨੇ, ਉਹਨਾਂ ਨੂੰ ਵੈਲਕਮ ਕਹਿੰਦੇ ਆ ਜੀ। ਜੀ ਬਿਲਕੁਲ ਨਜ਼ਰ ਆ ਗਏ ਨੇ ਰਾਜਵਿੰਦਰ ਸੈਣੀ ਵੀ, ਡਾਕਟਰ ਰਾਜਵਿੰਦਰ ਸੈਣੀ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਮਲਜੀਤ ਸਰਹੰਦ ਜੀ, ਪਲੀਜ਼ ਤੁਸੀਂ ਆਪਣੀ ਹਾਜ਼ਰੀ ਲਗਵਾਓ ਜੀ। ਵੈਲਕਮ ਕਮਲਜੀਤ ਜੀ। ਥੈਂਕ ਯੂ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਮੂਹ ਹਾਜ਼ਰੀਨ, ਮੈਂਬਰ ਸਾਹਿਬਾਨ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰੀ ਕਵਿਤਾ ਦਾ ਸਰਲੇਖ ਹੈ ਪਿਓ ਮੇਰਾ। ਜੀ। ਹਾਂ ਮੇਰਾ ਪਿਓ ਵੀ ਮਾਂ ਵਰਗਾ ਸੀ, ਹਾਂ ਮੇਰਾ ਪਿਓ ਵੀ ਮਾਂ ਵਰਗਾ ਸੀ, ਮਿੱਠੀ ਠੰਡੀ ਛਾਂ ਵਰਗਾ ਸੀ। ਘਰ ਸਾਡੇ ਸੀ ਅਤ ਗਰੀਬੀ, ਘਰ ਸਾਡੇ ਸੀ ਅਤ ਗਰੀਬੀ, ਅਤ ਗਰੀਬੀ ਘੋਰ ਉਦਾਸੀ। ਇਸ ਗਰੀਬੀ ਦਾ ਝਾੜਿਆ ਚੰਬਿਆ, ਪਿਓ ਮੇਰਾ ਪਰਦੇਸੀ ਹੋਇਆ। ਉਮਰ ਮੇਰੀ ਦੀ ਝੋਲੀ ਦੇ ਵਿੱਚ, ਉਮਰ ਮੇਰੀ ਦੀ ਝੋਲੀ ਦੇ ਵਿੱਚ 3, 4 ਜਾਂ 5 ਵਰੇ ਸੀ। ਪਿਓ ਦੇ ਦੁੱਖ ਵਿਛੋੜੇ ਵਾਲੇ ਅਸੀਂ ਵੀ ਔਖੇ ਬਹੁਤ ਜਰੇ ਸੀ। ਵਾਹ, ਬਹੁਤ ਅੱਛੇ। ਮੇਰੀ ਕਰਮਾਂ ਮਾਰੀ ਮਾਂ ਦੀ, ਮੇਰੀ ਕਰਮਾਂ ਮਾਰੀ ਮਾਂ ਦੀ, ਵਿੱਚ ਉਡੀਕਾਂ ਗਈ ਜਵਾਨੀ। ਉਹਦੀ ਝੁਰਦੀ ਦੇਹ ਨੂੰ ਤੱਕ ਕੇ ਮਨ ਨੂੰ ਹੁੰਦੀ ਸੀ ਪਰੇਸ਼ਾਨੀ। ਪਿਓ ਤੁਰਿਆ ਸੀ ਜੇਠ ਦੀ ਰੁੱਤੇ, ਪਿਓ ਤੁਰਿਆ ਸੀ ਜੇਠ ਦੀ ਰੁੱਤੇ, ਮੈਂ ਤੇ ਮਾਂ ਫਿਰ ਕਦੇ ਨਾ ਸੁੱਤੇ। ਬੇਵਾ ਵਾਂਗੂ ਉਮਰ ਸੀ ਕੱਟੀ, ਫੁੱਲ ਨਾ ਟੰਗਿਆ ਜੋਬਨ ਗੁੱਤੇ। ਵਾਹ ਵਾਹ ਬਈ ਵਾਹ, ਬਹੁਤ ਅੱਛੇ, ਬਹੁਤ ਅੱਛੇ। ਮੈਂ ਨਿੱਕੀ ਤੋਂ ਵੱਡੀ ਹੋਈ, ਮੈਂ ਨਿੱਕੀ ਤੋਂ ਵੱਡੀ ਹੋਈ, ਰੀਝ ਮਿਲਣ ਦੀ ਗੱਡੀ ਹੋਈ। ਇੱਕ ਦਿਨ ਪਿਓ ਵਤਨਾਂ ਨੂੰ ਮੁੜਿਆ, ਇੱਕ ਦਿਨ ਪਿਓ ਵਤਨਾਂ ਨੂੰ ਮੁੜਿਆ, ਮੇਰਾ ਮਨ ਹੰਝੂਆਂ ਵਿੱਚ ਰੁੜਿਆ। ਉਮਰ ਗੁਆ ਕੇ ਪੈਸਾ ਲੱਤਾ, ਉਮਰ ਗੁਆ ਕੇ ਪੈਸਾ ਲੱਤਾ, ਪਿਓ ਮੇਰੇ ਨੇ ਖੂਬ ਕਮਾਇਆ। ਅੱਧਿਓਂ ਬਹੁਤਾ ਖੂਬ ਵਿੱਚ ਪਾ ਕੇ ਆ ਕੇ ਮੇਰਾ ਕਾਜਰ ਚਾਇਆ। ਪੈਸੇ ਗਹਿਣੇ ਦਾਜ ਦੇ ਗੱਡੇ, ਪੈਸੇ ਗਹਿਣੇ
ਦਾਜ ਦੇ ਗੱਡੇ ਸਹੁਰਿਆਂ ਦੇ ਘਰ ਭਰਨੇ ਵੱਡੇ। ਪੈਸੇ ਗਹਿਣੇ ਦਾਜ ਦੇ ਗੱਡੇ ਸਹੁਰਿਆਂ ਦੇ ਘਰ ਭਰਨੇ ਵੱਡੇ। ਇੱਕ ਧੀਆਂ ਦੇ ਵਿੱਚ ਵਸੇਬੇ, ਇੱਕ ਧੀਆਂ ਦੇ ਵਿੱਚ ਵਸੇਬੇ ਪਿਓਆਂ ਨੇ ਘਰ ਕਾਹਤੋਂ ਛੱਡੇ। ਮੈਂ ਇੱਕ ਸੁੱਖਾ ਲੱਦਾ ਜੀ ਸੀ, ਮੈਂ ਇੱਕ ਸੁੱਖਾ ਲੱਦਾ ਜੀ ਸੀ, ਮੈਂ ਮੇਰੇ ਪਿਓ ਦੀ ਕੱਲੀ ਧੀ ਸੀ। ਫਿਕਰ ਮੇਰਾ ਮੇਰੀ ਮਾਂ ਨੂੰ ਖਾ ਗਿਆ, ਫਿਕਰ ਮੇਰਾ ਮੇਰੇ ਪਿਓ ਨੂੰ ਖਾ ਗਿਆ। ਮੇਰੇ ਲਈ ਪਿਓ ਪਰਦੇਸੀ ਹੋਇਆ, ਮਾਂ ਨੇ ਰੋਗ ਹਿਜਰ ਦਾ ਢੋਇਆ। ਪਿਓ ਮੇਰਾ ਪਰਦੇਸੀ ਹੋਇਆ, ਪਿਓ ਕਿਉਂ ਤੂੰ ਪਰਦੇਸੀ ਹੋਇਆ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਬਹੁਤ ਅੱਛਾ ਕਮਲਜੀਤ ਜੀ, ਬਹੁਤ ਵਧੀਆ, ਬਹੁਤ ਵਧੀਆ। ਡਾਕਟਰ ਨਿਸ਼ਚਲ ਨੇ, ਡਾਕਟਰ Thank you, ਪਤਿੰਦਰ sir. ਨੇ। ਅੰਜਨਾ ਜੀ 2 ਮਿੰਟ ਕੁਝ ਕਹਿਣਾ ਚਾਹੁੰਦੇ ਨੇ? ਇਹਨੂੰ ਪੁੱਛ ਲਓ ਰਿੰਟੂ ਜੀ, ਹੈ ਟਾਈਮ ਕਿ ਨਹੀਂ? ਆਸ਼ਾ ਜੀ ਆ ਗਏ ਨੇ, ਵੈਲਕਮ ਆਸ਼ਾ ਜੀ, ਨਜ਼ਰ ਆ ਗਏ ਨੇ। नमस्कार रंजना जी, नमस्कार। सो सॉरी, ਹੋ ਗਿਆ ਰਿੰਟੂ ਜੀ, ਦੇਖੋ मान चलिया सारा ही ਨਹੀਂ ਕੋਈ ਗੱਲ ਨਹੀਂ ਆਸ਼ਾ ਜੀ, ਸ਼ੁਕਰੀਆ ਤੁਹਾਡਾ, ਤੁਸੀਂ ਪਹੁੰਚ ਗਏ, ਬਹੁਤ ਸ਼ੁਕਰੀਆ ਜੀ। ਮੈਨੂੰ ਅੱਜ ਤੁਹਾਡੀ ਡਿਊਟੀ ਨਿਭਾਉਣੀ ਪਈ ਹੈ, ਪਰ ਕੋਈ ਗੱਲ ਨਹੀਂ। ਹੁਣ थैंक यू। ਇਹਨਾਂ ਨੇ ਵੀ ਕਿਸੇ ਹੋਰ ਮੀਟਿੰਗ 'ਚ ਜਾਣਾ ਸੀ, ਥੋੜਾ ਲੇਟ ਹੋ ਗਏ। ਚਲੋ ਰਿੰਟੂ ਜੀ ਦੇਖੋ ਜੀ। ਕਮਲਗੀਤ, ਤੁਸੀਂ ਕੁਐਸਚਨ ਮਾਰਕ ਜਿਹੜਾ ਛੱਡਿਆ ਬਹੁਤ ਸੋਹਣਾ, ਮੈਨੂੰ ਬਹੁਤ ਚੰਗੀ ਲੱਗੀ ਉਹ ਕਵਿਤਾ ਕਿ ਪਿਤਾ ਤੂੰ ਪਰਦੇਸੀ ਕਿਉਂ ਹੋਇਆ। ਉਹ ਕੁਐਸਚਨ ਮਾਰਕ ਜਿਹੜਾ ਆ ਉਹਦਾ ਆਨਸਰ ਲੱਭਣਾ ਬਹੁਤ ਜ਼ਰੂਰੀ ਹੈ। ਤੇ ਹੁਣ ਸਾਡੇ ਕੋਲ ਲਾਸਟ ਨਾਟ ਲੀਸਟ ਦੀਪ ਕੁਲਦੀਪ ਜੀ ਨੇ ਕਲਮਾ ਦੇ ਰੂਬਰੂ ਤੋਂ, ਤੇ ਮੈਂ ਉਹਨਾਂ ਨੂੰ ਕਹਾਂਗੀ ਕਿ ਅੱਜ ਦੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ। ਤੇ ਉਸ ਤੋਂ ਬਾਅਦ ਸਾਡੇ ਨਾਲ ਸੁਰਜੀਤ ਕੌਰ ਜੀ ਨੇ, ਸੁਰਜੀਤ ਕੌਰ ਜੀ ਸਾਡੇ ਇਸ ਪ੍ਰੋਗਰਾਮ ਦੀ ਅੱਜ ਦੀ ਕਲੋਜ਼ਿੰਗ ਕਰਨਗੇ ਜੀ। ਹਾਂ, ਨਾਲੇ ਧੰਨਵਾਦ ਕਰਦੀ ਹਾਂ। ਵੈਲਕਮ ਕੁਲਦੀਪ ਜੀ। रविंद्र जी, पोइम मैं भी लिखी हुई है पिता देते, मेरे पिता मेरे गुरु जी। मैंने मौका मिलेगा मैं भी सुना देंगी। हाँ जी, दीप जी। हाँ जी, धन्यवाद जी सारे हाँ जी साहित्यिक मंच दा। मेरी कविता है प्यो। प्यो सिर्फ प्यो नहीं हुंदा, उसदे अंदर हुंदे ने पीढ़ी दर पीढ़ी चलदे जन्म जन्मांतरां दे अणगिणत रिश्ते, बेअंत दुआवां ते बेहिसाब सबर। बहुत अच्छा। उसदे अंदर हुंदे ने पीढ़ी दर पीढ़ी चलदे जन्म जन्मांतरां दे अणगिणत रिश्ते, बेअंत दुआवां ते बेहिसाब सबर। वाह वाह। प्यो दा मोढे ते हत्थ जिवें जग दी अमीरी, प्यो दा मोढे ते हत्थ जिवें जग दी अमीरी, नहीं डोलन दिंदा उलझियां पगडंडियां ते भी। प्यो नहीं उलझन दिंदा, नहीं डोलन दिंदा उलझियां पगडंडियां ते भी। सजा के तां रखदा सुपने अपने नैणी अपने बच्चियां लई, सजा के तां रखदा सुपने अपने नैणी अपने बच्चियां लई, फिर भी आखदा की करना। उलझियां खांदरों भी पढ़ लैंदा, गुझियां रमजां ताही आखदा मैं तेरे नाल हां। नहीं छड्डदा हत्थ सगों होर कुट लंदा। प्यो सिर्फ प्यो नहीं हुंदा, भरोसा हुंदा, विश्वास हुंदा। प्यो नहीं पुछदा कि कम होया कि नहीं, सगों पुछदा किन्ना रहिंदा। प्यो दे ना हुंदियां औखा हुंदा जीउणा भारे मोढियां नाल। प्यो दे ना हुंदियां औखा हुंदा जीउणा भारे मोढियां नाल, क्योंकि प्यो सिर्फ प्यो नहीं हुंदा, रस्ता हुंदा, धरत हुंदा, दरिया हुंदा ते अंबर हुंदा। बहुत खूब, बहुत अच्छा। बहुत खूब, बहुत शुक्रिया दीप कुलदीप जी। मैं ਇਹਨਾਂ ਦੀ ਪੋਇਟਰੀ ਪਹਿਲਾਂ ਵੀ ਮੈਂ ਸੁਣੀ ਹੈ ਪਰਸਨਲੀ। ਬਹੁਤ ਟੈਲੈਂਟਡ ਹੈ, ਬਹੁਤ ਜ਼ਿਆਦਾ। बहुत सोनी चैनल भी चला रहे हैं अपना एक ना।
ਬਹੁਤ ਸੋਹਣੀ ਪੋਇਟਰੀ ਕਰਦੇ ਨੇ ਬਹੁਤ ਅੱਛਾ ਚੈਨਲ ਤੇ ਮੈਂ ਹੁਣ ਕਿਉਂਕਿ ਸਾਡੇ ਮੋਡਰੇਟਰ ਸੀਗੇ ਆਸ਼ਾ ਸ਼ਰਮਾ ਜੀ ਤੇ ਕਿਉਂਕਿ ਉਹਨਾਂ ਦੀ ਹਾਜ਼ਰੀ ਅਸੀਂ ਇਸ ਤਰੀਕੇ ਨਾਲ ਲਗਵਾ ਲੈਂਦੇ ਹਾਂ ਇੱਕ ਕਵਿਤਾ ਉਹ ਪੜ੍ਹ ਕੇ ਤੇ ਉਸ ਤੋਂ ਬਾਅਦ ਸੁਰਜੀਤ ਕੌਰ ਜੀ ਅੱਜ ਦੀ ਜਿਹੜੀ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਮੈਂ ਖਿਮਾ ਦੀ ਜਾਚਕ ਹਾਂ। ਮੇਰੇ ਇੱਥੇ ਹਾਲਾਤ ਇਹੋ ਜਿਹੇ ਵਿਗੜੇ, ਬੜੀ ਤਿਆਰੀ ਕੀਤੀ ਸੀ ਅੱਜ, ਹਲੇ ਮੇਰਾ ਖਿਆਲ ਹੈ ਪੌਣਾ ਘੰਟਾ ਪਹਿਲਾਂ ਮੈਡਮ ਨਾਲ ਗੱਲ ਹੋ ਰਹੀ ਸੀ। 8:30 ਤੱਕ ਤੇ ਗੱਲ ਹੋਈ ਸਾਡੀ। ਉਸ ਤੋਂ ਬਾਅਦ ਇਹੋ ਜਿਹਾ ਤੂਫਾਨ ਆਇਆ, ਕਨੈਕਟੀਵਿਟੀ ਚਲੀ ਗਈ, ਫਿਰ ਬੇਟੇ ਨੇ ਕੁਝ ਕੀਤਾ, ਬੜਾ ਮੁਸ਼ਕਲ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਰਿੰਟੂ ਜੀ, ਤੁਸੀਂ ਮੇਰੀ ਜ਼ਿੰਮੇਵਾਰੀ ਨੂੰ ਸੰਭਾਲਿਆ। ਨਹੀਂ ਕੋਈ ਗੱਲ ਨਹੀਂ ਜੀ, ਕਈ ਵਾਰੀ ਹੋ ਜਾਂਦੀ ਹੈ, ਪ੍ਰੋਬਲਮਸ ਆ ਜਾਂਦੀਆਂ ਟੈਕਨੀਕਲ ਪਰ ਪ੍ਰੋਬਲਮਸ। ਇਹਨਾਂ ਨੇ ਇੱਕ ਮੀਟਿੰਗ 'ਚ ਜਾਣਾ ਸੀ ਹੁਣ। ਜੀ ਮੈਂ ਵੀ 10:30 ਵਜੇ ਨਿਕਲਣਾ ਸੀ ਤੇ ਮੈਂ ਰੋਕ ਲਿਆ ਸੀ। ਹਾਂਜੀ ਚਲੋ ਸੋ ਸੁਣਾਓ। ਸੌਰੀ ਐਂਡ ਥੈਂਕ ਯੂ ਫॉर द ਕੋਆਪਰੇਸ਼ਨ। ਮੈਂ ਜੀ 2 ਲਾਈਨਾਂ ਪਿਤਾ ਤੇ ਪਹਿਲਾਂ ਕਵਾਂਗੀ ਜੀ। ਹਨੇਰੇ ਜੀਵਨ ਵਿੱਚ ਰਾਹ ਦਿਖਾਉਣ ਵਾਲੀ ਮਿਸਾਲ ਹੈ ਉਹ। ਹਨੇਰੇ ਜੀਵਨ ਵਿੱਚ ਰਾਹ ਦਿਖਾਉਣ ਵਾਲੀ ਮਿਸਾਲ ਹੈ ਉਹ, ਜੀਵਨ ਦੀ ਮੁਸੀਬਤਾਂ ਦੀ ਢਾਲ ਹੈ ਉਹ, ਮੇਰੇ ਪਿਤਾ ਮੇਰੇ ਲਈ ਜੀਵਨ ਦੀ ਮਿਸਾਲ ਹੈ ਉਹ। ਵਾਹ ਕੀ ਬਾਤ। ਮੇਰੀ ਪਹਿਚਾਨ ਵੀ ਪਿਤਾ, ਮੇਰਾ ਧਰਤੀ ਤੇ ਮੇਰਾ ਆਸਮਾਨ ਵੀ ਪਿਤਾ। ਜਿੰਨਾ ਚਿਰ ਪਿਤਾ ਜ਼ਿੰਦਗੀ 'ਚ ਰਹਿੰਦਾ ਹੈ, ਜਿੰਨਾ ਚਿਰ ਪਿਤਾ ਜ਼ਿੰਦਗੀ 'ਚ ਰਹਿੰਦਾ ਹੈ, ਉਹਨਾਂ ਚਿਰ ਕਿਸੇ ਦੇ ਹੱਥ ਫੜਨਾ ਨਹੀਂ ਪੈਂਦਾ ਹੈ। ਉਹਨਾਂ ਚਿਰ ਕਿਸੇ ਦਾ ਹੱਥ ਫੜਨਾ ਨਹੀਂ ਪੈਂਦਾ ਹੈ। ਮੇਰੇ ਪਿਤਾ ਸੱਚਮੁੱਚ ਮੇਰੇ ਗੁਰੂ ਸੀ ਜੀ। ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ, ਸਪਿਰਿਚੁਅਲ ਨੌਲੇਜ ਦਿੱਤੀ, ਸੋ ਮੈਂ ਤਾਂ ਉਹਨਾਂ ਨੂੰ ਗੁਰੂ ਵਾਂਗੂ ਮੰਨਦੀ ਸੀ। ਉਹੀ ਮੈਂ ਲਿਖਿਆ ਹੈ। ਪਿਤਾ ਮੇਰੇ ਕਾਰਕ, ਉਹਨਾਂ ਦੀ ਮੈਂ ਸਿਰਜਣਾ। ਪਿਤਾ ਮੇਰੇ ਕਾਰਕ, ਉਹਨਾਂ ਦੀ ਮੈਂ ਸਿਰਜਣਾ, ਮੇਰੇ ਰਾਹ ਰੋਸ਼ਨਾਏ, ਵੰਡ ਉਹਨਾਂ ਗਿਆਨ ਦੀਆਂ ਕਿਰਨਾਂ। ਮੇਰੇ ਰਾਹ ਰੋਸ਼ਨਾਏ, ਵੰਡ ਉਹਨਾਂ ਗਿਆਨ ਦੀਆਂ ਕਿਰਨਾਂ। ਬਚਪਨ ਵਿੱਚ ਉਹਨਾਂ ਮੇਰੇ ਨਖਰੇ ਵੀ ਝੇਲੇ, ਖੁਸ਼ੀਆਂ ਦੇ ਖੇੜੇ ਜੰਗਲ ਤੇ ਵੇਲੇ, ਹਰ ਰਾਹ ਹੋਇਆ ਆਸਾਨ ਜਦੋਂ ਚੱਲੀ ਫੜ ਮੈਂ ਪਿਤਾ ਦੀ ਬਾਂਹ। ਮੁਸੀਬਤਾਂ ਹਨੇਰਿਆਂ ਦਾ ਮੂੰਹ ਵੀ ਮੋੜਦੇ, ਮੁਸੀਬਤਾਂ ਹਨੇਰਿਆਂ ਦਾ ਮੂੰਹ ਵੀ ਮੋੜਦੇ, ਗਿਆਨ ਦੀਆਂ ਸਾਧਨਾਂ ਨਾਲ ਦੁੱਖਾਂ ਨੂੰ ਪਿੱਛੇ ਛੋੜਦੇ। ਵਿਰਕਤ ਜ਼ਿੰਦਗੀ ਦਾ ਅਪਣਾਇਆ ਉਹਨਾਂ ਰਾਸਤਾ, ਦੁਨੀਆ ਦੇ ਲਾਲਸਾਂ ਤੋਂ ਨਹੀਂ ਸੀ ਕੋਈ ਵਾਸਤਾ। ਵਿਰਕਤ ਜ਼ਿੰਦਗੀ ਦਾ ਅਪਣਾਇਆ ਉਹਨਾਂ ਰਾਸਤਾ, ਦੁਨੀਆ ਦੀਆਂ ਲਾਲਸਾਂ ਤੋਂ ਨਹੀਂ ਸੀ ਕੋਈ ਵਾਸਤਾ। ਰੁੱਖੀ ਮਿੱਸੀ ਖਾਂਦੇ ਸੀ ਉਹ ਬਾਦਸ਼ਾਹ ਮਹਾਨ ਸੀ, ਰੁੱਖੀ ਮਿੱਸੀ ਖਾਂਦੇ ਉਹ ਬਾਦਸ਼ਾਹ ਮਹਾਨ ਸੀ। ਪਾਪਾ ਦੇ ਹੁੰਦੇ ਮੇਰੇ ਹੌਸਲਿਆਂ 'ਚ ਜਾਨ ਸੀ, ਪਾਪਾ ਦੇ ਹੁੰਦੇ ਮੇਰੇ ਹੌਸਲਿਆਂ 'ਚ ਜਾਨ ਸੀ। ਜ਼ਿੰਦਗੀ ਤੇ ਮੌਤ ਦਾ ਫਰਕ ਉਹਨਾਂ ਸੀ ਸਮਝਾਇਆ, ਦੁਨੀਆ ਦੇ ਵਿੱਚ ਆਉਣ ਦਾ ਫਲਸਫਾ ਸੀ ਦੁਹਰਾਇਆ। ਜ਼ਿੰਦਗੀ ਤੇ ਮੌਤ ਦਾ ਫਰਕ ਸੀ ਉਹਨਾਂ ਸਮਝਾਇਆ, ਦੁਨੀਆ ਵਿੱਚ ਆਉਣ ਦਾ ਫਰਕ ਸੀ ਦੁਹਰਾਇਆ। ਖੁਸ਼ੀਆਂ ਤੇ ਗਮੀਆਂ ਲਈ, ਖੁਸ਼ੀਆਂ ਤੇ ਗਮੀਆਂ ਲਈ ਉਹ ਸਭ ਉਹਨਾਂ ਦੀ ਸਮਾਨ ਸੀ। ਖੁਸ਼ੀਆਂ ਤੇ ਗਮੀਆਂ ਉਹਨਾਂ ਲਈ ਸਮਾਨ ਸੀ। ਮਿਹਨਤ ਕਰਨਾ, ਨਾਮ ਜਪਣਾ, ਬਸ ਇਹੋ ਈਮਾਨ ਸੀ। ਬਹੁਤ ਖੂਬ। ਮਾਂ ਧੀ ਆਪਣੀ ਮੌਤ ਦਾ ਦਿਨ ਉਹਨਾਂ ਮਿਥਿਆ। ਮੇਰੇ ਫਾਦਰ ਨੇ ਮੇਰੀ ਮਦਰ ਦੀ ਤੇ ਆਪਣੀ ਮੌਤ ਦਾ ਦਿਨ ਆਪ ਫਿਕਸ ਕੀਤਾ ਸੀ, ਪਰ ਉਸੇ ਦਿਨ ਹੀ ਡੈਥ ਹੋਈ ਸੀ ਉਹਨਾਂ ਦੀ। ਇਹ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ। ਮਾਂ ਦੀ ਆਪਣੀ ਮੌਤ ਦਾ ਦਿਨ ਉਹਨਾਂ ਮਿਥਿਆ, ਉਹਨਾਂ ਦੇ ਹੁੰਦੇ ਕਦੇ ਨਹੀਂ ਸੀ ਕੋਈ ਵਿਥਿਆ। ਉਹਨਾਂ ਦੇ ਹੁੰਦੇ ਸਾਨੂੰ ਕਦੇ ਕੋਈ ਸਮੱਸਿਆ ਨਹੀਂ ਸੀ ਲੱਗੀ। ਉਹਨਾਂ ਦੇ ਹੁੰਦੇ ਕਦੇ ਨਹੀਂ ਸੀ ਕੋਈ ਵਿਥਿਆ। ਉਹਨਾਂ ਦੇ ਜਾਣ ਤੋਂ ਬਾਅਦ ਜੋ ਘਾਟ ਆਈ, ਦੁਨੀਆ ਦੀ ਕੋਈ ਵੀ ਚੀਜ਼ ਉਹਨੂੰ ਪੂਰੀ ਨਾ ਕਰ ਪਾਈ। ਮੇਰੇ ਪਿਤਾ ਮੇਰੇ ਗੁਰੂ ਅੱਜ ਵੀ ਮੇਰੇ ਨਾਲ ਨੇ। ਜ਼ਿੰਦਗੀ ਦੀ ਮੁਸੀਬਤਾਂ ਇਸੇ ਲਈ ਮੇਰੇ ਤੋਂ ਬੇਜ਼ਾਰ ਨੇ, ਜ਼ਿੰਦਗੀ ਦੀ ਮੁਸੀਬਤਾਂ ਇਸੇ ਲਈ ਮੇਰੇ ਤੋਂ ਬੇਜ਼ਾਰ ਨੇ। ਬਹੁਤ ਬਹੁਤ ਸ਼ੁਕਰੀਆ। ਵਾਹ ਵਾਹ, ਬਹੁਤ ਖੂਬ ਆਸ਼ਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੀ ਹਾਜ਼ਰੀ ਲੱਗੀ, ਮੈਨੂੰ ਇੰਨਾ ਹੀ ਬਹੁਤ ਹੈ ਕਿ ਤੁਸੀਂ ਅੱਜ ਪਹੁੰਚ ਗਏ। ਵਾਕਈ ਬਹੁਤ ਬਹੁਤ ਸ਼ੁਕਰੀਆ ਮੇਰੀ ਹਾਜ਼ਰੀ ਲਗਵਾਉਣ ਲਈ। ਮੈਂ ਇਹਨਾਂ ਨੂੰ ਇੰਡੀਆ ਤੋਂ ਫੋਨ ਕਰਵਾਇਆ। ਹਾਂਜੀ ਹਾਂ, ਮੈਨੂੰ ਆਇਆ ਸੀ ਫੋਨ ਉਹਨਾਂ ਦਾ। ਮੇਰਾ ਇੱਕ ਫੋਨ ਵੀ ਨਹੀਂ ਸੀ ਚੱਲ ਰਿਹਾ, ਇੱਕ ਨੰਬਰ ਵੀ ਨਹੀਂ ਸੀ ਚੱਲ ਰਿਹਾ, ਉਹ ਵੀ ਨੈਟ ਦੀ ਮੇਰੇ ਨਾਲ ਰਿੰਗ ਜਾ ਰਹੀ ਸੀ ਜੀ। ਮੈਂ ਤੁਹਾਨੂੰ ਕੀਤਾ ਮੈਸੇਜ, ਮੇਰਾ ਮੈਸੇਜ ਵੀ ਨਹੀਂ ਗਿਆ, ਫੋਨ ਵੀ ਨਹੀਂ ਗਿਆ ਇਹਨਾਂ ਨੂੰ।
ਹੁਣ ਮੇਰਾ ਚੱਲਿਆ ਤਾਂ ਮੈਂ ਫਟਾਫਟ ਜੁਆਇਨ ਕੀਤਾ ਹਾਂਜੀ ਰਿੰਟੂ ਜੀ, ਸੁਰਜੀਤ ਜੀ ਨੂੰ, ਹਾਂਜੀ ਅੱਜ ਦੇ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਫਾਰਮਲੀ ਜਿਹੜਾ ਸ਼ੁਕਰੀਆ ਹੈ, ਜਿਹੜੀ ਕਲੋਜ਼ਿੰਗ ਹੈ ਉਹ ਅੱਜ ਸਾਡੇ ਮੈਡਮ ਸੁਰਜੀਤ ਕੌਰ ਜੀ, ਮੇਰੀ ਪਿਆਰੀ ਸਗੀ ਸੁਰਜੀਤ ਕੌਰ ਜੀ, ਮੇਰੀ ਭੈਣ ਜੀ ਸੁਰਜੀਤ ਕੌਰ ਜੀ, ਉਹ ਕਰਨਗੇ। ਜਗ੍ਹਾ ਸਕੀ ਕਿਉਂ ਤੁਹਾਡੀ ਸਾਰੇ ਮਿੰਟ ਦਾ ਸਮਾਂ ਦੇ ਦਿਓ ਜੀ ਜੇ ਹੈਗਾ ਤਾਂ। ਹਰ ਇੱਕ ਦਾ ਇੱਕ ਹੁੰਦੀ ਹੈ ਗੱਲ। ਮੇਰੇ ਖਿਆਲ ਕੁਝ ਹਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਸੀ। ਹਰਪ੍ਰੀਤ ਜੀ, ਸੁਰਜੀਤ ਜੀ ਕਲੋਜ਼ਿੰਗ ਕਰ ਲੈਣਗੇ, ਫਿਰ ਉਸ ਤੋਂ ਬਾਅਦ ਤੁਸੀਂ ਇਨਫਾਰਮਲ ਹੋ ਜਾਏਗਾ ਤੇ ਫਿਰ ਉਸ ਤੁਸੀਂ ਗੱਲ ਕਰ ਸਕਦੇ ਜੀ। ਸੁਰਜੀਤ ਜੀ। ਹਾਂਜੀ, ਥੈਂਕ ਯੂ ਰਿੰਟੂ ਜੀ, ਤੁਸੀਂ ਬਹੁਤ ਸੋਹਣਾ ਨਿਭਾਇਆ ਹੈ, ਬਹੁਤ ਅੱਛੀ ਤਰ੍ਹਾਂ ਸਾਰਾ ਪ੍ਰੋਗਰਾਮ ਚੱਲਿਆ। ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਤੇ ਉਸ ਤੋਂ ਬਾਅਦ ਔਰ ਮੈਂ ਬਹੁਤ ਹੈਰਾਨ ਆ ਕਿ ਤੁਸੀਂ ਤਿਆਰ ਵੀ ਨਹੀਂ ਸੀ, ਤੁਸੀਂ ਅੱਜ ਦਾ ਇਹ ਪ੍ਰੋਗਰਾਮ ਹੋਸਟ ਕਰਨਾ ਵੀ ਨਹੀਂ ਸੀ, ਫਿਰ ਵੀ ਤੁਸੀਂ ਬਹੁਤ ਸੋਹਣੀ ਤਰ੍ਹਾਂ ਇਹ ਪ੍ਰੋਗਰਾਮ ਤੁਸੀਂ ਅੱਜ ਦਾ ਚਲਾਇਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਦੂਸਰਾ ਸ਼ੁਕਰੀਆ ਸਾਹਿਤਕ ਸਾਂਝਾਂ ਦਾ, ਅੰਤਰਰਾਸ਼ਟਰੀ ਸਾਹਿਤਕ ਸਾਂਝਾ, ਜੋ ਕਿ ਗਰੁੱਪ ਆਪਣੀ ਬਹੁਤ ਸੋਹਣੀ ਚਾਲ ਦੇ ਨਾਲ 1 ਸਾਲ ਤੋਂ ਵੀ ਵਧੇਰੇ ਉੱਪਰ ਹੋ ਗਿਆ, ਇਹ ਚੱਲ ਰਿਹਾ, ਲਗਾਤਾਰ ਚੱਲ ਰਿਹਾ, ਇਹਦੇ 'ਚ ਕੋਈ ਵਿਘਨ ਨਹੀਂ ਆਇਆ। ਤੇ ਉਸ ਤੋਂ ਬਾਅਦ ਉਹਦਾ ਸਾਰੇ ਦਾ ਸਾਰਾ ਸ਼੍ਰੇ ਜਿਹੜਾ ਹੈ ਉਹ ਰਮਿੰਦਰ ਵਾਲੀਆ ਨੂੰ ਜਾਂਦਾ ਹੈ। ਰਮਿੰਦਰ ਵਾਲੀਆ ਜੀ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ, ਦੇਖੋ ਹੁਣ ਵੀ ਕਿੰਨੇ ਸਾਡੇ ਕਵੀ ਜਨ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ, ਤੇ ਇਹਨਾਂ ਦੀ ਹਿੰਮਤ ਨੂੰ, ਹੌਸਲੇ ਨੂੰ ਤੋਂ ਮੈਂ ਕੁਰਬਾਨ ਹਾਂ ਕਿ ਬਹੁਤ ਵਧੀਆ ਤੁਸੀਂ, ਚਾਹੇ ਜਿੰਨੀਆਂ ਵੀ ਮੁਸ਼ਕਿਲਾਂ ਆਈਆਂ, ਜੋ ਵੀ ਰਸਤੇ 'ਚ ਰੋੜੇ ਆਏ, ਜੋ ਵੀ, ਪਰ ਤੁਸੀਂ ਇਸ ਨੂੰ ਬੰਦ ਨਹੀਂ ਹੋਣ ਦਿੱਤਾ, ਸਗੋਂ ਕਿ ਇਸ ਨੂੰ ਹੋਰ ਉਚਾਈਆਂ ਤੇ ਲੈ ਕੇ ਗਏ। ਤੇ ਕਿਵੇਂ ਬੰਦ ਹੋ ਸਕਦਾ, ਸਗੋਂ ਇਹਨੂੰ ਹੋਰ ਉਚਾਈਆਂ ਤੇ ਲੈ ਕੇ ਗਏ। ਤੇ ਤੁਸੀਂ ਜਿਹੜਾ ਸਾਹਿਤ ਅਕੈਡਮੀ ਦੇ ਨਾਲ ਕਹਿਤਾ ਸੀ, ਹਾਂਜੀ ਹਾਂਜੀ ਬਿਲਕੁਲ, ਜਿਹੜਾ ਸਾਹਿਤ ਅਕੈਡਮੀ ਦੇ ਨਾਲ ਇਹਨੂੰ ਜੋੜ ਕੇ ਇਹਦੀ ਜਿਹੜੀ ਹੈ ਸ਼ਾਨ ਹੈ ਹੋਰ ਵਧਾ ਦਿੱਤੀ ਹੈ। ਬਹੁਤ ਬਹੁਤ ਵਧਾਈ ਤੁਹਾਨੂੰ ਰਮਿੰਦਰ ਵਾਲੀਆ ਜੀ। ਤੇ ਸਾਹਿਤਕ ਸਾਂਝਾ ਇਸੇ ਤਰ੍ਹਾਂ ਹੀ ਅੱਗੇ ਵੱਧਦਾ ਰਹੇ। ਤੇ ਰਹੀ ਅੱਜ ਦੇ ਇਸ ਕਵੀ ਦਰਬਾਰ ਦੀ ਗੱਲ, ਸਾਰੇ ਹੀ ਕਵੀ ਬਹੁਤ ਅੱਛੀਆਂ ਕਵਿਤਾਵਾਂ, ਬਹੁਤ ਉੱਚ ਪਾਈ ਦੀਆਂ ਕਵਿਤਾਵਾਂ ਅੱਜ ਸਾਰਿਆਂ ਨੇ ਪਿਤਾ ਤੇ ਸੁਣਾਈਆਂ ਨੇ। ਤੇ ਅਸਲ ਦੇ ਵਿੱਚ ਜਿਹੜਾ ਪਿਤਾ ਹੁੰਦਾ ਹੈ, ਇਹ ਥੰਮ ਹੁੰਦਾ ਹੈ ਜ਼ਿੰਦਗੀ ਦਾ, ਘਰ ਦਾ ਥੰਮ ਹੁੰਦਾ ਹੈ। ਠੀਕ ਹੈ, ਉਹਦੇ ਤੇ ਕਵਿਤਾ ਨਹੀਂ ਬਹੁਤੀਆਂ ਲਿਖੀਆਂ ਗਈਆਂ ਪਿਤਾ ਤੇ, ਪਰ ਐਸੀ ਗੱਲ ਨਹੀਂ ਹੈ ਕਿ ਪਿਤਾ ਨੂੰ ਕਿਸੇ ਨੇ ਵਿਸਾਰਿਆ ਹੋਵੇ। ਪਿਤਾ ਦੀ ਇੱਜ਼ਤ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ। ਤੇ ਮੈਂ ਇਹ ਸਮਝਦੀ ਹਾਂ ਕਿ ਜਦੋਂ ਅਸੀਂ ਫਾਦਰਸ ਡੇ ਜਾਂ ਮਦਰਸ ਡੇ ਮਨਾਉਂਦੇ ਹਾਂ ਤੇ ਇਹੋ ਜਿਹੇ ਕਵੀ ਦਰਬਾਰ ਕਰਦੇ ਹਾਂ, ਹਲੂਣਾ ਦਿੰਦੇ ਨੇ ਇਹ ਕਵੀ ਦਰਬਾਰ ਕਿ ਅਸੀਂ ਆਪਣੇ ਬਜ਼ੁਰਗ ਹੋਏ ਮਾਂ-ਬਾਪ ਦੀ, ਜਿਵੇਂ ਵਿਦਿਆਰਥੀ ਜੀ ਨੇ ਉਹ ਕਵਿਤਾ ਬੋਲੀ ਸੀ ਕਿ ਜਦੋਂ ਪਿਤਾ ਦਾ ਹੱਥ ਕੰਬਿਆ ਤੇ ਸੱਚਮੁੱਚ ਹੀ ਦਿਲ ਜਿਹੜਾ ਮੇਰਾ ਵੀ ਕੰਬ ਗਿਆ ਸੀ ਉਹ ਸੁਣ ਕੇ ਕਿ ਅਸੀਂ ਆਪਣੇ ਮਾਂ-ਬਾਪ ਨੂੰ ਰੋਲਣ ਨਾ ਦਈਏ। ਜੋ ਅੱਜ ਦੇ ਜ਼ਮਾਨੇ 'ਚ ਹੋ ਰਿਹਾ ਹੈ, ਇੱਕ ਪਿਤਾ, ਉਸ ਨੂੰ ਵੀ ਮੈਂ ਯਾਦ ਕਰਨਾ ਚਾਹੁੰਦੀ ਹੈ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੀ ਜਵਾਨ ਪੁੱਤਰ ਦੀ ਮੌਤ ਤੇ ਕੈਸਾ ਹੌਸਲਾ ਦਿਖਾਇਆ। ਉਹਨੂੰ ਵੀ ਅਸੀਂ ਸਾਰੇ ਨਮਸਕਾਰ ਕਰਦੇ ਹਾਂ, ਉਹਦੇ ਅੱਗੇ, ਉਹਦੇ ਹੌਸਲੇ ਅੱਗੇ ਝੁਕਦੇ ਹਾਂ। ਤੇ ਅਸੀਂ ਇਸ ਕਵੀ ਦਰਬਾਰ ਤੋਂ ਬਾਅਦ ਇਹ ਪ੍ਰਣ ਲੈ ਕੇ ਜਾਈਏ ਕਿ ਸਾਡੇ ਆਲੇ ਦੁਆਲੇ ਜੇ ਅਸੀਂ ਕਿਸੇ ਮਾਤਾ ਪਿਤਾ ਨੂੰ ਵੀ ਇਹ ਰੁਲਦੇ ਦੇਖੀਏ ਜਾਂ ਉਹਨਾਂ ਨੂੰ ਸਫਰ ਕਰਦੇ ਦੇਖੀਏ ਤੇ ਉਹਨਾਂ ਦੀ ਮਦਦ ਕਰੀਏ। ਅਸੀਂ ਕਿਸੇ ਵੀ ਪਿਤਾ ਨੂੰ, ਕਿਸੇ ਵੀ ਮਾਤਾ ਨੂੰ, ਜਿਹੜੇ ਅੱਜ ਕੱਲ ਜਿਹੜੇ 올ਡ ਏਜ ਹੋਮਸ ਬਣੇ ਨੇ ਉਹਦੇ 'ਚ ਨਾ ਜਾਣ ਦਈਏ, ਕਿਉਂਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲਦੇ ਨੇ ਕਿ ਉਹ ਆਪਣਾ ਘਰ ਬਣਾਉਂਦੇ ਨੇ, ਆਪਣਾ ਪਰਿਵਾਰ ਬਣਾਉਂਦੇ ਨੇ। ਅਸੀਂ ਉਹਨਾਂ ਨੂੰ ਅਬੈਂਡਨ ਨਾ ਕਰੀਏ। ਤੇ ਇਹੀ ਸੁਨੇਹਾ ਜਿਹੜਾ ਮੇਰਾ ਖਿਆਲ ਹੈ ਕਿ ਅਸੀਂ ਅੱਜ ਦੇ ਇਸ ਕਵੀ ਦਰਬਾਰ ਤੋਂ ਲੈਂਦੇ ਹਾਂ। ਤੇ ਇੱਕ ਵਾਰੀ ਫੇਰ ਸਾਰੇ ਹੀ ਕਵੀਆਂ ਦਾ, ਸਾਰੇ ਹੀ ਜਿਹੜੇ ਸਾਡੇ ਨਾਲ ਜੁੜੇ ਹੋਏ ਸਰੋਤੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਿੰਟੂ ਜੀ, ਰਮਿੰਦਰ ਵਾਲੀਆ ਜੀ, ਸਾਰਿਆਂ ਦਾ। ਮੈਂ ਇੱਕ ਇੱਕ ਨਾਂ ਜੇ ਲੈਣ ਲੱਗੀ ਟਾਈਮ ਬਹੁਤ ਹੋ ਜਾਏਗਾ। ਸਾਰੇ ਇੱਕ ਤੋਂ ਇੱਕ ਵਧੀਆ ਨੇ, ਸਭ ਦਾ ਬਹੁਤ ਬਹੁਤ ਧੰਨਵਾਦ ਜੀ।
ਤੇ ਇਸੇ ਤਰ੍ਹਾਂ ਹੀ ਤੁਸੀਂ ਜੁੜਦੇ ਰਹਿਣਾ ਅੱਗੇ ਤੋਂ ਵੀ ਸਾਹਿਤਕ ਸਾਂਝਾਂ ਦੇ ਨਾਲ। ਸ਼ੁਕਰੀਆ, ਥੈਂਕ ਯੂ। ਬਹੁਤ ਸ਼ੁਕਰੀਆ, ਥੈਂਕ ਯੂ ਸੁਰਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਸੋਹਣਾ ਸਮ ਅਪ ਕੀਤਾ, ਧੰਨਵਾਦ ਕੀਤਾ ਹੈ। ਔਰ ਅੱਜ ਵੈਸੇ ਸਭ ਨੇ ਪਿਤਾ ਤੇ ਹੀ ਸੁਣਾਈਆਂ। ਜੀ ਰਵਿੰਦਰ ਜੀ, ਹਾਂਜੀ ਜੀ ਕੁਝ ਕਹਿਣਾ ਚਾਹ ਰਹੇ थे। ਹਾਂਜੀ 2 ਮਿੰਟ ਨਿੱਕੀ ਜੀ ਰਚਨਾ ਸੁਣ ਲਓ ਪਲੀਜ਼, ਬੇਨਤੀ ਹੈ। ਹਾਂਜੀ ਅੰਜਨਾ ਜੀ ਬੋਲੋ, ਅੰਜਨਾ ਜੀ ਜ਼ਰਾ ਕਿਆ ਹੋਇਆ ਇੱਕ ਮਿੰਟ ਅੰਜਨਾ ਜੀ, ਇੱਕ ਮਿੰਟ, ਸੌਰੀ। ਰਮਿੰਦਰ ਜੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਤੇ ਪੰਜਾਬ ਸਾਹਿਤ ਅਕੈਡਮੀ ਦੀ ਜਿਹੜੀ ਕਾਵ ਮਿਲਣੀ ਅੱਜ ਹੋਈ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਮੈਨੂੰ ਅੱਜ ਦੇ ਜਿਹੜੀ ਡਿਊਟੀ ਜਿਹੜੀ ਸੀਗੀ ਉਹ ਮੈਨੂੰ ਪਤਾ ਹੈ ਨਾ, ਤੁਹਾਡੇ ਹੁੰਦੇ ਮੈਂ ਨਿਸ਼ਚਿੰਤ ਰਹਿੰਦੀ। ਹਾਂ ਤੇ ਮੈਂ ਤੇ ਸਰਦੀ ਜੀ ਕਹਿੰਦੇ ਇਹਨਾਂ ਦੀ ਟਿਊਨਿੰਗ ਬੜੀ ਸੋਹਣੀ। ਮੇਰੀ ਹੋਰ ਮੀਟਿੰਗ ਹੈ ਤੇ ਮੈਂ ਪਲੀਜ਼ ਲੀਵ ਲੈਣੀ ਹੈ ਤੇ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਓਕੇ ਸੁਰਜੀਤ ਜੀ, ਰਿੰਕੂ ਜੀ, ਥੈਂਕ ਯੂ। ਹਾਂਜੀ ਮੈਂ ਵੀ ਜਾਵਾਂਗੀ ਜੀ, ਹੁਣ ਅਸੀਂ ਨੈਕਸਟ ਮੀਟਿੰਗ ਦੇ ਵਿੱਚ ਜਾਣਾ ਹੈ। ਇੱਕ ਵਾਰੀ ਫੇਰ ਸ਼ੁਕਰੀਆ, ਥੈਂਕ ਯੂ। ਹੁਣ ਤੁਸੀਂ ਚਲਾਉਂਦੇ ਰਹੋ ਰਮਿੰਦਰ ਜੀ। ਨਹੀਂ ਵੈਸੇ ਤਾਂ ਖਤਮ ਹੋ ਚੁੱਕਾ, ਜਿਨ੍ਹਾਂ ਨੇ ਆਪਣੇ ਵਿਊਜ਼ ਦੇਣੇ ਕੁਝ ਕਹਿਣਾ ਵੈਲਕਮ। ਆਸ਼ਾ ਜੀ ਬਹੁਤ ਸ਼ੁਕਰੀਆ। ਹਾਂਜੀ ਬਹੁਤ ਸ਼ੁਕਰੀਆ ਜੀ, ਸਭ ਦੀਆਂ ਰਚਨਾਵਾਂ ਵਧੀਆ ਸੀ। ਮੈਨੂੰ ਐਕਸਟਰਾ ਸਮਾਂ ਦੇਣ ਲਈ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਅੰਜਨਾ। ਰਚਨਾ ਬਹੁਤ ਮੈਂ ਭਾਵੁਕ ਹੋਈ ਹਾਂ ਤੇ ਆਫੀ ਰਚਨਾਵਾਂ ਨੂੰ ਸੁਣ ਕੇ। ਸਦੀਵੀ ਸੋਗ ਮੇਰੇ ਪਿਤਾ ਦੀ ਯਾਦ ਵਿੱਚ ਲਿਖੀ ਹੋਈ ਰਚਨਾ ਹੈ। ਧੀਆਂ ਧਿਆਣੀਆਂ ਮਰ ਜਾਣੀਆਂ, ਧੀਆਂ ਧਿਆਣੀਆਂ ਮਰ ਜਾਣੀਆਂ, ਮਰਦੀਆਂ ਪਲ ਪਲ ਬਾਪ ਦੇ ਲੰਬੇ ਸਫ਼ਰ ਤੇ ਤੁਰ ਜਾਣ ਤੋਂ ਬਾਅਦ। ਧੀਆਂ ਧਿਆਣੀਆਂ ਮਰ ਜਾਣੀਆਂ, ਮਰਦੀਆਂ ਪਲ ਪਲ ਬਾਪ ਦੇ ਲੰਬੇ ਸਫ਼ਰ ਤੇ ਤੁਰ ਜਾਣ ਤੋਂ ਬਾਅਦ। ਭਾਣਾ ਨਹੀਂ ਮੰਨਦੀਆਂ, ਚੁੱਪ ਨਹੀਂ ਕਰਦੀਆਂ, ਪਰ ਮਾਂ ਸਾਹਮਣੇ ਖੁੱਲ ਕੇ ਵੀ ਨਹੀਂ ਰੋਂਦੀਆਂ। ਫਿਕਰ ਕਰਦੀਆਂ ਤੇ ਦਵਾਈਆਂ ਸਰਾਣੇ ਰੱਖਦੀਆਂ, ਬਾਪ ਦੀ ਤਸਵੀਰ ਚੁੱਕ ਪਿਛਲੇ ਕਮਰੇ ਲੁਕੋ ਆਉਂਦੀਆਂ। ਧਰਵਾਸ ਦਿੰਦੀਆਂ ਪਰ ਆਪ ਧਰਵਾਸ ਨਹੀਂ ਧਰਦੀਆਂ। ਮਾਂ ਨੂੰ ਧਰਵਾਸ ਦਿੰਦੀਆਂ ਪਰ ਆਪ ਧਰਵਾਸ ਨਹੀਂ ਧਰਦੀਆਂ। ਭਾਂ ਭਾਂ ਕਰਦੇ ਘਰ 'ਚ ਲੁਕਣ ਨੂੰ ਥਾਂ ਨਹੀਂ ਲੱਭਦੀ। ਕਾਲਜਾ ਬਾਹਰ ਨੂੰ ਆਉਂਦਾ ਤੇ ਅੰਦਰ ਨੂੰ ਧੱਕ ਲੈਂਦੀਆਂ। ਯਾਦਾਂ 'ਚ ਉਤਰਦੀਆਂ, ਆ ਗਈ ਤੂੰ, ਕਿਵੇਂ ਆ ਪੁੱਤ ਮੇਰਾ। ਬਾਪ ਦੇ ਇਹ ਬੋਲ ਸੁਣਨ ਨੂੰ ਤਰਸਦੀਆਂ। ਲੋਕਾਂ ਸਾਹਮਣੇ ਭੋਗ ਪਾ ਦਿੰਦੀਆਂ, ਲੋਕਾਂ ਸਾਹਮਣੇ ਭੋਗ ਪਾ ਦਿੰਦੀਆਂ ਤੇ ਸਾਰੀ ਉਮਰ ਭੁਗਤਦੀਆਂ ਉਸ ਭੋਗ ਦਾ ਦਰਦ। ਧੀ ਹੋਣ ਦਾ ਦਰਦ। ਭਰਾਵਾਂ ਵੱਲ ਤੱਕਦੀਆਂ, ਅੱਖਾਂ ਭਰਦੀਆਂ, ਹੰਝੂ ਰੋਕਦੀਆਂ। ਲਾਚਾਰਗੀ ਤੇ ਬੇਚਾਰਗੀ ਸਮੇਟ ਆਪਣੇ ਘਰਾਂ ਨੂੰ ਤੁਰ ਪੈਂਦੀਆਂ। ਸਿਆਣਿਆਂ ਦੀਆਂ ਗੱਲਾਂ ਸੁਣ ਕੇ ਵਕਤ ਨਾਲ ਸਭ ਭੁੱਲ ਜਾਂਦਾ। ਸਿਆਣਿਆਂ ਦੀਆਂ ਗੱਲਾਂ ਸੁਣ ਕੇ ਵਕਤ ਨਾਲ ਸਭ ਭੁੱਲ ਜਾਂਦਾ। ਅਜੇ ਤੱਤਾ ਲੱਗਿਆ ਸਮਾਂ ਲੱਗੂ, ਪਰ ਕੁਝ ਨਹੀਂ ਭੁੱਲਦਾ, ਪਰ ਕੁਝ ਨਹੀਂ ਭੁੱਲਦਾ। ਨਿਸ ਦਿਨ ਭੁਲੇਖੇ ਪੈਂਦੇ, ਰਲਵੇਂ ਮਿਲਵੇਂ ਚਿਹਰੇ ਲੱਭੇ ਮਿਲਾਏ ਜਾਂਦੇ। ਭਾਲ ਨਹੀਂ ਮੁੱਕਦੀ, ਸਬਰ ਆਉਂਦਾ ਹੀ ਨਹੀਂ। ਰੱਬ ਨੂੰ ਉਲਾਂਭਾ, ਰੋਣਾ ਤੇ ਸੋਗ ਸਦੀਵੀ ਹੈ, ਸਦੀਵੀ ਹੈ। ਬਹੁਤ ਸ਼ੁਕਰੀਆ। ਬਹੁਤ ਖੂਬ, ਬਹੁਤ ਵਧੀਆ, ਬਹੁਤ ਅੱਛਾ ਜੀ, ਬਹੁਤ ਅੱਛਾ। ਅੰਜਨਾ ਜੀ ਹਮੇਸ਼ਾ ਸਾਡੇ ਹਰ ਪ੍ਰੋਗਰਾਮ 'ਚ ਡਾਕਟਰ ਪੁਸ਼ਪਿੰਦਰ ਵੀ ਹੁੰਦੇ ਨੇ। ਅੰਜਨਾ ਆਲਮੋਸਟ ਸਾਰੇ। ਸੁਮਨ ਬਾਲਾ ਜੀ ਤੁਸੀਂ ਜਰਾ ਦੱਸੋ ਆਪਣੇ। ਰਵਿੰਦਰ ਦੀ ਮੁਬਾਰਕਾਂ ਜੀ, ਬਹੁਤ ਬਹੁਤ ਫੰਕਸ਼ਨ ਦੀਆਂ, ਬਹੁਤ ਅੱਛਾ ਰਿਹਾ। ਥੈਂਕ ਯੂ ਡਾਕਟਰ ਅਮਨ ਜੀ, ਥੈਂਕ ਯੂ, ਵੈਲਕਮ। मैम हरप्रीत जी कुछ कहना चाह रहे सी, हरप्रीत जी कुछ कहना चाह रहे सी कि उन्हें समा दे दिए। हाँ जी दियो। हाँ जी हरप्रीत जी वेलकम जी। हाँ जी, मैं पहली बार इस मंच ते आया ते मैं सारे ऑर्गेनाइजर्स का सब धन्यवाद इनवाइट किया। ते मैं छोटी जी कविता हैगी सुनावांगा, बहुत समा नहीं लैंदा। एक माँ दा और बाप दा थोड़ा एहसास दा फर्क हुंदा है। माँ जिहड़ी है ਉਹਨੇ ਆਪਣੇ ਬੱਚੇ ਨੂੰ ਕੁੱਖ ਤੋਂ ਜੰਮਿਆ ਹੁੰਦਾ, ਕੁੱਖ ਦੀ ਸਾਂਝ ਹੁੰਦੀ ਹੈ। ਤੇ ਬਾਪ ਇਸ ਚੀਜ਼ ਤੋਂ ਸਿੱਖਣਾ ਹੁੰਦਾ ਹੈ। ਉਹਦੇ ਕੋਲ ਇਹ ਸਾਂਝ ਨਹੀਂ ਹੁੰਦੀ ਬੱਚੇ ਨਾਲ, ਤੇ ਉਹਦਾ ਇੱਕ ਦਿਲ ਦੀ ਸਾਂਝ ਹੀ ਹੁੰਦੀ ਹੈ। ਉਹ ਸ਼ਾਇਦ ਉਹ ਡਬਲ ਹੋ ਜਾਂਦੀ ਹੈ, ਉਹ ਸ਼ੋ ਨਹੀਂ ਕਰ ਸਕਦਾ, ਲੇਕਿਨ ਉਹ ਕਈ ਵਾਰ ਇਨਸਿਕਿਉਰ ਫੀਲ ਕਰਦਾ ਕਿ ਯਸ ਮੇਰਾ ਕੁਛ ਨਹੀਂ, ਕਨੈਕਸ਼ਨ ਨਹੀਂ ਹੈ।
ਪਰ ਬੱਚੇ ਨਾਲ ਬਾਪ ਦਾ ਵੀ ਮੇਰੇ ਖਿਆਲ ਮਾਂ ਤੋਂ ਘੱਟ ਨਹੀਂ ਬਰਾਬਰ ਹੀ ਹੁੰਦਾ ਹੈ। ਬਹੁਤ ਸਾਰੀ ਚੀਜ਼ਾਂ 'ਚ ਬੋਲ ਨਹੀਂ ਪਾਉਂਦਾ, ਲੇਕਿਨ ਉਹਦੀ ਸਾਂਝ ਜਿਹੜੀ ਆ ਉਹ ਨਹੀਂ ਹੁੰਦੀ ਹੈ। ਮੈਂ ਇੱਕ ਕਵਿਤਾ ਲਿਖੀ ਸੀ, ਇਹ ਬਾਪੂ ਬੋੜ ਦੇ ਰੁੱਖ ਵਰਗਾ, ਇਹ ਬਾਪੂ ਬੋੜ ਦੇ ਰੁੱਖ ਵਰਗਾ, ਅਹਿਸਾਸ ਹੈ ਸਿਰ ਤੇ ਅੰਬਰ ਦਾ, ਅਣਥੱਕ ਕਮਾਈਆਂ ਰੁੱਝਿਆ ਹੈ, ਵਿਸ਼ਵਾਸ ਹੈ ਘਰ ਦੇ ਲੰਗਰ ਦਾ, ਇਹ ਬਾਪੂ ਬੋੜ ਦੇ ਰੁੱਖ ਵਰਗਾ, ਅਹਿਸਾਸ ਹੈ ਸਿਰ ਤੇ ਅੰਬਰ ਦਾ। ਬਹੁਤ ਖੂਬ। ਅੱਜ ਕਿੱਥੇ ਧੱਕੇ ਖਾਦੇ ਸੀ, ਅੱਜ ਕਿੱਥੇ ਧੱਕੇ ਖਾਦੇ ਸੀ, ਤੇ ਕਿਸ ਨਾਲ ਮੱਥਾ ਭਿੜਿਆ ਸੀ, ਕਿਸ ਕਿਸ ਤੇ ਤਰਲੇ ਕੀਤੇ ਸੀ, ਤੇ ਕਿੱਥੋਂ ਪੈਸਾ ਫੜਿਆ ਸੀ। ਕੋਈ ਪੜ੍ਹ ਨਾ ਲਏ ਉਹਦੇ ਚਿਹਰੇ ਤੋਂ, ਘਰ ਅੰਦਰ ਹੱਸਦਾ ਵੜਿਆ ਸੀ। ਮਾਂ ਦਾ ਦੁੱਖ ਅਥਰੂ ਕਹਿ ਜਾਂਦੇ, ਮਾਂ ਦਾ ਦੁੱਖ ਅਥਰੂ ਕਹਿ ਜਾਂਦੇ, ਬੁੱਝ ਸਕੇ ਨਾ ਪਿਓ ਦੇ ਅੰਦਰ ਦਾ, ਇਹ ਬਾਪੂ ਬੋੜ ਦੇ ਰੁੱਖ ਵਰਗਾ, ਅਹਿਸਾਸ ਹੈ ਸਿਰ ਤੇ ਅੰਬਰ ਦਾ। ਬਹੁਤ ਖੂਬਸੂਰਤ, ਬਹੁਤ। ਜੋ ਬਾਪੂ ਤੇਰੇ ਬਾਪੂ ਨੇ, ਜੋ ਬਾਪੂ ਤੇਰੇ ਬਾਪੂ ਨੇ ਕਰਨਾ ਚਾਹਿਆ ਪਰ ਹੋਇਆ ਨਾ, ਜੋ ਬਾਪੂ ਤੇਰੇ ਬਾਪੂ ਨੇ ਕਰਨਾ ਚਾਹਿਆ ਪਰ ਹੋਇਆ ਨਾ, ਤੂੰ ਵੀ ਘੁਲਿਆ ਮਿੱਟੀ ਰੁਲਿਆ, ਜੋ ਚਾਹੁੰਦਾ ਸੈਂ ਬਣ ਹੋਇਆ ਨਾ। ਹੁਣ ਸੋਚ ਰਿਹਾ ਧੀ ਪੁੱਤਰ ਹੀ ਕਰ ਲੈਣ ਜੋ ਤੈਥੋਂ ਹੋਇਆ ਨਾ, ਤੂੰ ਆਪਣੇ ਖਰਚੇ ਕੱਟ ਲੈਣਾ, ਕਰੇ ਚਿੰਤਾ ਸਾਡੇ ਮੰਜ਼ਰ ਦਾ, ਇਹ ਬਾਪੂ ਬੋੜ ਦੇ ਰੁੱਖ ਵਰਗਾ, ਅਹਿਸਾਸ ਹੈ ਸਿਰ ਤੇ ਅੰਬਰ ਦਾ। ਬਹੁਤ ਬਹੁਤ। ਨਹੀਂ ਭੁੱਲਣਾ ਤੇਰੇ ਸਿਰ ਤੇ ਜੋ, ਨਹੀਂ ਭੁੱਲਣਾ ਤੇਰੇ ਸਿਰ ਤੇ ਜੋ, ਬੇਫਿਕਰੇ ਮੌਜਾਂ ਕਰਦੇ ਸੀ, ਤੂੰ ਖੁੱਲ ਸੀ ਭਾਵੇਂ ਦੇ ਛੱਡੀ, ਪਰ ਕਿਹੜੀ ਅੱਖ ਤੋਂ ਡਰਦੇ ਸੀ। ਯਾਰ ਪ੍ਰੀਤ ਦੇ ਤੇਰੇ ਪੁੱਤਰ ਸਨ, ਯਾਰ ਪ੍ਰੀਤ ਦੇ ਤੇਰੇ ਪੁੱਤਰ ਸਨ, ਉਹ ਤੇਰੀ ਇੱਜ਼ਤ ਕਰਦੇ ਸੀ। ਬਾਪੂ ਲਈ ਗੱਲ ਕੋਈ ਕਹਿ ਜਾਵੇ, ਨਹੀਂ ਜੇਰਾ ਸੀ ਕਿਸ ਕੰਜਰ ਦਾ, ਬਾਪੂ ਲਈ ਗੱਲ ਕੋਈ ਕਹਿ ਜਾਵੇ, ਨਹੀਂ ਜੇਰਾ ਸੀ ਕਿਸ ਕੰਜਰ ਦਾ, ਇਹ ਬਾਪੂ ਬੋੜ ਦੇ ਰੁੱਖ ਵਰਗਾ, ਅਹਿਸਾਸ ਹੈ ਸਿਰ ਤੇ ਅੰਬਰ ਦਾ, ਅਹਿਸਾਸ ਹੈ ਸਿਰ ਤੇ ਅੰਬਰ ਦਾ। ਥੈਂਕ ਯੂ ਹਰਪ੍ਰੀਤ ਜੀ। ਔਰ ਸਾਡੇ ਵਿਸ਼ੇਸ਼ ਮਹਿਮਾਨ ਹਰਦਮ ਮਾਨ ਜੀ ਹੈਗੇ ਨੇ, ਉਹਨਾਂ ਨੂੰ ਅਸੀਂ ਜ਼ਰੂਰ ਟਾਈਮ ਦੇਵਾਂਗੇ। ਇਹਨਾਂ ਨੂੰ ਅਸੀਂ ਕਿਹਾ ਸੀ ਟਾਈਮ 9 ਵਜੇ ਰੱਖਣਾ, ਇਹਨਾਂ ਦਾ ਟਾਈਮ 3 ਘੰਟੇ ਪਿੱਛੇ ਆ, ਤੇ ਬਾਕੀ ਹੋਰ ਵਿੱਚ ਕਿਸੇ ਨੂੰ ਵੀ ਟਾਈਮ ਨਹੀਂ ਦੇਣਾ, ਕਿਉਂਕਿ ਇਹਦੇ ਨਾਲ ਫਿਰ ਉਹ ਸਾਰੇ ਸ਼ੁਰੂ ਹੋ ਜਾਂਦੇ, ਤੇ ਜਿਹਨੂੰ ਨਾਮ ਟਾਈਮ ਦੇਈਏ ਤੇ ਸਾਡੇ ਵਿੱਚ ਬੰਦ ਜਾਂਦੀ। ਹਰਦਮ ਮਾਨ ਜੀ ਵੈਲਕਮ, ਡਾਕਟਰ ਅਮਨਦੀਪ ਟਿਵਾਣਾ ਜੀ ਵੈਲਕਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਖਤਮ ਹੋ ਚੁੱਕਾ ਹੋਇਆ ਪ੍ਰੋਗਰਾਮ, ਚਲੋ ਹਾਂਜੀ ਮਾਫੀ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਨਹੀਂ ਕੋਈ ਨਹੀਂ, ਅਸੀਂ ਵੀ ਟਾਈਮ ਥੋੜਾ ਹਾਂਜੀ ਘੰਟਾ ਪਹਿਲਾਂ ਰੱਖ ਲਿਆ ਸੀ, ਪਰ ਫਿਰ ਵੀ ਜਿੰਨੇ ਦੋਸਤ ਆ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੀ ਜਿਹੜੀ ਕਵਿਤਾ ਬਾਪ ਵਿਸ਼ੇ ਨਾਲ ਵੀ ਸੰਬੰਧਿਤ ਨਹੀਂ, ਮੈਂ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ। ਹਾਂਜੀ ਹਾਂਜੀ। ਇਸ ਤਰ੍ਹਾਂ ਕਿ ਸੁਪਨੇ ਵਿੱਚ ਮੈਂ ਸੂਰਜ ਫੜਦਾ ਰਹਿੰਦਾ ਹਾਂ, ਸੁਪਨੇ ਵਿੱਚ ਮੈਂ ਸੂਰਜ ਫੜਦਾ ਰਹਿੰਦਾ ਹਾਂ, ਦਿਨ ਵਿੱਚ ਧੁੱਪਾਂ ਨਾਲ ਝਗੜਦਾ ਰਹਿੰਦਾ ਹਾਂ, ਕਰਕੇ ਬੰਦ ਕਿਤਾਬਾਂ ਤੇਰੇ ਨੈਣਾਂ ਚੋਂ, ਕਰਕੇ ਬੰਦ ਕਿਤਾਬਾਂ ਤੇਰੇ ਨੈਣਾਂ ਚੋਂ, ਅਣਲਿਖੀਆਂ ਕਵਿਤਾਵਾਂ ਪੜ੍ਹਦਾ ਰਹਿੰਦਾ ਹਾਂ। ਬਹੁਤ ਖੂਬ, ਬਹੁਤ ਆਪਣੇ ਦੁੱਖ ਦੀ ਐਨ ਸਿਖਰਲੀ ਮੰਜ਼ਿਲ ਤੇ, ਆਪਣੇ ਦੁੱਖ ਦੀ ਐਨ ਸਿਖਰਲੀ ਮੰਜ਼ਿਲ ਤੇ, ਲਾ ਹੰਝੂਆਂ ਦੀ ਪੌੜੀ ਚੜ੍ਹਦਾ ਰਹਿੰਦਾ ਹਾਂ। ਜਦ ਵੀ ਕੋਈ ਨਕਸ਼ ਬਣੇ ਉਹ ਟੁੱਟ ਜਾਵੇ, ਜਦ ਵੀ ਕੋਈ ਨਕਸ਼ ਬਣੇ ਉਹ ਟੁੱਟ ਜਾਵੇ, ਜਿਹੜਾ ਵੀ ਪੱਥਰ ਮੈਂ ਘੜਦਾ ਰਹਿੰਦਾ ਹਾਂ। ਸ਼ੀਸ਼ੇ ਵਰਗੇ ਦਿਲ ਦੇ ਟੁਕੜੇ ਚੁੱਕ ਚੁੱਕ ਕੇ, ਸ਼ੀਸ਼ੇ ਵਰਗੇ ਦਿਲ ਦੇ ਟੁਕੜੇ ਚੁੱਕ ਚੁੱਕ ਕੇ, ਸ਼ੇਰਾਂ ਵਿੱਚ ਸਿਤਾਰੇ ਜੜਦਾ ਰਹਿੰਦਾ ਹਾਂ। ਤੇ ਇਹਦਾ ਆਖਰੀ ਸ਼ੇਰ ਹੈ ਕਿ ਤੇਰੀ ਰੂਹ ਨੂੰ ਬਖਸ਼ ਰਹੀ ਹੈ ਠੰਡਕ ਜੋ, ਤੇਰੀ ਰੂਹ ਨੂੰ ਬਖਸ਼ ਰਹੀ ਹੈ ਠੰਡਕ ਜੋ, ਮੈਂ ਉਸੇ ਬਰਸਾਤ 'ਚ ਸੜਦਾ ਰਹਿੰਦਾ ਹਾਂ, ਮੈਂ ਉਸੇ ਬਰਸਾਤ 'ਚ ਸੜਦਾ ਰਹਿੰਦਾ ਹਾਂ। ਬਹੁਤ ਅੱਛਾ,
ਬਹੁਤ ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਡਾਕਟਰ ਸੰਗਾ ਸਾਹਿਬ ਹੁਣ ਤੁਸੀਂ ਧੰਨਵਾਦ ਕਰ ਦਿਓ ਤੇ ਅਸੀਂ ਮੀਟਿੰਗ ਡਨ ਕਰੀਏ। ਮੇਰੇ ਖਿਆਲ ਧੰਨਵਾਦ ਕਾਫੀ ਵਾਰ ਹੋ ਚੁੱਕਿਆ ਹੈ। ਹਾਂਜੀ ਮੈਂ ਬਸ ਮਤਲਬ ਕਿ ਹੁਣ ਜੀ ਕਿੱਦਾਂ ਫਿਰ ਹਨਾ ਚੱਲੀ ਜਾਏਗੀ। ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਜਿੰਨੀਆਂ ਵੀ ਮੈਂ ਕਵਿਤਾਵਾਂ, ਨਜ਼ਮਾਂ, ਗਜ਼ਲਾਂ ਸੁਣੀਆਂ, ਇਹ ਸਾਰੀਆਂ ਬਹੁਤ ਹੀ ਮਿਆਰੀ ਸਨ ਔਰ ਬਹੁਤ ਹੀ ਮਜ਼ਾ ਆਇਆ ਇਹ ਸਾਰਾ ਕੁਝ ਸੁਣ ਕੇ। ਔਰ ਵੈਸੇ ਵੀ ਫਾਦਰ ਇੱਕ ਐਸੀ ਚੀਜ਼ ਹੈ ਕਿ ਉਹ ਉਹਨਾਂ ਬਾਰੇ ਜੋ ਵੀ ਲਿਖਿਆ ਜਾਵੇ ਉਹ ਖੂਬਸੂਰਤੀ ਨਾਲ ਹੀ ਉਭਰੇਗਾ। ਹਾਂਜੀ ਸਭ ਦਾ ਬਹੁਤ ਬਹੁਤ ਧੰਨਵਾਦ। ਰਮਿੰਦਰ ਵਾਲੀਆ ਜੀ, ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਅੱਜ ਦੀ ਸਵੇਰ ਜੋੜਿਆ, ਸਾਰਿਆਂ ਨੂੰ ਇਕੱਠਾ ਕੀਤਾ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਮਿਲ ਰਿਹਾ ਹੈਗਾ ਇੱਥੋਂ ਇੰਡੀਆ ਤੋਂ, ਹਾਲਾਂਕਿ ਮੈਂ ਕਾਫੀ ਲੋਕਾਂ ਨੂੰ ਜਾਣਦਾ ਹੈਗਾ। ਤੇ ਬਸ ਮੈਂ ਇਹ ਦੁਆਵਾਂ ਕਰਾਂਗਾ ਕਿ ਏਦਾਂ ਦੇ ਹੀ ਪ੍ਰੋਗਰਾਮ ਜਿਹੜੇ ਨੇ ਉਹ ਚੱਲਦੇ ਰਹਿਣ ਤਾਂ ਕਿ ਅਸੀਂ ਸਾਰੇ ਪੰਜਾਬੀ ਔਰ ਜਿਹੜੀ ਆਪਣੀ ਸ਼ੇਰੋ ਸ਼ਾਇਰੀ ਹੈਗੀ ਹੈ ਉਹਨੂੰ ਇੰਝ ਹੀ ਅੱਗੇ ਵਧਾਵਾ ਦਿੰਦੇ ਰਹੀਏ ਤੇ ਇੰਝ ਹੀ ਮਹਿਫਲਾਂ ਸਜਦੀਆਂ ਰਹਿਣ। ਹੱਸਦੇ ਰਹੋ, ਵਸਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਪਰਜਿੰਦਰ ਕਲੇਰ ਜੀ, ਤੁਸੀਂ ਕਹਿਣਾ ਕੁਛ? ਮੈਮ ਹਾਂਜੀ, ਮੈਂ ਵੀ ਆਪਣੀ ਹਾਂਜੀ ਇੱਕ ਦੋ ਇਹਨਾਂ ਲਾਈਨਾਂ ਮੈਂ ਨੈਕਸਟ ਵੀ ਸੰਡੇ ਜ਼ਰੂਰ ਸਾਡਾ ਹੋਰ ਪ੍ਰੋਗਰਾਮ ਹੋਏਗਾ ਜਿਹੜਾ ਸਿਰਜਣਾ ਦੇ ਆਰ ਪਾਰ ਹੈ। ਉਹ ਲਾਸਟ ਸੰਡੇ ਹਾਂਜੀ ਹੁੰਦਾ ਇਸ ਵਾਰ ਕਾਨਫਰੰਸ ਹੈ ਤੇ 19 ਤਰੀਕ ਨੂੰ ਅਸੀਂ ਕਰ ਰਹੇ ਹਾਂ। ਪ੍ਰੋਫੈਸਰ ਗੁਰੂਪ ਭਜਨ ਗਿੱਲ ਜੀ ਸਾਡੇ ਵਿਸ਼ੇਸ਼ ਹੋਣਗੇ। ਹਾਂਜੀ ਹਾਂਜੀ ਤੁਸੀਂ ਮੈਮ ਮੈਂ ਨਾ ਇੱਕ ਗਜ਼ਲ ਹੈ, ਪੂਰੀ ਗਜ਼ਲ ਤੇ ਮੈਂ ਨਹੀਂ ਗਾਵਾਂਗੀ, ਬਸ ਉਹਦੇ ਦੋ ਸ਼ੇਰ ਮੈਂ ਜਿਹੜੇ ਨਾਲ ਰਲਦੇ ਨੇ ਦੋ ਹੀ ਬੋਲਣਾ। ਹਾਂਜੀ ਅੱਜ ਦੇ ਦਿਨ ਦੇ। ਹਾਂਜੀ ਬਿਲਕੁਲ, ਤੇ ਮੈਂ ਉਹ ਬੋਲੂੰਗੀ, ਤਰਨਮ ਦੇ ਵਿੱਚ ਬੋਲਾਂਗੀ ਉਹ। ਕਿੰਨਾ ਕੁਛ ਹੈ, ਕਿੰਨਾ ਹੀ ਕੁਛ ਸ਼ਬਦਾਂ ਅੰਦਰ ਆਉਂਦਾ ਨਹੀਂ। ਕਿੰਨਾ ਕੁਛ ਹੈ, ਕਿੰਨਾ ਹੀ ਕੁਛ ਸ਼ਬਦਾਂ ਅੰਦਰ ਆਉਂਦਾ ਨਹੀਂ। ਬੈਰਾਂ ਦੇ ਵਿੱਚ ਬਨ ਨਹੀਂ ਹੁੰਦਾ, ਗਜ਼ਲਾਂ ਵਿੱਚ ਸਮਾਉਂਦਾ ਨਹੀਂ। ਕਿੰਨਾ ਕੁਛ ਹੈ ਬਚਪਨ ਅੱਜ ਜੋ ਉਸ ਬੱਚੇ ਦਾ ਮਾਂ ਪਿਓ ਬਿਨ ਹੈ ਬੀਤ ਰਿਹਾ। ਬਚਪਨ ਅੱਜ ਜੋ ਉਸ ਬੱਚੇ ਦਾ ਮਾਂ ਪਿਓ ਬਿਨ ਹੈ ਬੀਤ ਰਿਹਾ। ਕੁੱਲ ਦੁਨੀਆ ਦਾ ਕੋਈ ਖਿਡੌਣਾ ਉਸਦਾ ਮਨ ਪਰਚਾਉਂਦਾ ਨਹੀਂ। ਕੁੱਲ ਦੁਨੀਆ ਦਾ ਕੋਈ ਖਿਡੌਣਾ ਉਸਦਾ ਮਨ ਪਰਚਾਉਂਦਾ ਨਹੀਂ। ਕਿੰਨਾ ਕੁਛ ਹੈ, ਕਿੰਨਾ ਹੀ ਕੁਛ ਸ਼ਬਦਾਂ ਅੰਦਰ ਆਉਂਦਾ ਨਹੀਂ। ਬੈਰਾਂ ਦੇ ਵਿੱਚ ਬਨ ਨਹੀਂ ਹੁੰਦਾ, ਗਜ਼ਲਾਂ ਵਿੱਚ ਸਮਾਉਂਦਾ ਨਹੀਂ। ਬਹੁਤ ਬਹੁਤ ਸ਼ੁਕਰੀਆ ਮੈਮ। ਥੈਂਕ ਯੂ ਜੀ, ਬਹੁਤ ਵਧੀਆ। ਸ਼ੁਕਰੀਆ ਜੀ। ਸਭ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਮੀਟਿੰਗ ਨੂੰ ਮੈਂ ਆਪਣੇ ਆਪ ਹੀ ਤੁਸੀਂ ਲੀਵ ਹੋ ਜਾਣਾ ਕਿਉਂਕਿ ਮੈਂ ਸਾਡੀ ਰਿਕਾਰਡਿੰਗ ਸ਼ੁਰੂ ਹੁੰਦੀ ਫਿਰ। ਮੈਮ ਤੁਸੀਂ ਕੁਝ ਨਹੀਂ ਸੁਣਾਇਆ ਅੱਜ, ਤੁਸੀਂ ਕੁਝ ਨਹੀਂ ਸੁਣਾਇਆ। ਪਤਾ ਹੋਰ ਵੀ ਬਹੁਤ ਸਾਡੇ ਦੋਸਤ ਜਸਪਾਲ ਸਿੰਘ ਜੀ ਨੇ ਕਿਹਾ ਸੀ, ਮੈਂ ਕਹਿੰਦੀ ਬਕਾਇਦਾ ਪੋਸਟਰ 'ਚ ਫੋਟੋ ਲਗਾ ਕੇ। ਮੈਮ ਕੋਈ ਗੱਲ ਨਹੀਂ, ਉਹ ਨਹੀਂ ਉਹਦੀ ਗੱਲ ਨਹੀਂ, ਬੇਨਤੀ ਇੰਨੀ ਸੀ। ਮੈਂ ਪਤਾ ਕੀ ਬੜਾ ਵਧੀਆ, ਬਹੁਤ ਵਧੀਆ ਪ੍ਰੋਗਰਾਮ ਰਿਹਾ, ਬਾਕੀ ਬਹੁਤ ਵਧੀਆ ਰਿਹਾ। ਬੋਲਣ ਦੀ ਕੋਈ ਐਡੀ ਗੱਲ ਨਹੀਂ ਹੁੰਦੀ, ਸੁਣਨਾ ਵੀ ਬਹੁਤ ਵੱਡੀ ਗੱਲ। ਸੁਣਨਾ ਅਸੀਂ ਤਾਂ ਸਦੋਂ ਫਾਇਦਾ ਲਿਆ। ਥੈਂਕ ਯੂ ਦਰਦੀ ਸਾਹਿਬ ਜਿਨ੍ਹਾਂ ਨੇ ਮਿਲਵਾਇਆ ਤੁਹਾਡੇ ਨਾਲ। ਮੈਂ ਤਾਂ ਇਹ ਕੀਤਾ ਮੈਮ ਕਿ ਮੈਂ ਸਭ ਨੇ ਪਿਓ ਬਾਰੇ ਬੋਲਿਆ, ਪਰ ਮੈਂ ਪਿਓ ਬਣ ਕੇ ਬੋਲਣਾ ਚਾਹੁੰਦਾ ਸੀ। ਬਸ ਮੈਂ ਜਿਹੜੀ ਅਲੱਗ ਐਂਗਲ ਤੋਂ, ਅਲੱਗ ਦ੍ਰਿਸ਼ਟੀਕੋਣ ਤੋਂ ਮੈਂ ਲਿਖਿਆ ਸੀ ਤੇ ਅਲੱਗ ਦ੍ਰਿਸ਼ਟੀਕੋਣ ਤੋਂ ਮੈਂ ਬੋਲਣਾ ਚਾਹੁੰਦਾ ਸੀ। ਚਲੋ ਕੋਈ ਨਾ, ਠੀਕ ਹੈ, ਸਮਝ ਰਹੇ ਆਪਾਂ ਨੂੰ। ਕੋਈ ਨਹੀਂ ਸੁਣਾਓ ਸਰ ਤੁਸੀਂ, ਪਰ ਪੋਸਟ ਬਣ ਚੁੱਕਾ ਸੀ ਇਸ ਕਰਕੇ ਫਿਰ। ਹਾਂ
ਹਾਂਜੀ, ਕਿਉਂਕਿ ਸਮੇਂ ਦੇ ਪਾਬੰਦ ਰਹਿਣਾ ਚਾਹੀਦਾ, ਬਸ ਮੈਂ ਵੀ ਉਹਦੇ ਹੱਕ 'ਚ ਹਾਂ, ਕੋਈ ਹਾਂ ਗੱਲ ਨਹੀਂ। ਬਿਲਕੁਲ ਪੰਕਚੁਅਲਿਟੀ ਤੇ ਪਰ ਡਿਸਪਲਿਨ ਦੋਨੇ ਇਹਦੇ 'ਚ ਇਹ ਹੈ ਕਿ ਆਪਾਂ ਨਾਰਮਲੀ ਕੀ ਹੁੰਦਾ ਕਿ ਆਪਾਂ ਫਾਦਰ ਦੇ ਬਾਰੇ ਸਾਰਿਆਂ ਦਾ ਸਾਡਾ ਦ੍ਰਿਸ਼ਟੀਕੋਣ ਹੁੰਦਾ ਹੈ, ਪਰ ਫਾਦਰ ਦਾ ਦ੍ਰਿਸ਼ਟੀਕੋਣ ਸਦਾ ਹੀ ਜਿਹੜਾ ਬੱਚਿਆਂ ਪ੍ਰਤੀ ਹੁੰਦਾ ਹਾਂਜੀ ਉਹ ਅਲੱਗ, ਇੱਕ ਉਹਦਾ ਆਪਣਾ ਇੱਕੋ ਹੁੰਦਾ। ਪਿਓ ਬੱਚਿਆਂ ਨੂੰ ਕਿੱਦਾਂ ਦੇਖਦਾ, ਬੱਚਿਆਂ ਦੇ ਕਿਸੇ ਛੋਟਾ ਜਿਹਾ ਦਰਦ, ਕਿਤੇ ਬੱਚੀ ਵਿਆਹ ਦਿੰਦੇ ਆਪਾਂ ਕਹਿੰਦੇ ਕਿ ਧੀ ਵਿਆਹੀ ਤੇ ਸਿਰੋਂ ਬੋਝ ਲੱਥ ਗਿਆ, ਪਰ ਪਿਓ ਜਾਣਦਾ ਹੈ ਕਿ ਉਹ ਬੋਝ ਲੱਥਿਆ ਨਹੀਂ ਹੁੰਦਾ, ਇੱਕ ਹੋਰ ਜ਼ਿੰਮੇਵਾਰੀ ਉਹਦੇ ਸਿਰ ਤੇ ਇੱਕ ਦੂਜੇ ਟੱਬਰ ਨੂੰ ਸਾਂਭਣ ਦੀ ਵੀ ਪਈ। ਛੋਟੀਆਂ ਛੋਟੀਆਂ ਗੱਲਾਂ ਕੋਈ ਜਦੋਂ, ਕਿਉਂਕਿ ਪਰਿਵਾਰਾਂ ਜਿਉਂ ਕੁਟੰਬ ਵੱਧਦਾ ਇਹ ਚੀਜ਼ਾਂ ਹੁੰਦੀਆਂ ਨੇ, ਤੇ ਉਹ ਜਦੋਂ ਕਿਤੇ ਘਰ 'ਚ ਕੋਈ ਇੰਸੀਡੈਂਟ ਹੁੰਦਾ ਤਾਂ ਆਪਣੀ ਔਰਤ ਦਾ, ਆਪਣੀ ਘਰਵਾਲੀ ਦਾ ਚਿਹਰਾ ਦੇਖਦਾ ਹੈ, ਉਹਨੂੰ ਪੜ੍ਹਦਾ ਹੈ। ਜਦੋਂ ਕੋਈ ਗੱਲ ਹੁੰਦੀ ਹੈ ਉਹ ਆਪਣੇ ਪੁੱਤਰ ਦਾ ਚਿਹਰਾ ਦੇਖਦਾ ਹੈ, ਉਹਨੂੰ ਪੜ੍ਹਦਾ ਹੈ। ਉਹ ਆਪਣੀ ਧੀ ਹੈ, ਉਹ ਜੇ ਉਹਦਾ ਚਿਹਰਾ ਪੜ੍ਹਦਾ ਕਿ ਉਹ ਕੀ ਬੋਲਣਾ ਚਾਹੁੰਦੀ। ਮਤਲਬ ਇਹ ਨਹੀਂ ਕਿ ਉਹ ਸਮਝਦਾ ਨਹੀਂ ਹੁੰਦਾ, ਮਤਲਬ ਮੈਂ ਇੱਕ ਪਿਓ ਦੇ ਦ੍ਰਿਸ਼ਟੀਕੋਣ ਤੋਂ ਕਿ ਜਦੋਂ ਕਿਤੇ ਕੋਈ ਸਮੱਸਿਆ ਆ ਗਈ ਤੇ ਪਿਓ ਕਿੱਦਾਂ ਸੋਚਦਾ ਹੈ, ਤੇ ਉਹ ਮੈਂ ਤੁਹਾਨੂੰ ਜਸਟ ਇੱਕ ਬਾਤ ਇੱਕ ਪੈਰਾ ਸੁਣਾਵਾਂਗਾ, ਪਹਿਲੇ ਸ਼ੇਰ ਦਰਸ ਬਾਕੀ ਨੇ ਗੀਤ ਹੈ ਮੇਰਾ। ਮੇਰੀ ਧੀ ਪਰਦੇਸੜੇ ਨੀ ਤੈਨੂੰ ਕਿੱਦਾਂ ਅੱਜ ਵਰਾਵਾਂ, ਮੇਰੀ ਧੀ ਪਰਦੇਸਣੇ ਨੀ ਤੈਨੂੰ ਕਿੱਦਾਂ ਅੱਜ ਵਰਾਵਾਂ, ਕਿੰਜ ਫੇ ਹੰਝੂਆਂ ਦੇ, ਕਿੰਜ ਫੇ ਹੰਝੂਆਂ ਦੇ ਤੇਰੀਆਂ ਪੀੜਾਂ ਉੱਤੇ ਲਾਵਾਂ, ਮੇਰੀ ਧੀ ਪਰਦੇਸਣੇ ਨੀ ਤੈਨੂੰ ਕਿੱਦਾਂ ਅੱਜ ਵਰਾਵਾਂ। ਹੁਣ ਉਹ ਤੋਂ ਮਾਂ ਵੱਲ ਦੇਖਦਾ ਤਾਂ ਮਾਂ ਦਾ ਚਿਹਰਾ ਪੜ੍ਹਦਾ, ਲੇਖ ਕਹਿ ਬੇਟੀ ਨੂੰ ਰਿਹਾ ਹੈ, ਕਦੇ ਮਾਂ ਵੱਲ ਦੇਖਦਾ, ਤੇ ਉਹ ਵੱਡੀ ਲੰਬੀ ਇੱਕ ਕਵਿਤਾ ਹੈ, ਮੈਂ ਹੁਣ ਨਹੀਂ ਸੁਣਾਵਾਂਗਾ, ਬਸ ਇਸ ਤਰਨਮ ਤੇ ਸੀ ਤੇ ਮੈਂ ਹੁਣ ਨਹੀਂ, ਕਿਉਂਕਿ ਟਾਈਮ ਹੋ ਚੁੱਕਿਆ। ਮੈਂ ਆਪਾਂ ਨੂੰ ਪਾਬੰਦ ਰਹਿਣਾ ਚਾਹੀਦਾ, ਸੋ ਇਹ ਹੋਣਾ ਵੀ ਚਾਹੀਦਾ। ਅਗਲੀ ਵਾਰ ਕੋਈ ਗੱਲ ਨਹੀਂ, ਅਗਲੀ ਵਾਰ ਸਹੀ ਤੁਹਾਡੀਆਂ ਅਸੀਸਾਂ ਮਿਲ ਗਈਆਂ, ਤੁਹਾਡੇ ਦਰਸ਼ਨ ਹੋਏ, ਤੁਹਾਡੀਆਂ ਅਸੀਸਾਂ ਬਹੁਤ ਵਧੀਆ ਸੀ, ਬਹੁਤ ਵੱਡੀ ਗੱਲ। ਹਾਂ ਦੋ ਬੋਲ ਵੀ ਸੁਣੇ ਪਰ ਵਧੀਆ ਸੀ। ਹਾਂਜੀ ਆਸ਼ਾ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਤਾਂ ਜੁਆਇਨ ਕਰਵਾਉਣ ਵਾਸਤੇ। ਔਰ ਮੈਂ ਜਿੰਨਾ ਪ੍ਰੋਗਰਾਮ ਸੁਣਿਆ, ਇੱਕ ਤੋਂ ਇੱਕ ਵੱਧ ਕੇ ਕਵੀ ਸੀਗੇ। ਪਿਤਾ ਦੇ ਵਾਸਤੇ ਜੋ ਲਫ਼ਜ਼ ਅਸੀਂ ਮੇਰਾ ਖਿਆਲ ਹੈ ਬਿਆਨ ਨਹੀਂ ਕਰ ਸਕਦੇ, ਜੋ ਅਸੀਂ ਮਹਿਸੂਸ ਕਰਦੇ ਹਾਂ, ਜੋ ਸਤਿਕਾਰ ਦਿਲ ਦੇ ਅੰਦਰ ਪਿਤਾ ਲਈ ਹੁੰਦਾ ਹੈ। ਘਰ ਦਾ ਉਹ ਥੰਮ ਹੈ, ਘਰ ਦੀ ਉਹ ਵੱਡੀ ਛੱਤ ਹੈ ਜਿਹਦੇ ਚ ਇਹ ਵੀ ਲੋਕ ਸਮਾ ਜਾਂਦੇ ਨੇ, ਪਰ ਉਹਨੇ ਕਦੇ ਮੱਥੇ ਵੱਲ ਨਹੀਂ ਪਾਉਣਾ। ਇੰਨੀ ਜ਼ਿੰਮੇਦਾਰੀ ਖਾਣ ਤੋਂ ਬਾਅਦ ਵੀ ਪਿਤਾ ਉਹ ਮਹਿਸੂਸ, ਅਸੀਂ ਉਹ ਜ਼ਿੰਮੇਦਾਰੀਆਂ ਨਹੀਂ ਕਰ ਸਕਦੇ ਬੱਚੇ ਹੋਣ ਦੇ ਬਾਵਜੂਦ ਜੋ ਪਿਤਾ ਬੱਚਿਆਂ ਵਾਸਤੇ ਕਰ ਸਕਦਾ। ਔਰ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਸਭ ਦੀ, ਮੇਰੀ ਐਬਸੈਂਸ ਮੇਰੀ ਜ਼ਿੰਮੇਦਾਰੀ ਨੂੰ ਸਭ ਨੇ ਹੰਢਾਇਆ, ਨਿਭਾਇਆ, ਮੇਰੀ ਮਜਬੂਰੀ ਕਰਕੇ ਸੀ। ਔਰ ਸਭ ਜਿੰਨੀਆਂ ਕਵਿਤਾ ਮੈਂ ਸੁਣੀਆਂ ਇੱਕ ਤੋਂ ਇੱਕ ਵੱਧ ਕੇ ਸੀਗੀਆਂ। ਮੈਨੂੰ ਲੱਗਦਾ ਜਿਹੜਾ ਸਾਡਾ ਮੈਗਜ਼ੀਨ ਹੈ ਸਭ ਦੀਆਂ ਕਵਿਤਾਵਾਂ ਗਿੱਲ ਭੈਣ ਜੀ ਵੀ ਆਏ ਹੋਏ ਨੇ, ਹਰਪਦਨ ਗਿੱਲ ਮਨਜੀਤ ਸੇਖੋਂ ਵੀ ਆਏ ਸੀ। ਸਭ ਤੋਂ ਵੱਡੀ ਗੱਲ ਇਹ ਕਿ ਪਿਤਾ ਬਾਰੇ ਲਿਖਣਾ ਬਹੁਤ ਹੀ ਮੁਸ਼ਕਿਲ ਲੱਗਦਾ ਹੈ, ਕਿਉਂਕਿ ਪਿਤਾ ਨੇ ਆਪਣੇ ਇਮੋਸ਼ਨਸ ਕਦੀ ਐਕਸਪ੍ਰੈਸ ਨਹੀਂ ਕੀਤੇ। ਮਾਂ ਦੀਆਂ ਤੇ ਬਹੁਤ ਗੱਲਾਂ ਲਿਖ ਸਕਦੇ ਹੋ, ਪਰ ਪਿਤਾ ਬਾਰੇ ਲਿਖਣਾ ਬਹੁਤ ਮੁਸ਼ਕਿਲ ਹੈ। ਲੇਕਿਨ ਬਹੁਤ ਹੀ ਵਧੀਆ ਮਨ ਸੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਰਮੀ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇੰਨਾ ਵਧੀਆ ਕਵੀ ਦਰਬਾਰ ਸਜਾਉਂਦੇ ਹੋ। ਔਰ ਸਾਰੇ ਸੰਸਾਰ ਤੋਂ ਤੁਸੀਂ ਲੋਕਾਂ ਨੂੰ ਜੋੜਦੇ ਹੋ, ਅਲੱਗ-ਅਲੱਗ ਕੰਟਰੀ ਤੋਂ। ਸਭ ਤੋਂ ਵੱਡੀ ਅਚੀਵਮੈਂਟ ਤੁਹਾਡੀ ਹੈ। ਹਾਂਜੀ ਹਾਂਜੀ, ਪੰਜਾਬੀ ਦਾ ਅਸੀਂ ਪ੍ਰਸਾਰ ਕਰ ਰਹੇ ਹਾਂ, ਪੰਜਾਬੀ ਦਾ ਅਸੀਂ ਕੰਮ ਕਰ ਰਹੇ ਹਾਂ, ਇਹ ਬਹੁਤ ਵੱਡੀ ਅਚੀਵਮੈਂਟ ਹੈ ਸਾਡੀ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹਰ ਇੱਕ ਨੂੰ ਵਕਤ ਮਿਲਿਆ ਔਰ ਹਰ ਇੱਕ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਸ਼ੁਕਰੀਆ। ਇਹ ਹੁਣ ਚੈਟ ਬਾਕਸ ਵਾਲੇ ਜਿਹੜੇ ਹੈਗੇ ਨੇ ਉਹ ਕਿੱਦਾਂ ਸੇਵ ਕੀਤੇ ਜਾਂਦੇ ਨੇ? ਆਸ਼ਾ ਪਤਾ ਤੁਸੀਂ ਨੂੰ ਪਾਰਟਿਸਿਪੈਂਟ ਤੇ ਜਾ ਕੇ ਮੈਂ ਸੇਵ ਕਰਕੇ ਸੈਂਡ ਕਰ ਦਿੰਦੀ ਹਾਂ ਤੁਹਾਨੂੰ ਸਾਰੇ, ਠੀਕ ਹੈ? ਅੱਛਾ, 90 ਆਏ ਹੋਏ ਨੇ ਚੈਟ ਬਾਕਸ, ਹੈ ਨਾ? ਇੱਕ ਮਿੰਟ, ਚੈਟ ਬਾਕਸ ਵਾਲੇ ਇੱਕ ਮਿੰਟ ਠਹਿਰੋ। ਉਹੀ ਮੈਂ ਕਹਿ ਰਹੀ ਹਾਂ, 11 ਸ਼ੋ ਹੋ ਰਹੇ ਨੇ। 11 ਚਲੋ ਕੋਈ ਨਹੀਂ, ਤੁਸੀਂ ਹਾਂ ਲੇਟ ਜੁਆਇਨ ਕੀਤਾ ਨਾ, ਠੀਕ ਹੈ, ਕੋਈ ਨਹੀਂ ਕੋਈ ਨਹੀਂ। ਓਕੇ ਜੀ, ਧੰਨਵਾਦ ਸਭ ਦਾ, ਸਤਿ ਸ਼੍ਰੀ ਅਕਾਲ, ਥੈਂਕ ਯੂ। ਬਹੁਤ ਸ਼ੁਕਰੀਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਮਾਂ ਬੋਲੀ ਨਾਲ ਜੋੜਨ ਲਈ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਵਾਕਈ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ, ਥੈਂਕ ਯੂ ਬਹੁਤ ਵਧੀਆ ਪ੍ਰੋਗਰਾਮ ਸੀ ਭੈਣ ਜੀ। ਉਹਨੇ ਫਿਰ ਮਿਲਦੇ ਅਸੀਂ ਤੇ ਹਾਂਜੀ 19 ਤਰੀਕ ਨੂੰ ਫਿਰ ਸਭ ਨੇ ਦਰਸ਼ਨ ਦੇਣੇ ਨੇ। ਉਸ ਦਿਨ ਸਿਰਜਣਾ ਦੇ ਆਰ-ਪਾਰ ਸੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਆ ਰਹੇ ਨੇ। ਹਾਂਜੀ ਜੀ ਜੀ ਬਿਲकुल। चले गए डॉक्टर सूर्या खुश से। चलो ओके मैं थैंक यू दीदी, बहुत अच्छा प्रोग्राम सी ਤੁਹਾਡਾ। ਥੈਂਕ ਯੂ ਸੋ ਮਚ। मैं देख मैं इस प्रोग्राम ਨਾਲ ਜੁੜਨ ਲਈ। है ना। ओके थैंक यू। ओके फिर मिलते हैं। ओके बाय।